ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV। ਪੰਜਾਬ ਫੋਕਸ ਦੇ ਵਿੱਚ ਸਵਾਗਤ। ਮੈਂ ਹਾਂ ਸੰਜੀਵ ਯਸ਼ ਖੰਨਾ। ਸਟੂਡੀਓਜ਼ ਦੇ ਵਿੱਚ ਮੇਰੇ ਨਾਲ ਮੌਜੂਦ ਨੇ ਬਲਕਾਰ ਸਿੰਘ। ਬਲਕਾਰ ਜੀ ਜੀ ਅਮਰੀਕਾ ਦਾ ਗਨ ਕਲਚਰ ਉਹ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ ਹਜੇ ਤੱਕ ਵੀ ਉਹਦੇ ਉੱਤੇ ਕਾਬੂ ਪਾਉਣ ਦੀ ਜਿਹੜੀ ਕੋਸ਼ਿਸ਼ ਹੈ ਪੂਰੀ ਤਰ੍ਹਾਂ ਨਾਲ ਸਫਲ ਨਹੀਂ ਹੋ ਪਾ ਰਹੀ ਜੀ ਕਿਉਂਕਿ ਇੱਕ ਤਰ੍ਹਾਂ ਨਾਲ ਕਲਚਰ ਦਾ ਜਿਹਨੂੰ ਕਲਚਰ ਹੀ ਕਿਹਾ ਜਾਂਦਾ ਗਨ ਕਲਚਰ ਤੇ ਉਹ ਸੱਭਿਆਚਾਰ ਦਾ ਹਿੱਸਾ ਬਣਿਆ ਹੋਇਆ ਹੈ ਸਦੀਆਂ ਤੋਂ। ਲੋਕੀ ਛੇਤੀ ਕਿਤੇ ਮੁੜਦੇ ਨਹੀਂ ਫਿਰ ਉਸ ਗੱਲ ਤੋਂ ਜਿਸ ਪਾਸੇ ਤੁਰ ਪੈਣ। ਕਾਨੂੰਨੀ ਸਹਾਇਤਾ ਵੀ ਲੈਣ ਦੀ ਕੋਸ਼ਿਸ਼ ਕੀਤੀ ਗਈ, ਲੋਕਾਂ ਵੱਲੋਂ ਵਿਰੋਧ ਵੀ ਹੋਇਆ, ਪਰ ਇੱਕ ਲੌਬੀ ਹੈ ਜਿਹੜੀ ਇਸ ਨੂੰ ਸਪੋਰਟ ਕਰਦੀ। ਸ਼ਾਇਦ ਉਹ ਉਹੀ ਲੌਬੀ ਹੈ ਜੋ ਗਨ ਬਣਾਉਂਦੇ ਨੇ, ਹਥਿਆਰ ਬਣਾਉਂਦੇ ਨੇ। ਔਰ ਕਮਲਾ ਹੈਰਿਸ, ਜੋ ਬਾਈਡਨ ਇਸ ਚੀਜ਼ ਦੇ ਉੱਤੇ ਵਿਰੋਧ ਪ੍ਰਗਟ ਕਰਦੇ ਨੇ ਕਿ ਇਸ ਕਲਚਰ ਨੂੰ ਰੋਕਣਾ ਚਾਹੀਦਾ ਕਿਉਂਕਿ ਇਨਸਾਨੀ ਜਾਨਾਂ ਜਾਂਦੀਆਂ ਪਈਆਂ ਨੇ, ਬਹੁਤ ਕੀਮਤੀ ਜਾਨਾਂ ਜਾਂਦੀਆਂ ਪਈਆਂ ਨੇ। ਔਰ ਇੱਕ ਸਰਵੇ ਹੋਇਆ ਔਰ ਉਸ ਸਰਵੇ 'ਚ ਸਾਹਮਣੇ ਇਹ ਆਇਆ ਕਿ ਜ਼ਿਆਦਾ ਗਨਸ ਖਰੀਦਦੀਆਂ ਨੇ ਔਰਤਾਂ, ਫੀਮੇਲ ਕਲਾਇੰਟ ਜ਼ਿਆਦਾ ਨੇ ਉਹਨਾਂ ਕੰਪਨੀਜ਼ ਕੋਲ ਜਿਹੜੀਆਂ ਹਥਿਆਰ ਬਣਾਉਂਦੀਆਂ ਨੇ। ਇਹ ਇੱਕ ਅਜੀਬੋ ਗਰੀਬ ਘਟਨਾ ਹੈ। ਸ਼ਾਇਦ ਆਪਾਂ ਪਹਿਲਾਂ ਕਹਿੰਦੇ ਸੀਗੇ ਕਿ ਇਹ ਮੈਨਹੁੱਡ ਮਰਦਾਨਗੀ ਦੀ ਨਿਸ਼ਾਨੀ ਹੈ, ਇਹ ਮੰਨਿਆ ਜਾਂਦਾ ਹੈ, ਪਰ ਇੱਥੇ ਤੇ ਔਰਤਾਂ ਨੇ ਸੈਲਫ ਪ੍ਰੋਟੈਕਸ਼ਨ ਵਾਸਤੇ, ਆਪਣੀ ਸੁਰੱਖਿਆ ਵਾਸਤੇ ਸ਼ਾਇਦ ਸੈਲਫ ਪ੍ਰੋਟੈਕਸ਼ਨ ਜਾਂ ਆਪਣੇ ਆਪ ਨੂੰ ਬਚਾਉਣ ਦੇ ਮਤਲਬ ਨਾਲ ਨਹੀਂ ਹੈਗਾ। ਅਸਲ 'ਚ ਉਹਨਾਂ ਦੀ ਇਹ ਜ਼ਹਿਨੀਅਤ ਬਣ ਗਈ ਆ, ਉਹਨਾਂ ਦੀ ਇਹ ਦਿਮਾਗੀ ਤੌਰ 'ਤੇ ਇੱਕ ਸਾਈਕੀ ਬਣ ਗਿਆ ਕਿ ਅਸੀਂ ਗੰਨਾਂ ਲੈ ਕੇ ਰੱਖੀਏ ਤੇ ਤਾਂ ਕਿ ਲੋਕ ਕਹਿਣ ਕਿ ਨਹੀਂ ਯਾਰ ਉਹਨੇ ਬੜੀ ਮੋਢੇ ਨਾਲ ਲਟਕਾਈ ਫਿਰਦਾ, ਉਹ ਧਨਾਲੀ ਉਹਦੇ ਕੋ 47 ਆ, ਉਹਦੇ ਕਈ ਤਰ੍ਹਾਂ ਦੀਆਂ ਗੰਨਾਂ ਲਈ ਫਿਰਦੇ ਆ। ਔਰ ਇਹਦੇ ਨਾਲ ਜਿਹੜੀ ਹਿੰਸਾ ਜ਼ਿਆਦਾ ਵੱਧ ਗਈ ਆ, ਵਾਰਦਾਤਾਂ ਜ਼ਿਆਦਾ ਹੋਣ ਲੱਗ ਪਈਆਂ। ਆਏ ਦਿਨ ਸਕੂਲਾਂ, ਕਾਲਜ, ਯੂਨੀਵਰਸਿਟੀਆਂ, ਮਾਰਕੀਟ ਦੇ ਵਿੱਚ ਜਿਹੜੇ ਬਾਕੀ ਬਾਜ਼ਾਰ ਨੇ ਉਹਨਾਂ ਵਿੱਚ ਗੋਲੀਆਂ ਚੱਲਦੀਆਂ, ਲੋਕ ਬੇਵਜ੍ਹਾ ਮਾਰੇ ਜਾਂਦੇ ਆ। ਔਰ ਇਹਦੇ ਵਿੱਚ ਇਹ 50 ਸਟੇਟਾਂ ਦੇ ਵਿੱਚ, ਇੱਕ ਸਟੇਟ ਦੇ ਵਿੱਚ ਨਹੀਂ, ਸਾਰੇ ਸਟੇਟ ਜਿੰਨੇ ਸੂਬੇ ਨੇ ਉੱਥੋਂ ਦੇ, ਕਿਉਂਕਿ ਯੂਨਾਈਟਿਡ ਸਟੇਟ ਕਿਹਾ ਗਿਆ ਇਹਨੂੰ, ਸੰਯੁਕਤ ਰਾਜ ਕਿਹਾ ਗਿਆ ਅਮਰੀਕਾ ਨੂੰ। ਹਰ ਸਟੇਟ ਦੇ ਵਿੱਚ ਇਹ ਲੋਕਾਂ ਦੀ ਜਿਹੜੀ ਸੋਚ ਜਿਹੜੀ ਬੜਾਵਾ ਦੇ ਗਈ ਆ ਕਿ ਅਸੀਂ ਗੰਨਾਂ ਖਰੀਦੀਏ। ਔਰ ਉਹਦੇ ਵਿੱਚ ਇੱਕ ਗੱਲ ਹੈਗਾ, ਇੱਕ ਤਾਂ ਅਮੀਰ ਦੇਸ਼ ਆ, ਪੈਸੇ ਦੀ ਕੋਈ ਘਾਟ ਨਹੀਂ। ਇੱਥੇ ਸਾਡੇ ਲੋਕ ਜਿਹੜੇ ਆ ਕੋਈ ਪੈਸਾ ਵੇਚਦੇ ਆ, ਮਾਂ ਗਾਲਾਂ ਕੱਢਦੀ ਆ, ਪੁੱਤ ਤੂੰ ਗੰਨ ਲੈ ਕੇ ਕਿਹੜਾ ਕਬਜ਼ਾ ਲੈਣਾ ਜ਼ਮੀਨ ਦਾ, ਕਿਹੜੇ ਬੰਦੇ ਨੂੰ ਮਾਰੇਗਾ, ਕੀ ਕਰਨਾ ਤੂੰ ਹੈ। ਮਾਂ ਤਾਂ ਗਾਲਾਂ ਕੱਢਦੀ, ਤੂੰ ਗੰਨ ਕੀ ਕਰੇਗਾ। ਔਰ ਇਹਦੇ ਵਿੱਚ ਸਾਨੂੰ ਲਾਇਸੈਂਸ ਲੈਣਾ ਪੈਂਦਾ, ਜਿਹੜਾ ਡਿਪਟੀ ਕਮਿਸ਼ਨਰ ਉਹਦੇ ਕੋਲ ਲਾਇਸੈਂਸ ਲੈਣਾ ਪਊਗਾ, ਉਹ 'ਚ ਕਾਰਨ ਦੇਣਾ ਪਊਗਾ ਵੀ ਕਿਉਂ ਲੈ ਰਹੇ ਆ। ਉੱਥੇ ਕੋਈ ਲਾਇਸੈਂਸ ਦਾ ਮਤਲਬ ਨਹੀਂ, ਸਿੱਧਾ ਲਿਆਓ ਗੰਨ ਲੈ ਕੇ ਮੋਢੇ ਨਾਲ ਟੰਗੋ ਅਤੇ ਗੋਲੀਆਂ ਮਾਰਦੇ ਤੁਰੇ ਫਿਰੋ। ਉੱਥੇ ਇਹ ਹੈਗਾ। ਉਹਦੇ ਵਿੱਚ ਬਾਈਡਨ ਸਰਕਾਰ ਨੇ ਵੈਸੇ ਰੋਕ ਲਾਉਣ ਦੀ ਕੋਸ਼ਿਸ਼ ਕੀਤੀ ਆ ਪਰ ਨਹੀਂ ਰੋਕ ਲੱਗੀ। ਕੈਨੇਡਾ ਵਿੱਚ ਵੀ ਹੈ ਪਰ ਕੈਨੇਡਾ 'ਚ ਉਹਨਾਂ ਨੇ ਰੋਕ ਲਾ ਲਈ ਆ। ਉਹਨਾਂ ਵਿੱਚ ਜਸਟਨ ਟਰੂਡੋ ਨੇ ਰੌਲਾ ਪਾ ਕੇ ਸਾਰਾ ਕੁਝ ਕਾ ਕੇ ਬਿੱਲ ਪੇਸ਼ ਕਰਤਾ ਕਿ ਇਹਦੇ ਵਿੱਚ ਕੋਈ ਵੀ ਗਨ ਖਰੀਦੂਗਾ ਵਿਦਆਊਟ ਨਾਟ ਪਰਮਿਸ਼ਨ ਲੈਣੀ ਪਊਗੀ। ਪਰ ਅਮਰੀਕਾ ਦੇ ਵਿੱਚ ਤਾਂ ਐਸੀ ਅਣਹੋਣੀ ਹੋ ਰਹੀ ਆ ਕਿ ਚਾਰੇ ਪਾਸੇ ਬੰਦੂਕਾਂ ਦੀਆਂ ਜਿਹੜੀਆਂ ਆਵਾਜ਼ਾਂ ਆਉਂਦੀਆਂ, ਉਹਦੇ 'ਚ ਜਦੋਂ ਗਨ ਚਲਾਉਂਦੇ ਆ ਉਹਦੇ ਵਿੱਚ ਬੱਚੇ ਮਰ ਜਾਂਦੇ ਆ। ਹੁਣ ਬੱਚਿਆਂ ਨੂੰ ਬੜੀ ਸਿਕਿਉਰਿਟੀ ਦੇ ਦਿੱਤੀ ਇਹਨਾਂ ਨੇ, ਪਰ ਇਹਨਾਂ ਨੂੰ ਭਲੇ ਮਾਨਸਾਂ ਨੇ ਪੁੱਛਿਆ ਜਦੋਂ ਸਿਕਿਉਰਿਟੀ ਤੁਹਾਡੇ ਕੋਲ ਹੈਗੀ ਆ, ਇੰਟਰਨਲ ਐਕਸਟਰਨਲ ਦੋ ਤਰ੍ਹਾਂ ਦੀ ਸਿਕਿਉਰਿਟੀ ਹੈਗੀ ਆ, ਆਰਮੀ ਹੈ ਤੁਹਾਡੇ ਕੋਲ ਡਰੋਨਸ ਨੇ, ਸਾਰਾ ਕੁਝ ਹੈਗਾ, ਤੁਸੀਂ ਇਹਨਾਂ ਚੀਜ਼ਾਂ ਤੁਹਾਡੇ ਬਚਾ ਲਈ, ਤੁਹਾਡੇ ਬਚਾ ਲਈ ਆ, ਕਿਹਦੇ ਲਈ ਹੈਗੀ ਆ। ਉਹਦੇ ਲਈ ਇਹ ਤਾਂ ਨਹੀਂ ਹੈਗਾ ਕਿ ਉਹਨਾਂ ਨੇ ਚਾਈਨਾ ਨੂੰ ਹਥਿਆਉਣਾ ਤਾਂ ਉਹਨਾਂ ਨੇ ਨਾਲ ਦੇ ਰੂਸ ਨਾਲ ਲੜਾਈ ਕਰਨੀ ਛੇਤੀ। ਇੰਟਰਨਲ ਜਿਹੜੀ ਸਿਕਿਉਰਿਟੀ ਹੈ ਉਹਦੇ ਲਈ ਇਹਨਾਂ ਨੇ ਸਾਰਾ ਕੁਝ ਦਿੱਤਾ ਹੈਗਾ। ਪਰ ਇਹਨਾਂ ਭਲੇ ਮਾਨਸਾਂ ਦੀ ਸੋਚ ਇਸ ਪਾਸੇ ਨੂੰ ਸਾਰੀ ਆ ਗਈ ਆ, ਹਾਲਾਂਕਿ ਪੜ੍ਹੇ ਲਿਖੇ ਆ, ਅਮੀਰ ਆ, ਬੱਚਿਆਂ ਨੂੰ ਪਾਲਦੇ ਆ, ਸਾਰਾ ਕੁਝ ਹੈਗਾ। ਜਿਸ ਦੇਸ਼ ਵਿੱਚ ਗਲਤ ਸੋਚ ਦੇ ਜਿਹੜੇ ਧਾਰਨੀ ਹੋ ਜਾਣ ਲੋਕ ਨਾ, ਉੱਥੇ ਫਿਰ ਕੋਈ ਕਾਨੂੰਨ ਕਾਇਦਾ ਨਹੀਂ ਹੁੰਦਾ। ਹਾਲਾਂਕਿ ਇਹਨਾਂ ਨੂੰ ਚਾਹੀਦਾ ਵੈਸੇ ਕਿ ਲਾਇਸੈਂਸ ਹੋਲਡਰ ਨੂੰ ਹੀ ਗਨ ਖਰੀਦਣ ਦਾ ਮੌਕਾ ਦੇਣ, ਦੂਜੇ ਨੂੰ ਨਾ ਦੇਣ। ਇਹਦੇ ਵਿੱਚ ਜਿਹੜੀਆਂ ਏਜੰਸੀਆਂ ਨੇ ਜਿਨ੍ਹਾਂ ਨੇ ਹਥਿਆਰ ਰੱਖੇ ਨੇ, ਹਥਿਆਰ ਵੇਚਦੇ ਨੇ, ਉਹਦੇ ਵਿੱਚ ਸਾਡੇ ਕੁਝ ਇੰਡੀਅਨ ਵੀ ਆ। ਰਿਵਾਲਵਰ ਦੀ ਕੰਪਨੀ ਉਹਨਾਂ ਦੀਆਂ, ਬੰਦੂਕਾਂ ਦੀਆਂ ਕੰਪਨੀਆਂ ਹੁੰਦੀਆਂ ਜਿਨ੍ਹਾਂ ਦੇ ਨਾਲ ਹੈ ਨਾ ਇਹ AK-47 ਦੀਆਂ ਹੈ ਨਾ 57 ਦੀਆਂ ਕਈ ਤਰ੍ਹਾਂ ਦੀਆਂ ਗੰਨਾਂ ਨੇ। ਉਹਨਾਂ ਨੂੰ ਵੇਚਣ ਦਾ ਜਿਹੜਾ ਮਨਸੂਬਾ ਬਣਾ ਕੇ ਤੇ ਇੱਕ ਬਿਜ਼ਨਸ ਬਣਾ ਲਿਆ ਲੋਕਾਂ ਨੇ। ਹਰ ਪਾਸੇ ਲੋਕ ਗੰਨਾਂ ਖਰੀਦਦੇ ਆ। ਪ੍ਰੋਬਲਮ ਪਤਾ ਕੀ ਹੈਗੀ ਆ, ਲੋਕਾਂ ਨੂੰ ਰੋਟੀ ਆਪ ਨਹੀਂ ਕਮਾਉਣੀ ਪੈਂਦੀ, ਸਰਕਾਰ ਦੇ ਰਹੀ ਹੈ। ਮੈਡੀਕਲ ਫ੍ਰੀ ਹੈਗਾ, ਐਜੂਕੇਸ਼ਨ ਫ੍ਰੀ ਹੈਗੀ ਹੈ। ਸਾਡੇ ਦੇਸ਼ 'ਚ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਨਾ, ਇਹ ਸਾਨੂੰ ਇਸ ਪਾਸੇ ਵੱਲ ਘੱਟ ਲਿਜਾਂਦੀਆਂ। ਉਹ ਲਊਗਾ ਜਿਹਦੇ ਕੋਲ ਪੈਸੇ ਆ, ਉਹ ਗੱਡੀ ਖਰੀਦੂਗਾ ਜਿਹਦੇ ਕੋਲ 4 ਪੈਸੇ ਆ। ਜਿਹਨੂੰ ਢਿੱਡ ਦੀ ਰੋਟੀ ਦੀ ਲੋੜ ਪਈ ਹੈ, ਜਿਹਨੂੰ ਛੱਤ ਦੀ ਲੋੜ ਹੈ, ਉਹ ਗਨ ਖਰੀਦੂਗਾ। ਔਰ ਸਾਡੇ ਅਬਵ 50% ਤੇ ਲੋਕ ਗਰੀਬ ਹੈਗੇ ਆ, ਜਿਹੜੇ ਵਿਚਾਰੇ ਜ਼ਮੀਨਾਂ 'ਤੇ ਸੌਂਦੇ, ਫੁੱਟਪਾਥ 'ਤੇ ਸੌਂਦੇ, ਉਹ ਗੰਨਾਂ ਖਰੀਦਣਗੇ, ਲੁੱਟ ਖੋਹ ਕਰਨਗੇ। ਉਹਦੇ ਨਾਲ ਇੱਕ ਉੱਥੇ ਹੈਗਾ ਵੀ ਗੰਨਾਂ ਨਾਲ ਲੁੱਟ ਖੋਹਾਂ ਤਾਂ ਘੱਟ ਹੁੰਦੀਆਂ, ਪਰ ਗੋਲੀ ਚਲਾ ਕੇ ਮਾਰ ਦਿੰਦੇ ਲੋਕਾਂ ਨੂੰ, ਬਲੱਡ ਸ਼ੈਡ ਕਰ ਦਿੰਦੇ, ਖੂਨ ਖਰਾਬਾ ਕਰ ਦਿੰਦੇ ਆ। ਸਾਡੇ ਜੇ ਕਿਸੇ ਕੋ ਗਨ ਆ ਗਈ ਜਾਂ ਬੰਦੂਕ ਆ ਗਈ, ਉਹ ਮਾਰ ਕੇ ਤੇ ਪੈਸੇ ਖੋਹਦਾ
ਜਦੋਂ ਵਿਆਹ ਹੋਇਆ ਉਹਨੇ ਜਿਹੜੀ ਚਾਂਦਨੀ ਆ ਉਹ ਚਾਂਦਨੀ ਦੇ ਵਿੱਚ ਦੀ ਗੋਲੀ ਨਿਗਾਹ ਲੈਣੀ ਆ। ਸ਼ਰਾਬੀ ਹੋਏ ਨੇ ਅੱਜ ਕੱਲ੍ਹ, ਹੁਣ ਉਹਨਾਂ ਰੋਕ ਲਾਤੀ ਹੈ ਵੀ ਕਿਸੇ ਵੀ ਜਿਹੜੀ ਮੈਰਿਜ ਪੈਲਸ ਉਹਦੇ ਵਿੱਚ ਬੰਦੂਕ ਲੈ ਕੇ ਨਹੀਂ ਜਾਣਗੇ। ਆਪਣੇ ਸਟ੍ਰਿਕਟ ਆਰਡਰ ਹੁੰਦਾ, ਡਿਪਟੀ ਕਮਿਸ਼ਨਰ ਦੇ ਆਰਡਰ ਆ ਗਏ ਇਹਦੇ 'ਚ। ਪਰ ਅਸੀਂ ਜੇ ਮੁਕਾਬਲਤਨ ਇਹਨਾਂ ਨਾਲ ਗੱਲ ਕਰੀਏ ਤਾਂ ਅਸੀਂ ਫਿਰ ਵੀ ਸੁਰਖਰੂ ਹਾਂ। ਹਰ ਬੰਦੇ ਕੋਲ ਗਨ ਨਹੀਂ ਕਹੀ ਲਈ ਜਾਂਦੀ। ਔਰ ਜਿਹੜੇ ਸਾਡੇ ਕੋਲ ਤੋਂ ਆਉਂਦੀਆਂ ਗੰਨਾਂ ਸਾਡੇ ਕੋਲ ਜਾਂ ਤਾਂ ਬ੍ਰਿਟੇਨ ਦੀਆਂ, ਜਾਂ ਰਸ਼ੀਆ ਦੀਆਂ, ਜਾਂ ਸਾਡੇ ਕੋਲ ਅਮਰੀਕਾ ਦੀਆਂ। ਇਹ ਵੀ ਫੈਲਾਅ ਇਹਨਾਂ ਦਾ ਹੈਗਾ, ਬਾਹਰਲੇ ਦੇਸ਼ਾਂ ਨੂੰ ਦੇ ਰਹੇ ਆ। ਪਾਕਿਸਤਾਨ ਵਿੱਚ ਬਹੁਤ ਆ, ਅਫਗਾਨਿਸਤਾਨ ਵਿੱਚ ਬਹੁਤ ਆ। ਮੋਟਰ ਗੰਨਾਂ ਇਹਨਾਂ ਦੀਆਂ ਹੈਗੀਆਂ, ਜਿਹੜੀਆਂ 303 ਇਹਨਾਂ ਦੀਆਂ ਹੈਗੀਆਂ, ਸਾਰੀਆਂ ਆਜ਼ਾਦ ਇਹਨਾਂ ਨੇ ਕੀਤੀਆਂ ਹੈਗੀਆਂ, ਚੱਲਦੀਆਂ ਬਾਹਰਲੇ ਦੇਸ਼ਾਂ ਵਿੱਚ ਹੈਗਾ। ਇਹ ਆਪ ਤਾਂ ਮਰ ਰਿਹਾ, ਲੋਕਾਂ ਨੂੰ ਮਰਵਾ ਰਹੇ ਆ। ਇਹ ਗੱਲ ਸਿੰਪਲ ਇਹ ਹੈ ਕਿ ਬੱਚਿਆਂ ਦੀ ਸਿਕਿਉਰਿਟੀ ਵਾਸਤੇ ਸਕੂਲਾਂ ਦੇ ਵਿੱਚ ਇੰਤਜ਼ਾਮ ਕੀਤਾ ਗਿਆ ਜੀ। ਕਿਸੇ ਵਕਤ ਜ਼ਰੂਰਤ ਵੀ ਸੀ, ਤਾਂ ਹੀ ਇਹ ਸੱਭਿਆਚਾਰ ਦਾ ਹਿੱਸਾ ਬਣਿਆ। ਪੁਰਾਣੇ ਵਕਤਾਂ ਦੇ ਵਿੱਚ ਕਿਉਂਕਿ ਇੰਨੀ ਸਿਕਿਉਰਿਟੀ ਨਹੀਂ ਸੀ। ਹੁਣ ਤੇ ਸਰਵੇਲੈਂਸ ਇੰਨਾ ਜ਼ਿਆਦਾ ਹੈ, ਹਰ ਥਾਂ ਦੇ ਉੱਤੇ CCTV ਕੈਮਰੇ ਲੱਗ ਗਿਆ ਔਰ ਹਰ ਥਾਂ ਦੇ ਉੱਤੇ ਸਿਕਿਉਰਿਟੀ ਮੌਜੂਦ ਹੈ। ਹੁਣ ਇਹ ਜੋ ਚੀਜ਼ ਹੈ, ਸਮੇਂ ਦੀ ਲੋੜ ਤਾਂ ਨਹੀਂ ਰਹਿ ਗਈ ਨਾ। ਹਾਂ, ਇਹ ਬਿਜ਼ਨਸ ਦੀ ਲੋੜ ਹੋ ਸਕਦੀ ਹੈ, ਉਹਦੇ ਬਾਰੇ ਕਹਿ ਨਹੀਂ ਸਕਦੇ। ਇਹ ਹੌਬੀ, ਸ਼ੌਕ ਤੇ ਮਾੜੀ ਸੋਚ, ਇਹ ਤਿੰਨ ਚੀਜ਼ਾਂ 'ਚ ਹੌਬੀ ਵੀ ਹੈ। ਸ਼ੌਕ ਉਹਨੂੰ ਪੈਦਾ ਹੁੰਦਾ ਜਿਹਦੇ ਜੇਬ 'ਚ ਪੈਸੇ ਹੈ, ਜਿਹਦੇ ਕੋਈ ਚਾਰ ਆਨੇ ਨਹੀਂ, ਉਹਨੇ ਲੈਣਾ ਕੀ ਹੈਗਾ। ਔਰ ਦੂਜਾ, ਇਹ ਸ਼ੌਕ ਪੈਦਾ ਕਰਨਾ, ਗਨ ਕਲਚਰ ਨੂੰ ਪ੍ਰਮੋਟ ਕਰਨਾ, ਇਹ ਉਹਨਾਂ ਕੰਪਨੀਆਂ ਦੀ ਮਾਰਕੀਟਿੰਗ ਦਾ ਹਿੱਸਾ ਹੈ, ਉਹਨਾਂ ਦੀ ਤਾਂ ਜਿਨ੍ਹਾਂ ਨੇ ਆਪਣਾ ਸਮਾਨ ਵੇਚਣਾ ਹੈ। ਸੋ ਜਦੋਂ ਕਿਸੇ ਮੁਲਕ ਦੇ ਵਿੱਚ ਗਨਜ਼ ਸੈਟੇਲਾਈਟ ਇੰਡਸਟਰੀ ਬਣ ਜਾਏ, ਉਸ ਵਕਤ ਉਹ ਜੋ ਕਮਾਈ ਦਾ ਸਾਧਨ ਬਣ ਜਾਏ, ਉਸ ਵਕਤ ਕਾਨੂੰਨ ਔਰ ਲੋਕਾਂ ਨੂੰ ਸਲਾਹ ਦੇਣਾ, ਲੋਕਾਂ ਨੂੰ ਨੇਕ ਸਲਾਹ ਦੇਣਾ, ਉਹਦਾ ਕੋਈ ਵੈਲਿਊ ਨਹੀਂ ਰਹਿ ਜਾਂਦੀ। ਕਿਉਂਕਿ ਇਸ ਹੱਦ ਤੱਕ ਬ੍ਰੇਨ ਵਾਸ਼ਿੰਗ ਕਰ ਦਿੰਦੇ ਨੇ ਇਹ ਲੋਕ ਕਿ ਲੋਕ ਉਹਨੂੰ ਸਮਝਦੇ ਨੇ ਕਿ ਵਾਕਈ ਅਸੀਂ ਬਹੁਤ ਵਧੀਆ ਕਾਰਾ ਕਰਨ ਜਾ ਰਹੇ ਹਾਂ, ਔਰ ਬੰਦੂਕ ਖਰੀਦ ਕੇ ਉਸ ਤੋਂ ਬਾਅਦ ਜਦੋਂ ਫਾਇਰਿੰਗ ਕਰਾਂਗੇ ਉਹਨੂੰ ਹੀਰੋਇਜ਼ਮ ਮੰਨਦੇ ਨੇ। ਇਹ ਦਿਮਾਗ ਵਿੱਚੋਂ ਕੱਢਿਆ ਜਾਣਾ ਚਾਹੀਦਾ। ਸਖਤ ਆਰਡਰ ਨਹੀਂ ਹੈਗਾ ਇਹਨਾਂ ਦਾ ਪ੍ਰਸ਼ਾਸਨ ਦਾ। ਇਲੈਕਸ਼ਨ ਇੱਕ ਆ ਗਈ ਹੈ, ਇਲੈਕਸ਼ਨ 'ਚ ਇਹਨਾਂ ਨੂੰ ਪਤਾ ਕਿ ਜੇ ਅਸੀਂ ਆਰਡਰ ਕਰਤਾ, ਬੈਨ ਕਰਤੀਆਂ ਕਰਨਾ ਜਾਂ ਰੋਕ ਲਾਤੀ ਕੰਪਨੀਆਂ ਤੇ, ਕੰਪਨੀਆਂ ਨੂੰ ਵੇਚਣ ਤੇ ਹਟਾ ਦਿੱਤਾ, ਤੇ ਸਾਡਾ ਵੋਟ ਬੈਂਕ ਵੀ ਖਰਾਬ ਹੋ ਜਾਣਾ। ਇਹ ਬੰਦੂਕਾਂ ਵਾਲੇ ਤੇ ਜੇ ਹੋਏ, ਇਹਨਾਂ ਦੇ ਆਪਣੇ ਪਾਲੇ ਹੋਏ ਆ, ਸਾਰੇ ਉਹੀ ਬੰਦੇ ਹੈਗੇ ਆ ਔਰ ਜਿਹੜੇ ਇਹਨਾਂ ਦੀ ਵੋਟ ਬੈਂਕ ਆ, ਬਹੁਤ ਵੋਟ ਬੈਂਕ ਗੱਲ ਤਾਂ ਸਾਰੀ ਵੋਟ ਬੈਂਕ ਦੀ ਹੈ। ਔਰ ਦੂਜਾ, ਜੋ ਬੱਚਿਆਂ ਵਾਸਤੇ ਗੇਮਸ ਡਿਜ਼ਾਈਨ ਕੀਤੀਆਂ ਜਾਂਦੀਆਂ ਨੇ, ਉਹ ਜਿਹੜੀਆਂ ਵੀਡੀਓ ਗੇਮ ਖੇਡਦੇ ਨੇ ਸਾਰਾ ਦਿਨ, ਜਾਂ ਆਨਲਾਈਨ ਗੇਮਸ ਖੇਡਦੇ ਨੇ, ਉਹ ਸਾਰਾ ਦਿਨ ਫਾਇਰਿੰਗ, ਫੌਜੀ ਆ ਗਿਆ, ਗੋਲੀ ਮਾਰ ਦਿੱਤੀ, ਖੂਨ ਖਰਾਬਾ, ਉਹ ਦਿਮਾਗ ਦੇ ਵਿੱਚ ਉਹੀ ਚੀਜ਼ਾਂ ਵੜੀਆਂ ਹੋਈਆਂ ਨੇ। ਇਹ ਗੇਮਸ ਡਿਜ਼ਾਈਨ ਕਰਨ ਤੋਂ ਪਹਿਲਾਂ ਉਹ ਡਿਜ਼ਾਈਨ ਕਰਨੀਆਂ ਚਾਹੀਦੀਆਂ ਨੇ ਜਿਹੜੀਆਂ ਡਿਜ਼ਾਈਨਸ ਬਚਪਨ ਨੂੰ ਸੂਟ ਕਰਦੀਆਂ ਨੇ, ਨਾ ਜਿਹੜੀ ਕ੍ਰੀਏਟਿਵ ਹੋਣ, ਜਿਹੜੀ ਕੋਈ ਸਿਰਜਣਾ ਹੋਵੇ। ਹੁਣ ਜੌਨ ਹੰਟਰ ਨੇ, ਅਮਰੀਕਾ ਦੇ ਟੀਚਰ ਨੇ, ਉਹਨਾਂ ਨੇ ਇੱਕ ਗੇਮ ਬਣਾਈ ਹੈ ਕਿ ਵਰਲਡ ਦੇ ਵਿੱਚ ਸ਼ਾਂਤੀ ਕਿੱਦਾਂ ਸਥਾਪਿਤ ਕੀਤੀ ਜਾਏ, ਔਰ ਉਹ ਗੇਮ ਕਈ ਸਕੂਲਾਂ ਦੇ ਵਿੱਚ ਖਿਡਾਈ ਜਾਂਦੀ ਹੈ। ਔਰ ਬੱਚੇ ਸ਼ੁਰੂ ਤੋਂ ਸਿੱਖਦੇ ਨੇ ਕਿ ਵਰਲਡ ਲੈਵਲ ਦੇ ਉੱਤੇ ਜੋ ਰਾਜਨੀਤੀ ਹੈ ਕਿੱਦਾਂ ਚੱਲਦੀ ਹੈ, ਵਰਲਡ ਲੈਵਲ ਦੇ ਉੱਤੇ ਜੋ ਪੈਸੇ ਦਾ ਲੈਣ ਦੇਣ ਹੈ, ਬੈਂਕਿੰਗ ਹੈ, ਜੋ ਇਕਨੋਮੀ ਹੈ, ਉਹ ਕਿੱਦਾਂ ਚੱਲਦੀ ਆ, ਔਰ ਕਿਸ ਤਰ੍ਹਾਂ ਸ਼ਾਂਤੀ ਰੱਖੀ ਜਾ ਸਕਦੀ ਹੈ। ਸ਼ਾਂਤੀ ਸਿਰਫ ਹਥਿਆਰਾਂ ਨਾਲ ਹੀ ਨਹੀਂ, ਬਲਕਿ ਪੈਸੇ ਦਾ ਲੈਣ ਦੇਣ ਵੀ ਕਿਤੇ ਲੜਾਈ ਦਾ ਕਾਰਨ ਬਣਦਾ ਹੈ, ਇਕਨੋਮਿਕ ਵਾਰ ਵੀ ਕਿਤੇ ਲੜਾਈ ਦਾ ਕਾਰਨ ਬਣਦੀ ਹੈ। ਜੌਨ ਹੰਟਰ ਨੇ ਉਹ ਜਿਹੜੀ ਗੇਮ ਬਣਾਈ ਹੈ, ਉਹ ਬੱਚਿਆਂ ਨੂੰ ਬਚਪਨ ਤੋਂ ਮੈਚਿਓਰ ਕਰਦੀ ਹੈ ਕਿ ਕਿੱਦਾਂ ਇਸ ਦੁਨੀਆ ਦੇ ਇੱਕ ਚੰਗੇ ਨਾਗਰਿਕ ਬਣਨਾ, ਕਿਉਂਕਿ ਅਸੀਂ ਦੁਨੀਆ ਨੂੰ ਇਕੱਠਾ ਕਰਨਾ ਚਾਹੁੰਦੇ ਹਾਂ ਨਾ, ਯੂਨੀਵਰਸਲ ਸਿਟੀਜ਼ਨ ਬਣਨਾ ਚਾਹੁੰਦੇ ਹਾਂ। ਉਹ ਗੇਮ ਸਪੋਰਟ ਕਰਦੀ ਹੈ। ਤਾਂ ਇੱਦਾਂ ਦੀਆਂ ਗੇਮਸ ਬੱਚਿਆਂ ਵਾਸਤੇ ਹੋਣੀਆਂ ਚਾਹੀਦੀਆਂ ਨੇ ਤਾਂ ਕਿ ਦਿਮਾਗ ਸ਼ੁਰੂ ਤੋਂ ਕ੍ਰੀਏਟਿਵ ਰਹੇ। ਪਰ ਜਿੱਥੇ ਦਿਮਾਗ ਦੇ ਵਿੱਚ ਸਾਰਾ ਦਿਨ ਬੰਦੂਕਾਂ ਵਾੜਨੀਆਂ ਨੇ, ਗੋਲੀ ਮਾਰੀ ਦੀਆਂ ਗੇਮਸ ਵਾੜਨੀਆਂ ਨੇ, ਇੱਦਾਂ ਦੀਆਂ ਫਿਲਮਾਂ ਆਉਂਦੀਆਂ ਨੇ, ਤਾਂ ਬੱਚਿਆਂ ਨੇ ਫਿਰ ਉਹੀ ਕੁਝ ਕਰਨਾ। ਕੱਚਾ ਦਿਮਾਗ ਹੈ। ਵੈਸੇ ਜਿਸ ਦੇਸ਼ ਵਿੱਚ ਨਾ ਕੁਝ ਚੀਜ਼ਾਂ ਜ਼ਿਆਦਾ ਬਣ, ਜਿਨ੍ਹਾਂ ਦੀ ਬਹੁਤਾਤ ਜ਼ਿਆਦਾ ਹੋਵੇ, ਜਿਨ੍ਹਾਂ ਦੀ ਕੁਆਂਟੀਟੀ ਜ਼ਿਆਦਾ ਹੋਵੇ, ਉਸ ਦੇਸ਼ ਵਿੱਚ ਫਿਰ ਲੋਕਾਂ ਦੇ ਹੱਥਾਂ ਵਿੱਚ ਚੀਜ਼ਾਂ ਆ ਜਾਂਦੀਆਂ। ਇਹ ਬਣਾ ਰਹੇ ਵੈਪਨ ਕੰਪਨੀਆਂ ਇਸ ਕਰਕੇ ਇਹਨਾਂ ਨੇ ਐਸਟੈਬਲਿਸ਼ ਕੀਤੀਆਂ ਕਿ ਬਾਹਰਲੇ ਦੇਸ਼ਾਂ ਨੂੰ ਅਸੀਂ ਵੇਚੀਏ, ਉਹਦੀ ਮਾਰਕੀਟ ਨਾਲ ਅਸੀਂ ਜਾ ਕੇ ਹਥਿਆਰ ਜਿਹੜੇ ਵੈਪਨ ਆ ਉਹ ਬਾਹਰ ਵੇਚੀਏ। ਉਹ ਜਦੋਂ ਬਾਹਰ ਵੇਚਣ ਦੀ ਬਜਾਏ ਕੁਝ ਚੀਜ਼ਾਂ ਤਾਂ ਰਹਿ ਜਾਂਦੀਆਂ ਜਿਹੜੀਆਂ ਸੇਲ ਨਹੀਂ ਹੁੰਦੀਆਂ, ਉਹ ਲੋਕ ਖਰੀਦ ਲੈਂਦੇ ਉੱਥੋਂ ਦੀ ਪਬਲਿਕ, ਉਹ ਮੁੜ ਕੇ ਉਹਦਾ ਦੁਰਉਪਯੋਗ ਕਰਦੀ ਹੈ। ਬਿਲਕੁਲ ਦੁਰਉਪਯੋਗ ਹੈ। ਸਦਉਪਯੋਗ ਤਾਂ ਹੁੰਦਾ ਹੀ ਨਹੀਂ ਇਹਨਾਂ ਦਾ। ਗਨ ਦਾ ਜਿਹੜਾ ਹੁੰਦਾ ਸਦਉਪਯੋਗ ਕਦੇ ਨਹੀਂ ਹੁੰਦਾ। ਫਿਰ ਤੁਸੀਂ ਉਹਨਾਂ ਦੀ ਲੰਗਰ ਲਾ ਦੋਗੇ, ਤੁਸੀਂ ਲੋਕਾਂ ਨੂੰ ਕਹੋਗੇ ਲਓ ਜੀ ਇਹਨਾਂ ਨੂੰ ਇਹਦੇ ਨਾਲ ਬੱਚੇ ਪੜ੍ਹਾ ਦਿਓ, ਇਹ ਕੋਈ ਪੈਨਸਲ ਪੈਨ ਜਾਂ ਕਿਤਾਬਾਂ ਤਾਂ ਹੈ ਨਹੀਂ, ਇਹਦਾ ਜਿਹੜਾ ਸਿੱਟਾ ਉਹ ਮਾੜਾ ਹੀ ਨਿਕਲੂਗਾ, ਬੰਦਾ ਮਾਰਨ ਦੇ ਕੰਮ ਹੀ ਆਉਂਦੀ ਹੈ। ਹਾਂ, ਇਹ ਜਾਂ ਉਹ ਨਹੀਂ ਹੈਗਾ ਵੀ ਕਬੂਤਰ ਮਾਰਨੇ ਦੇ ਨਾਲ। ਇਹ ਏਅਰ ਗਨਾਂ ਤਾਂ ਹੈ ਨਹੀਂ, ਇਹ ਤਾਂ ਗੰਨਾਂ ਨੇ ਵੱਡੀਆਂ ਜਿਹੜੀਆਂ 303 ਤੇ ਮੋਟਰ ਗਨਾਂ ਤੇ ਦੂਸਰੀਆਂ ਨੇ, ਇਹਦੇ ਨਾਲ ਤਾਂ ਬੰਦੇ ਹੀ ਮਾਰਨੇ ਨਾਲ। ਗੱਲ ਇਹ ਵੀ ਨਾਲ ਹੈ, ਮੈਂ ਇਸ ਗੱਲ ਦੇ ਨਾਲ ਸਮਾਪਨ ਕਰਦਾ ਇਸ ਸਬਜੈਕਟ ਦਾ, ਕਿ ਇਹ ਡਿਮਾਂਡ ਹੈ ਨਹੀਂ, ਇਹ ਡਿਮਾਂਡ ਪੈਦਾ ਕੀਤੀ ਜਾਂਦੀ ਹੈ। ਐਡਵਰਟਾਈਜ਼ਮੈਂਟ, ਪ੍ਰੋਪੇਗੈਂਡਾ, ਇਹ ਸ਼ੌਕ ਪੈਦਾ ਕਰਦੇ ਹੋ, ਇਹ ਉਹਨਾਂ ਦੇ ਅੰਦਰ ਡਿਮਾਂਡ ਪੈਦਾ ਕਰਦੇ ਹੋ, ਔਰ ਉਹ ਵੱਧ ਤੋਂ ਵੱਧ ਗਨਸ ਖਰੀਦਣ। ਰਿਜ਼ਲਟ ਭਾਵੇਂ ਕੁਝ ਵੀ ਹੋਵੇ, ਔਰ ਰਿਜ਼ਲਟਸ ਤਾਂ ਡਿਜ਼ਾਸਟਰਸ ਹੁੰਦੇ ਨੇ। ਅਸੀਂ ਦੇਖਦੇ ਹਾਂ ਸਕੂਲਾਂ ਦੇ ਅੰਦਰ ਗੋਲੀਆਂ, ਧਾਰਮਿਕ ਸਥਾਨਾਂ ਤੇ ਗੋਲੀਆਂ ਕਿੱਥੇ ਨਹੀਂ ਚੱਲਦੀਆਂ ਪਈਆਂ। ਸੋ ਇਹ ਚੀਜ਼ ਦੇਖਣੀ ਜ਼ਰੂਰੀ ਹੈ। ਹੁਣ ਆਪਾਂ
ਹਥਿਆਰਾਂ ਦੀ ਗੱਲ ਕਰਦੇ ਪਏ ਆ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗਏ ਨੇ ਅਮਰੀਕਾ, ਉੱਥੇ ਵੀ ਹਥਿਆਰਾਂ ਦੀ ਗੱਲ ਹੋਈ ਹੈ, ਖਾਸ ਕਰਕੇ ਡਰੋਨ ਖਰੀਦਣ ਦੀ ਗੱਲ ਹੋ ਰਹੀ ਹੈ। ਬਾਕੀ ਅਮਰੀਕਾ ਇੰਡੀਆ ਦੀ ਆਰਮੀ ਨੂੰ ਸਟਰੋਂਗ ਕਰਨ ਵਾਸਤੇ ਆਪਣੀ ਟੈਕਨੋਲੋਜੀ ਵੀ ਦੇਗਾ, ਸਟ੍ਰੈਟਜੀ ਵੀ ਦੇਗਾ। ਚੀਨ ਨੂੰ ਮੁੱਖ ਰੱਖ ਕੇ ਇਹ ਸਾਰੀ ਤਿਆਰੀ ਭਾਰਤ ਦੀ ਸੈਨਾ ਕਰਨਾ ਚਾਹੁੰਦੀ ਹੈ ਔਰ ਅਮਰੀਕਾ ਦੀ ਸਪੋਰਟ ਚਾਹੀਦੀ ਹੈ। ਸੋ ਇਹ ਸਭ ਗੱਲਾਂ ਸਾਹਮਣੇ ਆ ਰਹੀਆਂ ਨੇ ਔਰ ਕਈ ਤਾਂ ਜੋ ਕ੍ਰਿਟਿਸਾਈਜ਼ ਕਰਦੇ ਨੇ ਉਹ ਇੱਥੋਂ ਤਾਂ ਕਹਿੰਦੇ ਨੇ ਕਿ ਜੋ ਇਹ ਸਾਰਾ ਸਨਮਾਨ ਮਿਲ ਰਿਹਾ ਹੈ, ਇਹ ਸਾਰੀ ਪਾਰਟੀ ਡਿਨਰਸ ਹੋ ਰਹੇ ਨੇ, ਐਕਚੁਅਲੀ ਉਹ ਵਪਾਰੀ ਲੋਕ ਨੇ, ਉਹਨਾਂ ਨੇ ਆਪਣਾ ਵਪਾਰ ਚਮਕਾਉਣਾ ਹੈ, ਇਸ ਕਰਕੇ ਉਹ ਮਹਿਮਾਨ ਨਵਾਜ਼ੀ ਕਰ ਰਹੇ ਨੇ, ਇੱਜ਼ਤ ਅਫਜ਼ਾਈ ਕਰ ਰਹੇ ਨੇ। ਤਾਂ ਵੇਚਣਾ ਉਹਨਾਂ ਨੇ ਆਪਣਾ ਮਾਲ ਹੈ, ਇਹ ਸਭ ਉਤਲੀਆਂ ਗੱਲਾਂ ਨੇ, ਵਿੱਚੋਂ ਤਾਂ ਉਹਨਾਂ ਨੇ ਵਪਾਰ ਕਰਨਾ ਹੈ ਤੇ ਮੁਨਾਫਾ ਕਮਾਉਣਾ ਹੈ, ਹਥਿਆਰ ਵੇਚਣੇ ਨੇ। ਇਹ ਅਮਰੀਕਾ ਬਾਰੇ ਲੋਕ ਕਹਿ ਰਹੇ ਨੇ, ਇਹ ਕ੍ਰਿਟਿਸਿਜ਼ਮ ਹੋ ਰਿਹਾ ਇੰਡੀਆ ਦੇ ਵਿੱਚ। ਹਾਂ, ਇਹਨਾਂ ਦੀ ਅਮਰੀਕਾ ਫਿਰ ਜਿਹੜੀ ਹੈ ਲਗਾਤਾਰ ਵਿਜ਼ਿਟ ਹੁੰਦੀ ਰਹੀ ਹੈ ਅਮਰੀਕਾ ਦੇ ਵਿੱਚ। ਆਹ ਜਿਹੜੀ ਐਤਕਾਂ ਦੀ ਹੈ, ਇਹਨਾਂ ਨੇ ਕਿਹਾ ਕਿ ਮੇਰੀ ਇਹ ਯਾਤਰਾ ਇਤਿਹਾਸਕ ਯਾਤਰਾ, ਜਿੱਥੇ ਮੈਨੂੰ ਬੁਲਾਇਆ ਗਿਆ, ਪਰ ਉਹਦੇ ਵਿੱਚ ਸੌਦੇਬਾਜ਼ੀ ਦਾ ਜਿਹੜਾ ਤੁਸੀਂ ਗੱਲ ਕੀਤੀ, ਸੌਦੇਬਾਜ਼ੀ ਜ਼ਿਆਦਾ ਹੋ ਰਹੀ ਹੈ, ਜਿਸ 'ਚ ਡਰੋਨ ਖਰੀਦਣ ਦਾ ਮਾਮਲਾ ਇਹਦੇ ਵਿੱਚ ਹੈਗਾ, ਅਰਬਾਂ ਡਾਲਰ। ਹਾਂ, ਅਰਬਾਂ ਡਾਲਰ ਦਾ ਸੁਰੱਖਿਆ ਜਿਹੜਾ ਸਾਡਾ ਮੰਤਰੀ ਨੇ ਉਹਨਾਂ ਵੀ ਕਹਿਤਾ ਕਿ ਇਹਦਾ ਸੌਦਾ ਅਸੀਂ ਤੈਅ ਕਰ ਰਹੇ ਹਾਂ। ਫਿਰ ਉਹਦੇ ਵਿੱਚ ਬਾਕੀ ਜਿਹੜੀ ਹੈਗੀਆਂ ਜਿਹੜੀਆਂ ਲੜਾਈਆਂ, ਚਾਈਨਾ ਨੂੰ ਡੋਮੀਨੇਟ ਕਰਨ ਦੀ ਵੀ ਗੱਲ ਹੈਗੀ ਆ। ਉਹਨਾਂ ਨੇ ਕਹਿਤਾ ਕਿ ਜੇ ਪੰਜਾਬ ਦੇ ਨਾਲ ਲੱਗਦੇ ਬਾਕੀ ਸੂਬੇ ਤੇ ਹਿੰਦੁਸਤਾਨ ਪੂਰਾ ਹੀ ਜੇ ਸਾਡੇ ਵਾਲੇ ਪਾਸੇ ਨਾ ਆਇਆ, ਇੱਕ ਤਾਂ ਬਿਜ਼ਨਸ ਸਾਡਾ ਖਰਾਬ ਹੋ ਜਾਊਗਾ, ਦੂਜਾ ਜਿਹੜਾ ਹੈਗਾ ਸਾਡੇ ਨਾਲ ਲੱਗਦੀ ਚਾਈਨਾ ਨਾਲ ਜਿਹੜੀ ਖਹਿਬਾਜ਼ੀ ਆ, ਉਹਦੇ ਲਈ ਅਸੀਂ ਸਾਡੀ ਸਪੋਰਟ ਦੇਣ ਵਾਲਾ, ਸਾਡੇ ਮੋਢੇ 'ਤੇ ਹੱਥ ਰੱਖਣ ਵਾਲਾ ਇੰਡੀਆ ਹੈਗਾ। ਉਹਨਾਂ ਨੂੰ ਪਤਾ ਇਹਦੇ ਕੋਲ ਲੜਾਕੂ ਵੀ ਹੈਗੇ ਆ, ਇਹ ਲੋਕ ਦਲੇਰ ਵੀ ਹੈਗੇ ਆ, ਇਹ ਲੋਕ ਜਾਨ ਦੀ ਬਾਜੀ ਵੀ ਲਾ ਦਿੰਦੇ ਆ, ਕੁਰਬਾਨੀਆਂ ਵੀ ਦੇ ਦਿੰਦੇ ਆ। ਦੂਜੇ ਪਾਸੇ ਏਸ਼ੀਅਨ ਕੰਟਰੀ ਦੇ ਬਾਕੀ ਲੋਕ ਜਿਹੜੇ ਉੱਥੇ ਐਸਟੈਬਲਿਸ਼ ਲੋਕ ਨੇ, ਜਿਹੜੇ ਜਿਹਦੇ ਵਿੱਚ ਪੰਜਾਬ ਦੇ ਲੋਕ ਮੋਹਰਲੀ ਕਰਤਾਰ ਦੇ ਵਿੱਚ ਬੈਠੇ ਆ, ਬਾਹਰਲੇ ਸੂਬੇ ਕੇਰਲਾ ਦੇ ਲੋਕ ਨੇ ਔਰ ਮਦਰਾਸ ਦੇ ਲੋਕ ਨੇ, ਕਰਨਾਟਕਾ ਤੋਂ ਲੋਕ ਨੇ, ਪੜ੍ਹੇ ਲਿਖੇ ਲੋਕ ਉੱਥੇ ਬੈਠੇ ਆ, ਡਾਕਟਰ ਸਾਡੇ ਉੱਥੇ ਆ, ਵਕੀਲ ਸਾਡੇ ਉੱਥੇ ਆ, ਇੰਜੀਨੀਅਰ ਸਾਡੇ ਉੱਥੇ ਆ, ਸਾਡੇ ਦਰਸ਼ਕ ਜਿਹੜੇ ਸਾਡੇ NRI ਵੀਰ ਨੇ ਉਹਨਾਂ ਨੂੰ ਪਤਾ ਹੈਗਾ। ਔਰ ਉਹਨਾਂ ਨੇ ਇਹ ਕਿਹਾ ਕਿ ਹਜੂਮ ਤਾਂ ਇਹਨਾਂ ਦਾ ਇੱਥੇ ਬੈਠਾ, ਜਿਹਦਾ ਵੀ ਲੋਕ ਜ਼ਿਆਦਾ ਹੈਗੇ ਆ, ਔਰ ਉਹਨਾਂ ਦੇ ਪ੍ਰਧਾਨ ਮੰਤਰੀ ਨੂੰ ਕਿਉਂ ਨਾ ਬੁਲਾਈਏ ਤਾਂ ਕਿ ਲੋਕ ਜਿਹੜੇ ਆ ਥੋੜ੍ਹਾ ਜਿਹਾ ਝੁਕਾਅ ਰੱਖਣਗੇ ਸਾਡੇ ਨਾਲ। ਇਲੈਕਸ਼ਨ ਦਾ ਮੁੱਦਾ ਪਹਿਲੇ ਨੰਬਰ 'ਤੇ ਹੈਗਾ, ਇਲੈਕਸ਼ਨ ਵੀ ਹੈਗੀ ਆ, ਬਾਈਡਨ ਸਾਹਿਬ ਹੋ ਸਕਦਾ ਕਿ ਇਸ ਪਾਸੇ ਆ ਜਾਣ, ਨਹੀਂ ਤਾਂ ਉਹਨਾਂ ਦੀ ਪਾਰਟੀ ਤਾਂ ਅੱਗੇ ਆਉਣੀ ਆ, ਡੈਮੋਕ੍ਰੇਟਿਕ ਪਾਰਟੀ ਤਾਂ ਹੋਊਗੀ। ਔਰ ਦੂਜੇ ਪਾਸੇ ਉਹਨਾਂ ਨੇ ਟਰੰਪ ਨੂੰ ਢਾਹ ਲਾਉਣ ਲਈ ਵੀ ਇਹ ਗੱਲ ਕੀਤੀ ਹੈ ਕਿ ਜਿਹੜੀ ਏਸ਼ੀਅਨ ਵੋਟ ਹੈਗੀ ਆ, ਉਹ ਜੇ ਮੋਦੀ ਸਾਹਿਬ ਆ ਗਏ ਤਾਂ ਇਹਨਾਂ ਨੇ ਖਿੱਚ ਖਿਚਾ ਕੇ ਲੈ ਆਉਣੀ ਆ। ਤੀਜੀ ਗੱਲ, ਮੋਦੀ ਸਾਹਿਬ ਦੀ ਆਪਣਾ ਸੈਲਫ ਇੰਟਰਸਟ ਵੀ ਹੈਗਾ ਸੀ, ਇਲੈਕਸ਼ਨ ਆ ਰਹੀ, ਉਹਨਾਂ ਨੂੰ ਪਤਾ ਜਿਹੜੇ NRI ਵੀਰ ਉੱਥੇ ਬੈਠੇ ਨੇ ਉਹ ਆਪਣੇ ਘਰਦਿਆਂ ਨੂੰ ਕਹਿਣਗੇ NRI ਵੋਟ ਵੀ ਹੈਗੀ ਆ, ਉੱਥੋਂ ਵੀ ਪਾ ਸਕਦੇ ਆ। ਔਰ ਉਹ ਗੱਲ ਨੂੰ ਇਹਨਾਂ ਨੇ ਉਹ ਇੱਕ ਬਹੁਤ ਵੱਡਾ ਮਨਸ਼ਾ ਬਣਾ ਕੇ ਉੱਥੇ ਪਹੁੰਚੇ ਆ। ਔਰ ਉਹਦੇ ਵਿੱਚ ਬਾਕੀ ਤਾਂ ਰਹਿ ਗਈ, ਬਾਕੀ ਤਾਂ ਲੋਕ ਵਿਖਾਵਾ ਹੋਣੀ ਹੈ, ਬਿਜ਼ਨਸ ਦੀ ਗੱਲ ਹੋਣੀ ਹੈ, ਜਿਹੜੀ ਸੁਰੱਖਿਆ ਜਿਹੜੀ ਹੈਗੀ ਸਰਹੱਦਾਂ ਦੀ ਉਹਦੀ ਗੱਲ ਹੋਣੀ ਆ, ਚਾਈਨਾ ਦੇ ਇਲੈਕਟ੍ਰੋਨਿਕ ਸਮਾਨ ਦੀ ਗੱਲ ਕਰਨਗੇ, ਲੋਕ ਵਿਖਾਵਾ, ਅੰਦਰੂਨੀ ਗੱਲਾਂ ਹੋਰ ਤੇ ਬਾਹਰਲੀਆਂ ਹੋਰ। ਉਹ ਜਿਹੜਾ ਮੂੰਹ 'ਤੇ ਲਿਖਿਆ ਕੁਝ ਹੋਰ ਹੁੰਦਾ, ਦਿਲ ਦੇ ਵਿੱਚ ਕੁਝ ਹੋਰ ਹੁੰਦਾ। ਰਾਜਨੀਤੀ ਹੈ, ਇਹ ਪੋਲੀਟਿਕਸ ਹੈ, ਇਹਦੇ ਵਿੱਚ ਕਹਿਣਾ ਤੇ ਕਰਨ ਦੇ ਵਿੱਚ ਬੜਾ ਵੱਡਾ ਫਰਕ ਹੁੰਦਾ। ਇਹ ਹੁਣ ਸਾਡੇ ਆਲੋਚਕ ਵੀ ਕਹਿ ਰਿਹਾ, ਸਾਡੇ ਬਾਕੀ ਮੀਡੀਆ ਦੇ ਪ੍ਰਧਾਨ ਲੋਕ ਵੀ ਕਹਿ ਰਿਹਾ, ਇਲੈਕਟ੍ਰੋਨਿਕਸ ਮੀਡੀਆ ਨੇ ਵੀ ਕਿਹਾ, ਤੇ ਜਿਹੜੀ ਸਾਡਾ ਬਾਕੀ ਪਬਲਿਕ ਆ ਉਹਨਾਂ ਵੱਲੋਂ ਵੀ ਇਹ ਵਿਊ ਆ ਰਿਹਾ। ਸੋਸ਼ਲ ਮੀਡੀਆ 'ਤੇ ਵੀ ਗੱਲ ਆ ਰਹੀ ਹੈ ਕਿ ਮੋਦੀ ਸਾਹਿਬ ਆਪਣੇ ਨਿੱਜੀ ਸਮਝੌਤੇ ਲਈ ਗਏ ਆ, ਨਾ ਕਿ ਦੇਸ਼ ਲਈ। ਲੋਕਾਂ ਦੇ ਵੱਲੋਂ ਗੱਲ ਗਈ ਹੈ ਔਰ ਪਾ ਲਾ ਕੇ ਕੁਝ ਗੱਲਾਂ ਤਾਂ ਉਹਨੇ ਸਾਂਝੇ ਤੌਰ 'ਤੇ ਕੀਤੀਆਂ, ਉਹਨਾਂ ਨੇ ਬਹੁਤ ਵੱਡੀਆਂ ਗੱਲਾਂ ਕੀਤੀਆਂ ਲੋਕਾਂ ਦੇ ਭਲੇ ਲਈ ਜਾਂ ਲੋਕਾਂ ਦੇ ਲਈ। ਇਲੈਕਸ਼ਨ ਆਈ, ਉਹਨਾਂ ਨੂੰ ਪਤਾ ਵੀ ਮੈਂ ਵੀ ਸਹੂਲਤਾਂ ਦੇਣੀਆਂ, ਇਹਨਾਂ ਨੇ ਵੀ ਸਹੂਲਤਾਂ ਦੇਣੀਆਂ, ਕਿਉਂਕਿ ਮਨਸ਼ਾ ਇੱਕ ਦੋਵਾਂ ਦੀ। ਬਾਈਡਨ ਸਾਹਿਬ ਵੀ ਝੁਕਾਅ ਉਹਨਾਂ ਦਾ ਹੈਗਾ, ਇਲੈਕਸ਼ਨ ਵਾਲੇ ਇਹਨਾਂ ਦਾ ਝੁਕਾਅ ਵੀ ਹੈਗਾ। ਹੁਣ ਉਹਨਾਂ ਨੂੰ ਲੋਕ ਸਹੂਲਤਾਂ ਦਾ ਤੇ ਲੋਕਾਂ ਦੀਆਂ ਜਿਹੜੀਆਂ ਬਾਕੀ ਤਰੁੱਟੀਆਂ ਦਾ ਤਾਂ ਲੋਕਾਂ ਨੂੰ ਨੁਕਸਾਨ ਤੋਂ ਬਚਾਉਣ ਲਈ ਨਹੀਂ ਹੈਗਾ, ਉਹਨਾਂ ਨੂੰ ਆਪਣਾ ਪਾਸਾ ਅੱਗੇ ਲਿਆਉਣ ਦੀ ਗੱਲ ਹੈਗੀ। ਇਹ ਗੱਲ ਲੋਕਾਂ ਦੇ ਮਨ ਵਿੱਚ ਹੈਗੀ, ਲੋਕ ਸਮਝਦਾਰ ਨੇ, ਸਮਝਦੇ ਇਸ ਗੱਲ ਨੂੰ। ਇੱਕ ਉੱਥੇ ਇੰਪੋਰਟੈਂਟ ਗੱਲ ਇਹ ਵੀ ਹੋਈ ਹੈ ਕਿ ਪ੍ਰੈਸ ਕਾਨਫਰੰਸ ਨੂੰ ਐਡਰੈਸ ਕੀਤਾ ਮੋਦੀ ਸਾਹਿਬ ਨੇ, ਕਿਉਂਕਿ ਕਿਹਾ ਜਾ ਰਿਹਾ ਕਿ ਜੋ ਸਾਰੇ ਮੈਂਬਰ ਸੀਗੇ ਉੱਥੋਂ ਅਮਰੀਕਾ ਦੀ ਕਾਂਗਰਸ ਦੇ, ਉਹ ਹਮੇਸ਼ਾ ਬਾਈਡਨ ਸਾਹਿਬ ਨੂੰ ਕਹਿ ਰਹੇ ਸੀ ਕਿ ਮੋਦੀ ਸਾਹਿਬ ਨੂੰ ਸਵਾਲ ਪੁੱਛੇ ਜਾਣ। ਤਾਂ ਫਿਰ ਉੱਥੋਂ ਦੇ ਜੋ ਨਾਮੀ ਕਰਾਮੀ ਨਿਊਜ਼ਪੇਪਰਸ ਨੇ, ਨਾਮੀ ਕਰਾਮੀ ਜੋ ਪੱਤਰਕਾਰ ਨੇ, ਉਹਨਾਂ ਨੇ ਸਵਾਲ ਪੁੱਛੇ ਨੇ। ਵਾਲ ਸਟਰੀਟ ਜਰਨਲ ਦਾ ਤੇ ਖਾਸ ਤੌਰ 'ਤੇ ਜ਼ਿਕਰ ਆਉਂਦਾ ਪਿਆ, ਔਰ ਨਾਲ ਜ਼ਿਕਰ ਆਉਂਦਾ ਪਿਆ ਬਰਾਕ ਓਬਾਮਾ ਜੀ ਦੀ ਸਟੇਟਮੈਂਟ ਦਾ ਕਿ ਜੋ ਮਾਈਨੋਰਿਟੀਜ਼ ਦੇ ਹੱਕ ਨੇ ਭਾਰਤ ਦੇ ਵਿੱਚ, ਉਹਨਾਂ ਦੀ ਰੱਖਿਆ ਕਿਵੇਂ ਕੀਤੀ ਜਾਵੇ, ਔਰ ਉਹਦੇ ਬਾਰੇ ਗਵਰਨਮੈਂਟ ਆਫ ਇੰਡੀਆ ਕੀ ਸਟੈਪ ਲੈਣ ਜਾ ਰਹੀ ਹੈ। ਇਹ ਬਰਾਕ ਓਬਾਮਾ ਦੀ ਦਾ ਜੋ ਸਟੇਟਮੈਂਟ ਹੈ ਪੂਰੇ ਵਰਲਡ ਦੇ ਵਿੱਚ ਵਾਇਰਲ ਹੋ ਰਹੀ ਹੈ ਇੰਡੀਆ ਦੇ ਕੰਟੈਕਸਟ ਦੇ ਵਿੱਚ, ਔਰ ਇਸ ਗੱਲ ਦੇ ਉੱਤੇ ਵੀ ਚਰਚਾ ਹੈ ਭਾਰਤੀ ਮੀਡੀਆ ਦੇ ਵਿੱਚ। ਔਰ ਫਸਟ ਟਾਈਮ ਜੋ ਕਿਹਾ ਜਾ ਰਿਹਾ ਕਿ ਮੋਦੀ ਸਾਹਿਬ ਨੇ ਪ੍ਰੈਸ ਕਾਨਫਰੰਸ ਨੂੰ ਐਡਰੈਸ ਕੀਤਾ ਭਾਰਤ ਦੇ ਵਿੱਚ, ਤੇ ਹਜੇ ਤੱਕ ਪਿਛਲੇ 9 ਸਾਲਾਂ 'ਚ ਸ਼ਾਇਦ ਹੀ ਕੋਈ ਪ੍ਰੈਸ ਕਾਨਫਰੰਸ ਹੋਈ ਹੋਵੇ। ਇੱਕ ਅੱਧੀ ਵੀਡੀਓ ਮਿਲਦੀ ਹੈ ਜਿਹਦੇ ਵਿੱਚ ਅਮਿਤ ਸ਼ਾਹ ਜੋ ਗ੍ਰਹਿ ਮੰਤਰੀ ਨੇ ਸਾਡੇ, ਉਹੀ ਸਵਾਲਾਂ ਦੇ ਜਵਾਬ ਦੇ ਰਹੇ ਨੇ, ਔਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਬੈਠੇ ਹੋਏ ਨੇ। ਸੋ ਇਹ ਸਭ ਮਾਹੌਲ ਵੀ ਸਾਹਮਣੇ ਆ ਰਿਹਾ ਔਰ ਇਹਦੀ ਵੀ ਚਰਚਾ ਛਿੜੀ ਹੋਈ ਹੈ ਕਿ ਭਾਰਤ ਦੇ ਵਿੱਚ ਪ੍ਰੈਸ ਕਾਨਫਰੰਸ ਕਿਉਂ ਨਹੀਂ ਹੋ ਰਹੀ। ਉਹੀ ਗੱਲ ਵੈਸੇ ਅਸਲ 'ਚ ਜਿਹੜੇ ਪ੍ਰੈਜ਼ੀਡੈਂਟ ਰਹਿ ਚੁੱਕੇ ਨੇ ਬਰਾਕ ਓਬਾਮਾ ਜੀ ਦੀ ਤੁਸੀਂ ਗੱਲ ਕੀਤੀ ਹੈ, ਇਹ ਪਹਿਲੇ ਬਲੈਕਿਸ਼ ਕਾਲੇ ਪ੍ਰੈਜ਼ੀਡੈਂਟ ਆਫ ਅਮਰੀਕਾ ਸੀਗੇ ਔਰ ਇਹਨਾਂ ਨੇ 2 ਟਰਮਸ ਦੇ ਵਿੱਚ ਬਹੁਤ ਕੁਝ ਕਰ ਦਿੱਤਾ। ਇਹਨਾਂ ਨੇ ਆਪਣੇ ਮੈਨੀਫੈਸਟੋ ਵਿੱਚ ਕਿਹਾ ਸੀ ਕਿ ਜਿੰਨੇ ਭ੍ਰਿਸ਼ਟਾਚਾਰ ਵਧਾਇਆ, ਜਿੰਨੇ ਵੀ ਉਹ ਆਗੂ ਨੇਤਾ ਨੇ, ਮੈਂ ਉਹਨਾਂ ਦਾ ਤਾਂ ਕਰੂੰਗਾ ਸਫਾਇਆ ਪਹਿਲੇ ਨੰਬਰ ਤੇ, ਔਰ ਜਿਹਦੇ ਵਿੱਚ ਕਰਪਸ਼ਨ ਦੀ ਗੱਲ ਰਹਿ ਗਈ ਉਹਦੇ ਤਹਿਤ ਤਾਂ ਮੈਨੂੰ ਪਤਾ ਹੈਗਾ ਮੈਂ ਸਾਰਾ ਕੁਝ ਕਰਨਾ। ਬਾਕਾਇਦਾ ਤੌਰ ਤੇ ਜਦੋਂ ਇਹਨਾਂ ਟੇਕ ਓਵਰ ਕੀਤਾ ਐਜ਼ ਪ੍ਰੈਜ਼ੀਡੈਂਟ ਆਫ USA, ਇਹਨਾਂ ਨੇ ਉਹ ਕੰਮ ਸਾਰਾ ਕੁਝ ਕੀਤਾ। ਇਹਨਾਂ ਦੇ ਵੱਲ USA ਦੇ ਸਾਰੇ ਯੂਥ ਸਾਰੇ ਇਹਨਾਂ ਵੱਲ ਵੱਧ ਗਏ ਔਰ ਜਦੋਂ ਸੈਕੰਡ ਟਰਮ 'ਚ ਉਹਨਾਂ ਨੇ ਕਿਹਾ ਵੀ ਬਰਾਕ ਓਬਾਮਾ ਨੇ ਬਹੁਤ ਵੱਡਾ ਰਿਜ਼ਲਟ ਦਿੱਤਾ, ਬਹੁਤ ਲੋਕਾਂ ਦਾ ਕੰਮ ਕੀਤਾ ਜੋ ਸੈਕੂਲਰਿਜ਼ਮ ਨੂੰ ਵਧਾਵਾ ਦਿੱਤਾ, ਕਿਉਂਕਿ ਆਪ ਬਲੈਕ ਸੀਗੇ, ਇਹਨਾਂ ਨੂੰ ਪਤਾ ਵੀ ਜਿਹੜੇ ਇਹਦੇ ਵਿੱਚ ਸਾਰੇ ਲੋਕਾਂ ਨੂੰ ਇਕੱਠੇ ਤੌਰ ਤੇ ਲੈ ਕੇ ਤੁਰਨਾ ਚਾਹੀਦਾ ਹੈ, ਨਾ ਕਿ ਇੱਕ ਕਮਿਊਨਿਟੀ ਨੂੰ। ਔਰ ਇਹਨਾਂ ਨੇ ਕੀਤਾ ਕਿ ਸਾਰਾ ਕੁਝ ਲੋਕਾਂ ਨੂੰ ਯੂਨਾਈਟ ਕਰ ਦਿੱਤਾ ਤੇ ਯੂਥ ਇਹਨਾਂ ਵੱਲ ਹੋ ਗਿਆ। ਸੈਕੰਡ ਟਰਮ ਫਿਰ ਜਿੱਤ ਗਏ ਔਰ ਉਸ ਤੋਂ ਬਾਅਦ ਇਬਰਾਹਿਮ ਲਿੰਕਨ ਵੀ ਇਸੇ ਏਰੀਆ ਤੋਂ ਸੀਗੇ, ਇਹਨਾਂ ਦੇ ਨਾਲ ਦੇ ਸੀਗੇ, ਉਹ ਵੀ ਬਲੈਕ ਸੀਗੇ। ਉਹਨਾਂ ਨੇ ਵੀ ਪਹਿਲੇ ਤੌਰ ਤੇ ਜਦੋਂ ਪ੍ਰੈਜ਼ੀਡੈਂਟ ਆਫ USA ਕੰਮ ਕੀਤਾ, ਉਹਨਾਂ ਦਾ ਵੀ ਕੰਮ ਜਿਹੜਾ ਹੈਗਾ ਨਾ ਭੁੱਲਣਯੋਗ ਆ USA ਦੇ ਲੋਕਾਂ ਲਈ। ਔਰ ਅੱਜ ਵੀ ਜਿਹੜੇ ਲੋਕ ਬਰਾਕ ਓਬਾਮਾ ਨੂੰ ਯਾਦ ਕਰ ਰਹੇ, ਨਾ ਕੇਵਲ ਅਮਰੀਕਾ 'ਚ ਨਹੀਂ, ਇੰਡੀਆ ਦੇ ਲੋਕ ਵੀ। ਔਰ ਉਹਦੇ ਵਿੱਚ ਜੋ ਉਹਨਾਂ ਦੀ ਪਾਲਿਸੀ ਸੀ, ਜੋ ਕੁਛ ਹੈਗਾ, ਬੜੇ ਜਿਹਨੂੰ ਕਹਿੰਦੇ ਭਲੇ ਮਾਨ ਸੀਗੇ। ਜਿਸ ਤਰ੍ਹਾਂ ਦੇ ਸਾਡੇ ਡਾਕਟਰ ਮਨਮੋਹਨ ਸਿੰਘ ਔਰ ਇਹਨਾਂ ਦੋਵਾਂ ਦੀ ਆਪਸੀ ਬਹੁਤ ਬਣਦੀ ਸੀ। ਜਿਸ ਤਰ੍ਹਾਂ ਹੁਣ ਨਰਿੰਦਰ ਮੋਦੀ ਸਾਹਿਬ ਤੇ ਨਾਲ ਉੱਥੋਂ ਦੇ ਬਾਈਡਨ ਸਾਹਿਬ ਨੇ, ਜੋ ਬਾਈਡਨ, ਉਹਨਾਂ ਦੀ ਬਣ ਰਹੀ ਹੈ, ਇਸੇ ਤਰ੍ਹਾਂ ਇਹਨਾਂ ਦੀ ਆਪਸੀ ਬਹੁਤ ਤਾਲਮੇਲ ਸੀਗਾ ਉਸ ਜ਼ਮਾਨੇ 'ਚ। ਔਰ ਡਾਕਟਰ ਮਨਮੋਹਨ ਸਿੰਘ ਖਾਸ ਤੌਰ ਤੇ ਜਾਂਦੇ ਸੀ, ਪਰ ਉਹਨਾਂ ਦਾ ਵੈਲਕਮ ਜਿਹੜੀ ਹੁੰਦੀ ਸੀਗੀ ਏਅਰਪੋਰਟ ਤੇ, ਗਾਰਡ ਆਫ ਆਨਰ, ਬੜਾ ਕੁਝ ਹੁੰਦਾ। ਇਹਨਾਂ ਨੂੰ 4 ਬੰਦੇ ਲੈਣ ਆਏ, ਤੁਸੀਂ ਵੀਡੀਓ ਦੇਖੋ। ਪ੍ਰਧਾਨ ਮੰਤਰੀ ਜਦੋਂ ਉੱਥੋਂ ਇਹਨਾਂ ਦਾ ਲੈਂਡ ਕੀਤਾ, ਜਹਾਜ਼ ਆਏ ਆ, ਇਹਨਾਂ ਨੂੰ 2-4 ਅਧਿਕਾਰੀ ਲੈਣ ਆਏ ਆ, ਬਸ ਕੋਈ ਨਹੀਂ ਉਹ ਹੈਗਾ। ਉਦੋਂ ਬਾਅਦ ਅੱਗੇ ਫਿਰ ਕੀ ਹੈ, ਸੰਬੋਧਨ ਤੋਂ ਉਹਨਾਂ ਤਦ ਕਰਾਤਾ ਕਿ ਇਹਦੇ ਵਿੱਚ ਤਾਂ ਵੀ ਵੋਟ ਬੈਂਕ ਹੈਗਾ, ਲੋਕਾਂ ਦਾ ਗੱਲ ਤਾਂ ਕਰੀਏ, ਨੇੜੇ ਤੇ ਇਹਨਾਂ ਨੂੰ ਲਿਆਈਏ ਸਾਰਾ ਕੁਝ। ਜੋ ਡਾਕਟਰ ਮਨਮੋਹਨ ਸਿੰਘ ਉੱਥੇ ਬੋਲ ਜਾਂਦੇ, ਜੋ ਉਹਨਾਂ ਨੂੰ ਵੈਲਕਮ ਹੋਇਆ, ਜਾਂ ਜਿੰਨੇ ਸਾਡੇ ਪ੍ਰਧਾਨ ਮੰਤਰੀ ਰਹੇ, ਉਹਨਾਂ ਦਾ ਵੈਲਕਮ ਜੋ ਦਿਲ ਤੋਂ ਜ਼ਿਆਦਾ ਕੀਤਾ, ਜੋ ਸਤਿਕਾਰ ਅਮਰੀਕਾ ਨੇ ਕੀਤਾ, ਇਹਨਾਂ ਦਾ ਉਸ ਤਰੀਕੇ ਦਾ, ਉਸ ਲੈਵਲ ਦਾ ਨਹੀਂ ਹੋਇਆ। ਇਹ ਗੱਲ ਹੈ। ਸੋ ਕਈ ਗੱਲਾਂ ਨੇ ਜਿਨ੍ਹਾਂ ਦੇ ਉੱਤੇ ਬਹਿਸ ਛਿੜੀ ਹੋਈ ਹੈ, ਦੋਵੇਂ ਪੱਖ ਰੱਖੇ ਜਾ ਰਹੇ ਨੇ, ਪੋਜ਼ਿਟਿਵ ਵੀ ਨੈਗੇਟਿਵ ਵੀ। ਦੋਵਾਂ ਪੱਖਾਂ ਦੇ ਵਿੱਚੋਂ ਹੁਣ ਕੀ ਪੜਤਾਲ ਨਿਕਲਦੀ ਹੈ, ਦੇਖੋ ਕੀ ਚੀਜ਼ ਸਾਹਮਣੇ ਆਉਂਦੀ ਹੈ। ਤੇ ਹੁਣ ਮਿਸਰ ਦੇ ਦੌਰੇ ਤੇ ਗਏ ਹੋਏ ਨੇ, ਉੱਥੇ ਸਰਵੋੱਚ ਉਹਨਾਂ ਨੂੰ ਸਨਮਾਨ ਦਿੱਤਾ ਜਾ ਰਿਹਾ ਹੈ, ਰਾਸ਼ਟਰਪਤੀ ਸਾਹਿਬ ਨਾਲ ਮੁਲਾਕਾਤ ਵੀ ਹੋਈ ਹੈ। ਸੋ ਇੱਕ ਕੁੱਲ ਮਿਲਾ ਕੇ ਕਿਹਾ ਜਾ ਰਿਹਾ ਕਿ ਮਿਸਰ ਦੇ ਦੌਰੇ ਵਿੱਚੋਂ ਕੋਈ ਨਾ ਕੋਈ ਐਸਾ ਨੁਕਤਾ ਨਿਕਲਣਾ ਹੈ ਜਿਹਦੇ ਨਾਲ ਭਾਰਤ ਨੂੰ ਤੇ ਮਿਸਰ ਦੋਵਾਂ ਨੂੰ ਫਾਇਦਾ ਜ਼ਰੂਰ ਹੋਣਾ ਹੈ। ਇਹ ਹੁਣੇ ਇਹਨਾਂ ਨੇ ਜਦੋਂ ਉੱਥੇ ਲੈਂਡ ਕੀਤਾ, ਉੱਥੇ ਤੇ ਇਹਨਾਂ ਨੂੰ ਗਾਰਡ ਆਫ ਆਨਰ ਮਿਲਿਆ ਮਿਸਰ ਦੇ ਵਿੱਚ, ਔਰ ਪ੍ਰੈਜ਼ੀਡੈਂਟ ਨੇ ਵੀ ਇਹਨਾਂ ਨੂੰ ਬੁਲਾਇਆ, ਦਾਵਤ ਦਿੱਤੀ ਆ, ਡਿਨਰ ਵੀ ਦਿੱਤਾ। ਔਰ ਜਿਹੜਾ ਮਿਸਰ ਦਾ ਸਰਵਉੱਚ ਸਨਮਾਨ ਆ, ਉਹ ਉਹਨਾਂ ਨੇ ਆਰਡਰ ਆਫ ਦਾ ਨਾਇਲ ਉਹ ਦਿੱਤਾ ਉਹਨਾਂ ਨੂੰ। ਉਹ ਸਾਰਿਆਂ ਨੂੰ ਨਹੀਂ ਦਿੱਤਾ ਜਾਂਦਾ, ਉਹ ਇਹਨਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨ ਕਰਕੇ ਔਰ ਉਹਦੇ ਵਿੱਚ ਇੰਡੀਆ ਦਾ ਮਾਣ ਸਤਿਕਾਰ ਕੀਤਾ। ਔਰ ਇਹਦੇ ਵਿੱਚ ਪਤਾ ਉਹਨਾਂ ਨੂੰ ਲੱਗਾ ਵੀ ਹਿੰਦੁਸਤਾਨ ਵੀ ਬੜੇ ਪੁਰਾਣੇ ਕਲਚਰ ਨਾਲ ਸੰਬੰਧਿਤ ਆ, ਇੱਥੋਂ ਦੀ ਸਿਵਲਾਈਜੇਸ਼ਨ ਈਰਾਨ ਦੇ ਨਾਲ ਔਰ ਪੁਰਾਣੇ ਜਿਹੜੇ ਅਰਬ ਕੰਟਰੀ ਨੇ ਉਹਨਾਂ ਨਾਲ ਹੈ। ਮਿਸਰ ਤਾਂ ਬਹੁਤ ਪੁਰਾਣਾ, ਮਿਸਰ ਦੇ ਜਿਹੜੀ ਕਲਚਰ ਆ ਬਹੁਤ ਉਸ ਸਮੇਂ ਦਾ ਹੈਗਾ, ਜਦੋਂ ਬਹੁਤ ਦੁਨੀਆ ਜੇ ਚੱਲਣਾ ਤਾਂ ਦੁਨੀਆ ਸ਼ੁਰੂ ਹੀ ਹੋਈ ਸੀ ਉਸ ਸਮੇਂ ਦੀਆਂ। ਉੱਥੋਂ ਦੇ ਸਮਾਰਕ ਦੱਸ ਰਹੇ ਆ, ਉੱਥੋਂ ਦੀ ਸਾਰੀਆਂ ਜਿਹੜੀਆਂ ਉੱਥੋਂ ਦੀਆਂ ਖੋਜਾਂ ਨੇ ਉੱਥੋਂ ਹੋਈਆਂ ਮਿਸਰ 'ਤੇ। ਔਰ ਪ੍ਰਧਾਨ ਮੰਤਰੀ ਪਹੁੰਚੇ ਨੇ ਉੱਥੇ, ਔਰ ਉੱਥੋਂ ਦੀ ਰੀਤੀ ਰਿਵਾਜ, ਉੱਥੋਂ ਦੀ ਕਸਟਮਸ ਦੇਖਣੀ ਵਾਲੀਆਂ ਹੁੰਦੀਆਂ ਕੀ ਕੁਛ ਹੈਗਾ। ਇਹਨਾਂ ਨੂੰ ਵੈਲਕਮ ਲਈ ਉਹਨਾਂ ਨੇ ਬੜਾ ਕੁਝ ਕੀਤਾ, ਗਾਣੇ ਲਾਏ ਉਹਨਾਂ ਨੇ, ਔਰ ਸ਼ੋਲੇ ਦੇ ਗਾਣਾ ਲਾ ਕੇ ਉੱਥੇ ਏਅਰਪੋਰਟ 'ਤੇ ਇਹਨਾਂ ਨੂੰ ਵੈਲਕਮ ਕੀਤਾ। ਔਰ ਅੱਜ ਉਹ ਉੱਥੋਂ ਸ਼ਾਇਦ ਰਵਾਨਾ ਹੋ ਕੇ ਇੰਡੀਆ ਆ ਰਹੇ ਆ, ਪਰ ਇਹਨਾਂ ਨਾਲ ਉੱਥੇ ਉਹਨਾਂ ਨੇ ਬੜੇ ਵੱਡੇ ਸਮਝੌਤੇ ਕੀਤੇ ਆ। ਇਹਦੇ ਲਈ ਜਿਹੜੇ ਸਾਡੇ ਪੱਤਰਕਾਰ ਨੇ, ਜਰਨਲਿਸਟ ਨੇ, ਮੀਡੀਆ, ਉਹ ਬੜਾ ਪੋਜ਼ੀਟਿਵਲੀ ਗੱਲ ਕੀਤੀ ਉਹਨਾਂ ਨੇ ਕਿ ਜੋ ਮਿਸਰ ਦੇ ਵਿੱਚ ਉਹਨਾਂ ਨੂੰ ਆਓ ਭਗਤ ਹੋਈ ਆ, ਕਿਤੇ ਵੀ ਨਹੀਂ ਹੋਈ, ਅਮਰੀਕਾ 'ਚ ਉਹ ਨਹੀਂ ਗੱਲ ਬਣੀ ਜੋ ਸਟੇਟਸ ਇਹਨਾਂ ਨੇ ਦਿੱਤਾ ਇਹਦੇ ਵਿੱਚ। ਕਿਉਂਕਿ ਲੋਕ ਜਿਹੜੇ ਆ, ਪਬਲਿਕ ਲੋਕ ਆ, ਉਹਨਾਂ ਨੂੰ ਹੁੰਦਾ ਕਿ ਜੇ ਪ੍ਰਧਾਨ ਮੰਤਰੀ ਨੂੰ ਵਧੀਆ ਵੈਲਕਮ ਕੀਤਾ, ਸਤਿਕਾਰ ਕੀਤਾ, ਇੱਜ਼ਤ ਕੀਤੀ, ਮਾਣ ਵਧਾਇਆ, ਉਹ ਸਾਰੇ ਦੇਸ਼ ਦਾ ਹੁੰਦਾ, ਇੰਡੀਆ ਦਾ ਉਹਦੇ ਨਾਲ ਹੁੰਦਾ, ਕਿਉਂਕਿ ਉਹ ਰਿਪਰੈਜ਼ੈਂਟ ਕਰ ਰਿਹਾ ਇੰਡੀਆ ਨੂੰ, ਪੂਰੇ ਭਾਰਤ, ਸਾਰੇ ਭਾਰਤ ਨੂੰ। ਇਸ ਕਰਕੇ ਕਿਉਂ ਉਹ ਵੀ ਮਿਸਰ ਵੀ ਬਹੁਤ ਵੱਡਾ ਦੇਸ਼ ਹੈ, ਉਹਦੇ ਵਿੱਚ ਲੋਕਾਂ ਦੀ ਜਿਹੜੀ ਆਓ ਭਗਤ ਬੜੀ ਵੱਡੀ ਹੈ। ਨੋ ਡਾਊਟ ਨਰਿੰਦਰ ਮੋਦੀ ਜੀ ਦੇ ਵੇਲੇ ਸਾਡੀ ਜੋ ਫੋਰਨ ਪਾਲਿਸੀ ਹੈ ਉਹ ਖੁੱਲ ਕੇ ਸਾਹਮਣੇ ਆਈ ਹੈ, ਔਰ ਜੋ ਸਾਡੀ ਵਿਦੇਸ਼ਾਂ 'ਚ ਸਾਖ ਹੈ ਉਹ ਬਹੁਤ ਵਧੀਆ ਬਣੀ ਹੈ, ਨੋ ਡਾਊਟ ਅਬਾਊਟ ਇਟ। ਕਿਉਂਕਿ ਘੁੰਮੇ ਵੀ ਬਹੁਤ ਜੋ ਇਹਨਾਂ ਨੇ ਬਣਾਇਆ ਹੈ ਭਾਰਤ ਦਾ ਇਮੇਜ, ਔਰ ਕ੍ਰਿਟਿਸਿਜ਼ਮ ਵੀ ਹੁੰਦਾ ਪਿਆ ਹੈ, ਉਹਦਾ ਜਵਾਬ ਦੇਣਾ ਵੀ ਬਣਦਾ ਹੈ, ਉਹ ਤਾਂ ਹੁੰਦਾ ਹੀ ਹੈ। ਹਰ ਗੱਲ ਦਾ ਦੂਸਰਾ ਪੱਖ ਵੀ ਰਹਿੰਦਾ, ਕ੍ਰਿਟਿਸਿਜ਼ਮ ਤੇ ਨਾਲ ਹੋਏਗਾ ਹੀ ਹੋਏਗਾ। ਜੇ ਬਾਪੂ ਕਿਤੇ ਬਾਜ਼ਾਰ ਚਲ ਜੇ, ਸਮਾਨ ਲੈਣ ਲਈ ਚਲ ਜੇ,
ਤੇ ਅੱਜ ਆਂਦੇ ਬਾਪੂ ਨੇ ਆਉਣਾ ਹੈਗਾ ਤਾਂ ਕਿਸੇ ਮੁੰਡੇ ਨੇ ਕੁਝ ਬੋਲਣਾ, ਦੂਜੇ ਨੇ ਆਖਣਾ ਨਹੀਂ ਯਾਰ ਬਾਪੂ ਫਜ਼ੂਲ ਖਰਚੀ ਕਰਦਾ। ਉਹ ਬਾਪੂ ਸਾਡੇ ਲਈ ਤੇ ਲਿਆਉਂਦਾ ਕੁਝ ਨਹੀਂ ਹੈਗਾ, ਇਹ ਪੈਸਾ ਤਬਾਹ ਕਰ ਰਿਹਾ। ਹਰ ਵਾਰੀ ਸ਼ਹਿਰ 'ਚ ਜਾ ਕੇ ਕੌਫੀਆਂ ਪੀਂਦਾ ਜਾ ਕੇ, ਇਹ ਉਹਦੇ ਲਈ ਹੁੰਦਾ। ਇਹ ਵੀ ਬਾਪੂ ਹੀ ਆ ਸਾਰੇ ਦੇਸ਼ ਦਾ, ਹੈ ਨਾ। ਪਤਾਮਾ ਹੀ ਆ, ਲੋਕਾਂ ਲਈ ਹੈਗਾ, ਲੋਕਾਂ ਦੇ ਲਈ, ਲੋਕਾਂ ਦੀ ਆਵਾਜ਼ ਬੁਲੰਦ ਕਰ ਰਿਹਾ ਜੀ। ਬਾਪੂ ਤੋਂ ਮੈਨੂੰ ਗੱਲ ਯਾਦ ਆਈ ਕਿ ਦਾਦਾ ਜੀ ਨਾ ਆਪਣੇ ਪੋਤੇ ਨੂੰ ਨਿੱਕੇ ਜਿਹੇ ਨੂੰ ਬਾਜ਼ਾਰ ਲੈ ਕੇ ਗਏ ਤੇ ਪੋਤਾ ਕਹਿੰਦਾ ਦਾਦਾ ਜੀ ਸਿਓ ਲੈ ਦਿਓ। ਦਾਦਾ ਜੀ ਕਹਿੰਦੇ ਇਹ ਕੋਈ ਸਿਓ ਨੇ? ਸਿਓ ਹੁੰਦੇ ਸੀ ਸਾਡੇ ਲਾਹੌਰ, ਐਡੇ ਸਿਓ, ਲਾਲ ਸਿਓ, ਖਾ ਕੇ ਮੂੰਹ ਵੀ ਲਾਲ ਹੋ ਜਾਂਦਾ ਸੀ, ਨਹੀਂ ਲੈ ਕੇ ਦਿੱਤੇ। ਦਾਦਾ ਜੀ ਕੇਲੇ ਲੈ ਦਿਓ। ਇਹ ਕੇਲੇ ਨੇ? ਕੇਲੇ ਹੁੰਦੇ ਸੀ ਸਾਡੇ ਲਾਹੌਰ, ਐ ਵੱਡੇ ਚਿਤਰੀ ਵਾਲੇ ਕੇਲੇ, ਇੱਕ ਖਾ ਲਓ ਸ਼ਾਮ ਤੱਕ ਭੁੱਖ ਨਹੀਂ ਲੱਗਦੀ ਸੀ, ਨਹੀਂ ਲੈ ਕੇ ਦਿੱਤੇ। ਦਾਦਾ ਜੀ ਅੰਬ ਲੈ ਦਿਓ। ਇਹ ਅੰਬ ਨੇ? ਅੰਬ ਹੁੰਦੇ ਸੀ ਸਾਡੇ ਲਾਹੌਰ, ਮਤਲਬ ਕੁਝ ਨਹੀਂ ਲੈ ਕੇ ਦਿੱਤਾ, ਜੋ ਵੀ ਸੀ ਲਾਹੌਰ, ਖਾਲੀ ਹੱਥ ਘਰ ਆ ਗਏ। ਹੁਣ ਨਿੱਕਾ ਜਿਹਾ ਪੋਤਾ, ਉਹਨੂੰ ਗੁੱਸਾ ਚੜਿਆ ਕਿ ਦਾਦੇ ਨੇ ਕੁਝ ਲੈ ਕੇ ਨਹੀਂ ਦਿੱਤਾ, ਘਰ ਆ ਕੇ ਬਹਿ ਗਏ। ਤੇ ਦਾਦਾ ਕਹਿੰਦਾ ਆਪਣੀ ਨੂੰਹ ਨੂੰ, ਉਹ ਨਿੱਕੇ ਦੀ ਮਾਂ ਨੂੰ, ਪੁੱਤ ਪਾਣੀ ਪਿਲਾ, ਪਿਆਸ ਲੱਗੀ ਹੋਈ ਹੈ। ਉਹ ਮਾਂ ਨੇ ਨਿੱਕੇ ਨੂੰ ਹੀ ਕਹਿਤਾ, ਪੋਤੇ ਨੂੰ ਜਿਹੜਾ ਨਾਲ ਬਾਜ਼ਾਰ ਗਿਆ ਸੀ ਦਾਦੇ ਦੇ, ਉੱਠ ਜਾ ਦਾਦਾ ਜੀ ਨੂੰ ਪਾਣੀ ਪਿਲਾ। ਕਹਿੰਦਾ ਇਹ ਦਾਦਾ ਜੀ ਨੇ? ਦਾਦਾ ਜੀ ਹੁੰਦੇ ਸੀ ਲਾਹੌਰ, ਐਡੇ ਵੱਡੇ ਦਾਦਾ ਜੀ, ਲੰਬੇ ਉੱਚੇ ਦਾਦਾ ਹੁੰਦੇ ਸੀ। ਸੋ ਬਜ਼ੁਰਗਾਂ ਦੀ ਗੱਲ ਇੱਥੇ ਆ ਗਈ। ਕੁਝ ਦਿਨ ਹੋਏ ਨਾ, ਮੈਨੂੰ ਕਿਸੇ ਨੇ ਕਿਹਾ ਸੰਜੀਵ ਭਾਜੀ ਤੁਸੀਂ ਨਾ ਸਾਡੇ ਕੈਨੇਡਾ ਆਇਓ, ਤੁਹਾਨੂੰ ਸਰੋਂ ਦਾ ਸਾਗ ਖਵਾਵਾਂਗੇ। ਮੈਂ ਗੱਲ ਸੁਣ, ਪੰਜਾਬ ਵਿੱਚ ਅਸੀਂ ਰਹਿੰਦੇ ਆ, ਇੱਥੇ ਸਰੋਂ ਦਾ ਸਾਗ ਨਹੀਂ ਹੈਗਾ, ਸਰੋਂ ਦਾ ਸਾਗ ਖਾਣ ਮੈਂ ਕੈਨੇਡਾ ਆਉਣਾ, ਇਹ ਕੀ ਸਪੈਸ਼ਲ ਗੱਲ ਮੈਨੂੰ ਦੱਸਦਾ ਪਿਆ। ਮੈਂ ਕਿਹਾ ਆਊਗਾ ਕਿੱਥੋਂ? ਲੈ ਡੱਬਾ ਆਉਂਦਾ ਉੱਥੋਂ ਪੈਕ ਹੋ ਕੇ, ਪੰਜਾਬ ਤੋਂ ਡੱਬੇ ਆਉਂਦੇ ਨੇ ਖਾਣੇ ਦੇ ਪੈਕ ਹੋ ਕੇ, ਆਪਾਂ ਖਾਵਾਂਗੇ। ਮੈਂ ਕਿਹਾ ਵਾਲਿਆਂ ਦੇ ਹੋਰ ਕੰਪਨੀ ਬਣਾ ਕੇ ਭੇਜਦੀਆਂ। ਵੈਸੇ ਉੱਥੇ ਸਾਰੇ ਹੈਗੇ, ਤੁਸੀਂ ਖੰਡ ਜਾਂ ਪੈਕਟ ਲਓਗੇ ਤਾਂ ਉੱਥੇ ਫਗਵਾੜਾ ਲਿਖਿਆ ਹੋਊਗਾ, ਜੇ ਤੁਸੀਂ ਦੁੱਧ ਲਓ ਵੇਰਕਾ ਲਿਖਿਆ ਹੈਗਾ ਸਾਰਾ ਕੁਝ, ਦਹੀਂ ਲਓਗੇ ਤਾਂ ਉੱਥੇ ਜਲੰਧਰ ਲਿਖਿਆ। ਸਾਰੀਆਂ ਚੀਜ਼ਾਂ ਜਿਹੜੀਆਂ ਬਿਲਕੁਲ ਬ੍ਰਿਟਿਸ਼ ਕੋਲੰਬੀਆ ਪੰਜਾਬ ਦੀਆਂ ਹੀ ਚੀਜ਼ਾਂ ਬਣ ਕੇ ਜਾ ਰਹੀਆਂ। ਤੇ ਉੱਥੋਂ ਹੀ ਮੈਨੂੰ ਚੇਤਾ ਆਇਆ ਕਿ ਆਹ ਜਿਹੜੀ ਹੁਣ ਅਗਲੀ ਆਪਾਂ ਖਬਰ ਛੇੜਨੀ ਹੈ ਉਹਦੇ ਬਾਰੇ। ਮੈਂ ਨਾ ਕਿਸੇ ਅੰਗਰੇਜ਼ ਕੋਲੋਂ 1 ਮਹੀਨਾ ਅੰਗਰੇਜ਼ੀ ਸਿੱਖੀ। ਮੈਂ ਤਾਂ ਅੰਗਰੇਜ਼ੀ ਨਾ ਬੋਲ ਸਕਿਆ, ਉਹ ਅੰਗਰੇਜ਼ ਮੈਨੂੰ ਕਹਿੰਦਾ ਹੋਰ ਵੀ ਕੀ ਹਾਲ ਹੈ, ਫੱਟੇ ਚੁੱਕ ਦਿੱਤੇ ਨੇ। ਉਹ ਪੰਜਾਬੀ ਸਿੱਖ ਗਿਆ, ਉਹ ਫੱਟੇ ਚੁੱਕਣ ਲੱਗ ਪਿਆ। ਸੋ ਇੱਥੇ ਹੁਣ ਬ੍ਰਿਟੇਨ ਦੇ ਵਿੱਚ ਅੰਗਰੇਜ਼ੀ ਪੜਾਉਣ ਲਈ ਭਾਰਤ ਤੋਂ ਟੀਚਰ ਮੰਗਵਾਏ ਜਾ ਰਹੇ ਨੇ। ਮੈਂ ਤੇ ਹੈਰਾਨ ਹੋ ਗਿਆ ਇਹ ਸੁਣ ਕੇ ਕਿ ਭਾਰਤ ਤੋਂ ਅੰਗਰੇਜ਼ੀ ਸਿਖਾਉਣ ਵਾਸਤੇ ਹੁਣ ਇੰਗਲੈਂਡ ਦੇ ਵਿੱਚ, ਬ੍ਰਿਟੇਨ ਦੇ ਵਿੱਚ ਟੀਚਰ ਜਾਣਗੇ। ਇਸ ਤੋਂ ਪਹਿਲਾਂ ਜਦੋਂ ਉੱਥੇ ਥੋੜਾ ਪ੍ਰੋਬਲਮ ਆਈ, ਐਮਰਜੈਂਸੀ ਹੋ ਗਈ, ਔਰ ਉਹਦੇ ਵਿੱਚ ਡਰਾਈਵਰ ਉਹਨਾਂ ਕੋਲ ਘੱਟ ਗਏ ਸੀਗੇ, ਤੇ ਬਹੁਤ ਜਿਹੜੇ ਟਰੱਕ ਡਰਾਈਵਰ ਆ ਉਹਨਾਂ ਨੂੰ ਇਹਨਾਂ ਨੇ ਵੀਜ਼ੇ ਦਿੱਤੇ ਓਪਨ ਲਈ, ਔਰ ਉਹ ਗਏ ਉੱਥੇ ਇੰਗਲੈਂਡ ਦੇ ਵਿੱਚ। ਜਿਹੜੇ ਟਰੱਕ ਚਲਾਉਣ ਲਈ ਸੀਗੇ ਸਾਰੇ ਇੰਡੀਅਨ, ਖਾਸ ਤੌਰ ਤੇ ਪੰਜਾਬ ਤੋਂ ਗਏ ਸੀਗੇ। ਔਰ ਉੱਥੇ ਪ੍ਰੋਬਲਮ ਇਹ ਹੈਗੀ ਕਿ ਜਿਹੜੇ ਕੰਮ ਕਰਨ ਵਾਲੇ ਲੋਕ ਨੇ, ਅੰਗਰੇਜ਼ ਨੇ, ਉਹ ਇਹ ਇੱਦਾਂ ਦੇ ਕੰਮ ਜਿਹੜੇ ਆ ਘੱਟ ਕਰ ਰਹੇ ਆ, ਮੈਨੂਅਲ ਜਾਂ ਦੂਸਰਾ ਟੀਚਿੰਗ ਦੇ ਹਿਸਾਬ ਨਾਲ। ਹੁਣ ਜਿਹੜਾ ਬੋਲਿਆ ਵੀ ਉੱਥੇ ਉਹਨਾਂ ਨੇ ਮੰਗ ਕੀਤੀ ਹੈ, ਸ਼ਾਰਟੇਜ ਆਫ ਟੀਚਰ ਹੋ ਗਈ ਸਕੂਲਾਂ 'ਚ, ਸਿੰਗਲ ਟੀਚਰ ਸਕੂਲ ਰਹਿ ਗਏ, ਔਰ ਸਕੂਲ ਦੇ ਵਿੱਚੋਂ ਜਿਹੜੇ ਬਾਕੀ ਰਿਟਾਇਰਮੈਂਟ ਹੋ ਗਈ, ਸਾਰਾ ਕੁਝ ਉਹ ਇੰਟਰਸਟ ਨਹੀਂ ਸ਼ੋ ਕਰ ਰਹੇ। ਉਹਦੇ ਵਿੱਚ ਅੰਗਰੇਜ਼ੀ ਕੌਣ ਪੜ੍ਹਾ ਰਹੇ ਆ? ਜਿਹੜੇ ਫਿਜ਼ੀਕਲ ਐਜੂਕੇਸ਼ਨ ਦੇ ਟੀਚਰ, PT, ਉਹ ਪੜ੍ਹਾ ਰਹੇ ਅੰਗਰੇਜ਼ੀ। ਹਾਲਾਂਕਿ ਉਹ ਤਾਂ ਫਿਜ਼ੀਕਲ ਐਜੂਕੇਸ਼ਨ ਦੇ ਹੈਗੇ, ਉਹਨਾਂ ਨੂੰ ਤਾਂ ਉਹਦੇ ਨਾਲ ਨਹੀਂ ਹੈਗਾ, ਉਹਦੇ ਅੰਗਰੇਜ਼ੀ ਪੜ੍ਹਾਉਣ ਵਾਲੇ ਤੇ ਟੀਚਰ ਦੂਸਰੇ ਹੁੰਦੇ ਨੇ। ਫਿਰ ਉਹਨਾਂ ਨੇ ਇਹ ਗੱਲ ਕੀਤੀ ਕਿ ਜੇ ਤਾਂ ਭਗਵੰਤ ਮਾਨ ਜੀ ਬਾਹਰਲੇ ਸੂਬਿਆਂ 'ਚ, ਸਿੰਗਾਪੁਰ ਤੇ ਥਾਈਲੈਂਡ ਤੇ ਉੱਧਰ ਭੇਜ ਰਹੇ ਆ ਟੀਚਰਾਂ ਨੂੰ ਟ੍ਰੇਨਿੰਗ ਲਈ, ਤੇ ਕਿਉਂ ਨਾ ਅਸੀਂ ਇੰਡੀਆ ਤੋਂ ਹੀ ਟੀਚਰ ਮੰਗਾ ਲਈਏ, ਔਰ ਖਾਸ ਤੌਰ ਤੇ ਪੰਜਾਬ ਤੋਂ, ਔਰ ਉਹਦੇ ਵਿੱਚ ਅੰਗਰੇਜ਼ੀ ਪੜ੍ਹਾਉਣ ਲਈ ਸਾਡੇ ਟੀਚਰ ਜਿਹੜੇ ਹੈਗੇ, ਜਿਹੜੇ MA ਇੰਗਲਿਸ਼ ਹੋਣਗੇ, ਅੰਗਰੇਜ਼ੀ ਫਲੂਐਂਟਲੀ ਬੋਲਣਗੇ, ਲੱਛੇਦਾਰ ਅੰਗਰੇਜ਼ੀ ਬੋਲਦੇ ਆ, ਉਹਨਾਂ ਮੁੰਡਿਆਂ ਨੂੰ, ਉਹਨਾਂ ਔਰਤਾਂ ਨੂੰ ਓਪਨਲੀ ਉਹਨਾਂ ਕਹਿਤਾ, ਸੈਲਰੀ ਫਿਕਸ ਕਰਤੀ ਹੈ ਉਹਦੇ ਨਾਲ, 2 ਲੱਖ ਤੋਂ ਉੱਪਰ ਸੈਲਰੀ ਹੋਊਗੀ ਉਹਨਾਂ ਦੀ। ਉਧਰ ਤੇ ਪਾਉਂਡ ਨਾਲ ਸੈਲਰੀ ਦਿੱਤੀ ਜਾਣੀ ਹੈ, ਪਰ ਉਹ ਮਲਟੀਪਲਾਈ ਕਰਕੇ ਇੰਡੀਆ ਦੇ ਹਿਸਾਬ ਨਾਲ ਦੱਸਤਾ ਵੀ ਇੰਨੀ ਸੈਲਰੀ ਹੋਊਗਾ। ਪਰ ਉਹਦੀ ਯੋਗਤਾ, ਐਲੀਜੀਬਿਲਟੀ ਉਹਨਾਂ ਦੱਸੀ ਆ, ਔਰ ਉਹ ਕਹਿੰਦੇ B.Ed ਹੋਏਗਾ ਟੀਚਰ, ਉਹਦੇ ਨਾਲ ਉਹ MA ਇੰਗਲਿਸ਼ ਹੋਊਗਾ, ਔਰ ਉਹਦੇ ਨਾਲ ਉਹਦੇ ਤੋਂ ਬਾਅਦ ਉਹਨੂੰ ਜਿਹੜਾ ਉਹਦਾ ਐਕਸਪੀਰੀਅੰਸ ਵੀ ਹੋਣਾ ਚਾਹੀਦਾ ਇੰਗਲਿਸ਼ ਦੇ ਲਈ, ਔਰ ਜਿਹਨੇ ਕੋਈ 1-2 ਕਿਤਾਬਾਂ ਵੀ ਲਿਖੀਆਂ ਹੋਣਗੀਆਂ, ਜਿਹਨੂੰ ਗ੍ਰਾਮਰ ਵੀ ਆਉਂਦੀ ਹੋਊ। ਹਾਲਾਂਕਿ ਜਿਹੜੀ ਉਹਨਾਂ ਦੀ ਅੰਗਰੇਜ਼ੀ ਆ ਉਹ 'ਚ ਗ੍ਰਾਮਰ ਹੈ ਨਹੀਂ, ਗ੍ਰਾਮਰ ਅਸੀਂ ਪੜ੍ਹ ਰਹੇ ਹਾਂ, ਉਹ ਵਿਦਾਊਟ ਗ੍ਰਾਮਰ ਹੀ ਬੋਲਦੇ ਆ, ਉਹ 'ਚ ਸਿੱਧਾ ਹੀ ਬੋਲਦੇ ਆ, ਹੈ ਨਾ। ਕਿਉਂਕਿ ਅਸੀਂ ਵੀ ਜਦੋਂ ਪੰਜਾਬੀ ਬੋਲਣੀ ਸਿੱਖੀ ਹੈ, ਸਾਨੂੰ ਸਾਡੇ ਘਰਦਿਆਂ ਨੇ ਗ੍ਰਾਮਰ ਨਹੀਂ ਸਿਖਾਈ, ਅਸੀਂ ਬੋਲਦੇ ਸਿੱਖ ਗਏ। ਮਾਂ ਦੀ ਜਿਹੜੀ ਪੰਜਾਬੀ ਆ, ਜਿਹੜੀ ਮਾਂ ਨੇ ਸਾਨੂੰ ਦੱਸੀ ਹੈ ਪੰਜਾਬੀ, ਉਹਦੇ ਨਾਲ ਗ੍ਰਾਮਰ ਦਾ ਮਤਲਬ ਨਹੀਂ ਹੁੰਦਾ ਕਿੱਥੇ ਗਿਆ ਸੀ, ਕੂਨਾ ਨਹੀਂ, ਬਹਿ ਜਾ, ਹੈ ਨਾ, ਖਾਂਦਾ ਕਿਉਂ ਨਹੀਂ ਗਾ, ਭੁੱਖੇ ਢਿੱਡੀ ਤੁਰਿਆ ਫਿਰਦਾ। ਵੀ ਇਹ ਕਿਤਾਬੀ ਭਾਸ਼ਾ ਹੋਰ ਆ, ਬੋਲਣ ਦੀ ਭਾਸ਼ਾ ਹੋਰ ਆ। ਉਹ ਜਿਹੜੀ ਹੈਗੀ ਆ, ਉਹ ਜਿਹੜੀ ਹੁਣ ਇਹ ਆਪਾਂ ਸਥਾਨਕ ਭਾਸ਼ਾ ਦੀ ਵੀ ਗੱਲ ਕਰੀਏ, ਉਹ ਕਿਤਾਬਾਂ 'ਚ ਹੈ ਨਹੀਂ। ਦੁਆਬੀ ਭਾਸ਼ਾ, ਮਾਝੇ ਦੀ ਭਾਸ਼ਾ, ਮਲਵਈ ਭਾਸ਼ਾ, ਇਹ ਤਾਂ ਨਹੀਂ ਪਤਾ ਲੱਗਣਗੀਆਂ। ਉਹ ਹੁਣ ਉਹ ਮਾਝੇ ਦੇ ਲੋਕ ਸਬਜ਼ੀ ਨੂੰ ਸਲੂਣਾ ਆਉਂਦੇ ਆ, ਇਹ ਜਿਹੜੇ ਆ ਦਾਲ ਆਉਂਦੇ ਆ, ਮਲਵਈ,
ਹੈ ਨਾ। ਕਹਿੰਦੇ ਰਾਤ ਨੂੰ ਮੁਰਗੇ ਦੀ ਦਾਲ ਬਣਾਈ। ਮੁਰਗੇ ਦੀ ਦਾਲ, ਹਾਂ, ਮੈਂ ਕਿਹਾ ਕਮਾਲ ਗਾਜਰ ਦੀ ਦਾਲ, ਉਹ ਸਾਰੀਆਂ ਉਹੀ ਆਂਦਾ। ਮੁਰਗੇ ਦੀ ਦਾਲ ਵੀ ਉਹੀ ਆਂਦੇ ਆ, ਹੈ ਨਾ। ਪਰਨਾ, ਉਹ ਪਰਨਾ, ਉਹ ਸਾਫਾ। ਗੱਲ ਇਹ ਆ ਹਾਂ, ਜਿਹੜੀ ਹੁਣ ਲਿਖਤੀ ਭਾਸ਼ਾ ਹੋਰ ਹੁੰਦੀ, ਬੋਲਣ ਦੀ ਭਾਸ਼ਾ ਹੋਰ ਹੁੰਦੀ। ਉਹ ਸੜਕ ਤੇ ਕਦੀ ਇੱਧਰ ਨੂੰ ਜਾਵੇ, ਕਦੀ ਇੱਧਰ ਨੂੰ ਜਾਵੇ, ਸਕੂਟਰ ਲੈ ਕੇ, ਪਿੱਛੋਂ ਆਇਆ ਕਾਰ ਵਾਲਾ, ਪੜਾ ਹੋ ਜਾ ਮਾਮਾ, ਆ ਸੜਕ ਤੇ ਹੀ ਲੁੱਡੀਆਂ ਪਾਈ ਜਾਂਦਾ, ਹੁਣ ਆ ਕਿੱਥੇ ਲਿਖਿਆ ਮਿਲੂਗਾ। ਇਹ ਪੰਜਾਬੀ ਹੈ ਨਾ, ਜਿਹੜੀ ਤੁਹਾਨੂੰ ਆਮ ਬੋਲ ਚਾਲ ਦੀ ਭਾਸ਼ਾ, ਜਿਸ 'ਚ ਕਈ ਤਰ੍ਹਾਂ ਦੀਆਂ ਜਿਹੜੀਆਂ ਮਿੱਠੀਆਂ ਗਾਲਾਂ ਵੀ ਆ, ਉਹ ਪੰਜਾਬੀ 'ਚ ਹੈਗੀਆਂ, ਜਿਹੜੀਆਂ ਤੁਹਾਨੂੰ ਗੁੱਸੇ ਵਾਲੀਆਂ ਨਹੀਂ ਹੋਣਗੀਆਂ। ਜਿੱਦਾਂ ਤੂੰ ਮਾਮਾ ਕਿਹਾ, ਇਹ ਮਿੱਠੀਆਂ ਹੈਗੀਆਂ, ਹੈ ਨਾ। ਤੂੰ ਕਿੱਧਰ ਦਾ ਜਾ ਰਿਹਾ, ਜਿਹਦਾ ਕੋਈ ਗੁੱਸਾ ਨਹੀਂਗਾ, ਜਿਸ 'ਚ ਦੂਜੀ ਗਾਲ ਨਹੀਂ ਦੇਣਗੇ, ਜਿਹੜਾ ਉਹਨਾਂ ਦੇ ਟੱਬਰ ਨੂੰ ਨੌਲੂਗਾ। ਨੌਲਣਾ ਕਈ ਵਾਰ ਬਜ਼ੁਰਗ ਕਹਿ ਦਿੰਦੇ ਨੇ, ਇੱਧਰ ਆ ਭੂਤ ਨਹੀਂ ਦਿਆ, ਆਹੋ ਇਹ ਹੋ ਜਾਂਦਾ, ਗੱਲ ਨਹੀਂ ਸੁਣਦਾ, ਤੂੰ ਇੱਥੇ ਅੰਬ ਖਾਣਾ ਵਾ, ਹੈ ਨਾ। ਉਹ ਇਹ ਗੱਲਾਂ ਜਿਹੜੀਆਂ ਭਾਵੇਂ ਗੁੱਸੇ 'ਚ ਆ, ਪਰ ਇਹ 'ਚ ਜੋਸ਼ ਆ, ਇਹਦੇ 'ਚ ਮੁਹੱਬਤ ਵੀ ਸ਼ੋ ਹੁੰਦੀ ਹੈ ਨਾ। ਉਹ ਗੱਲਾਂ ਹੈਗੀਆਂ ਭਾਸ਼ਾ ਦੀ। ਪਰ ਸਾਡੇ ਹੁਣ ਜਿਹੜੇ ਲੋਕ ਜਾ ਰਹੇ ਟੀਚਰ, ਇਹ ਵੈਸੇ ਪੜ੍ਹੇ ਲਿਖੇ ਜਾ ਰਹੇ ਆ, ਅੰਗਰੇਜ਼ੀ ਪੜ੍ਹਾਉਣ ਜਾ ਰਹੇ ਆ, ਐਲੀਜੀਬਿਲਟੀ ਹੋ ਗਈ ਉਹਨਾਂ ਦੀ, ਅੰਗਰੇਜ਼ੀ ਬਹੁਤ ਅੱਛਾ ਬੋਲਦੇ ਸਾਡੇ ਮੁੰਡੇ, ਬਹੁਤ ਵਧੀਆ, ਜਿਹੜੀ ਅਗਲੀ ਜਨਰੇਸ਼ਨ ਦੇ ਮੁੰਡੇ ਹੈਗੇ ਆ। ਪਹਿਲੋਂ ਤਾਂ ਅੰਗਰੇਜ਼ੀ 6ਵੀਂ 'ਚ ਲੱਗਦੀ, 7ਵੀਂ ਜਮਾਤ 'ਚ ਲੱਗਦੀ ਜਾ ਕੇ, ਹੁਣ ਤਾਂ ਇਹਨਾਂ ਨੇ ਪਹਿਲੀ ਤੋਂ ਹੀ ਲਾਤੀ ਹੈ, ਪਹਿਲੀ ਤੋਂ ਪੜ੍ਹਦੇ ਆ। ਕਨਵੈਂਟ ਸਕੂਲ ਆ ਗਏ ਨੇ, ਹਾਂ, ਸਾਰੇ ਸਕੂਲਾਂ ਦੇ ਵਿੱਚ ਕੰਪਲਸਰੀ ਹੋ ਗਈ ਅੰਗਰੇਜ਼ੀ। ਇੱਕ ਨਾ ਮੈਨੂੰ ਤੁਸੀਂ ਜਿਹੜਾ ਗੱਲ ਕਹੀ ਹੈ ਤੈਂ ਅੰਬ ਲੈਣੇ ਆ, ਮੈਨੂੰ ਇੱਕ ਫਿਲਮ ਯਾਦ ਆਉਂਦੀ ਹੈ। ਉਹਦੇ 'ਚ ਉਹ ਸਾਰੀ ਫਿਲਮ ਦੇ ਵਿੱਚ ਕਹਿੰਦਾ ਰਹਿੰਦਾ, ਤੇਰੀਆਂ ਮੈਂ ਹੜਵਾਂ ਤੇ ਮਾਰਨਾ ਥੱਪੜ ਰੱਖ ਕੇ। ਉਹ ਅੱਗੋਂ ਪੁੱਛਦੇ ਨੇ ਹੜਵਾਂ ਕੀ ਹੁੰਦੀਆਂ, ਤੈਂ ਪੁੱਛ ਕੇ ਅੰਬ ਲੈਣੇ ਆ। ਹਰ ਇੱਕ ਨੂੰ ਤੇਰੀਆਂ ਮੈਂ ਹੜਵਾਂ ਤੇ ਮਾਰਨਾ, ਉਹ ਹੜਵਾਂ ਕੀ ਹੁੰਦੀਆਂ, ਤੈਂ ਪੁੱਛ ਕੇ ਅੰਬ ਲੈਣੇ ਨੇ। ਹਾਂ, ਫਿਲਮ ਦੇ ਅਖੀਰ 'ਚ ਕੀ ਹੁੰਦਾ, ਕੋਈ ਬੰਦਾ ਉਹਨੂੰ ਕਹਿੰਦਾ ਮੈਂ ਤੇਰੀਆਂ ਖੁੱਚਾਂ 'ਚ ਮਾਰਨਾ ਹੈ, ਕਹਿੰਦਾ ਖੁੱਚਾਂ ਕੀ ਹੁੰਦੀਆਂ, ਤੈਂ ਪੁੱਛ ਕੇ ਅੰਬ ਲੈਣੇ ਆ। ਉਹ ਉੱਥੇ ਹੀ ਫਿਲਮ ਖਤਮ ਹੋ ਜਾਂਦੀ ਹੈ। ਜ਼ਿਆਦਾ ਬੋਰੇ ਦੀਆਂ ਵੱਖੀਆਂ ਸੇਕ ਦੋ, ਵੱਖੀਆਂ ਸੇਕ ਦੋ, ਹੈ ਨਾ। ਇਹਦੇ ਲਫੈੜਾ ਮਾਰ, ਵੈਸੇ ਚਪੇੜਾ ਨਾ, ਉਹਦੇ ਨਾਂ ਚਪੇੜਾ ਤੇ ਵੀ ਕਈ ਚੀਜ਼ਾਂ ਹੈਗੀਆਂ, ਹੈ ਨਾ। ਇਹਦੇ ਜੋੜ ਕੇ ਮਾਰ ਮੂੰਹ ਤੇ। ਆਈ ਹੋਪ ਕਿ ਇਹਦਾ ਰਿਜ਼ਲਟ ਵਧੀਆ ਨਿਕਲੇਗਾ, ਇੱਥੋਂ ਟੀਚਰ ਜਾਣਗੇ, ਫਿਰ ਅੰਗਰੇਜ਼ ਵੀ। ਹੱਸਣ ਦਾ ਵੀ ਕਿੰਨਾ ਕੁਝ ਹੁੰਦਾ, ਵੀ ਤੂੰ ਐਵੇਂ ਨਾ ਦੰਦ ਕੱਢੀ ਜਾ, ਤੇ ਇਹ ਹੁਣ ਹੈ ਤਾਂ ਭਾਸ਼ਾ ਉਹੀ ਹੈ, ਤੂੰ ਐਵੇਂ ਬੁਸ਼ਕੜੀਆਂ 'ਚ ਹੱਸੀ ਜਾਣਾ, ਹੈ ਨਾ। ਮੁਸਕਰਾਉਂਦਾ ਲਫ਼ਜ਼ ਵਧੀਆ ਹੈਗਾ, ਖਿੜਖੜਾ ਕੇ ਹੱਸਣ ਦਾ। ਹੱਸਣ ਦੇ 15 ਲਫ਼ਜ਼ ਹੋਣਗੇ, ਹੈ ਨਾ। ਇਹ ਬੁੱਲੀਆਂ 'ਚ ਹੱਸਦਾ, ਹੈ ਨਾ, ਵਿੱਚ ਬੁਸ਼ਕੜੀਆਂ 'ਚ ਹੱਸਦਾ, ਇਹ ਵੱਖੀਆਂ 'ਚ ਹੱਸਦਾ, ਹੈ ਨਾ। ਇਹਦੇ ਹੱਸ ਕੇ ਵੱਖੀਆਂ ਦੁਖਦੀਆਂ, ਕਈ ਤਰ੍ਹਾਂ ਦੀਆਂ ਹਾਸੇ ਨਾਲ ਜੁੜਦੇ ਬਿਲਕੁਲ ਹੁੰਦੀਆਂ ਨੇ। ਔਰ ਮੇਰਾ ਖਿਆਲ ਹੁਣ ਇਹ ਸਾਡੇ ਪੰਜਾਬੀ ਟੀਚਰ ਜਾਣਗੇ ਉੱਥੇ, ਤੇ ਉੱਥੇ ਜਾ ਕੇ ਉਹ ਅੰਗਰੇਜ਼ਾਂ ਨੂੰ ਵੀ ਸਿਖਾਉਣਗੇ, ਰੁਜ਼ਗਾਰ ਮਿਲ ਰਿਹਾ ਬਹੁਤ। ਮੇਰਾ ਖਿਆਲ ਅੰਗਰੇਜ਼ ਵੀ ਇਹ ਗੱਲ ਕਹਿਣਗੇ, ਹੁਣ ਜਿਵੇਂ ਮੈਨੂੰ ਕਹਿੰਦਾ ਸੀ ਨਾ, ਫਾਤੇ ਚੁੱਕ ਦਿਆਂਗੇ। ਪਰ ਜੇ ਸਾਡਾ ਪ੍ਰਧਾਨ ਮੰਤਰੀ ਉੱਥੇ ਇੰਡੀਆ ਦਾ ਭਾਰਤੀ ਮੂਲ ਦਾ ਅੰਗਰੇਜ਼ੀ ਇੰਨੀ ਅੱਛੀ ਬੋਲਦਾ, ਲੋਕਾਂ ਨੂੰ ਸੰਬੋਧਨ ਕਰ ਰਿਹਾ, ਤੇ ਸਾਡੇ ਮੁੰਡੇ ਨਹੀਂ ਪੜ੍ਹਾ ਸਕਦੇ ਉੱਥੇ? ਕਿਉਂ ਨਹੀਂ ਪੜ੍ਹਾ ਸਕਦੇ ਜੀ, ਅਸੀਂ ਕਿਸੇ ਤੋਂ ਘੱਟ ਹਾਂ। ਨਾਲੇ ਇੰਟਰਨੈਸ਼ਨਲ ਲੈਂਗੁਏਜ ਬਣ ਗਈ ਹੁਣ, ਇਹ ਉਹਨਾਂ ਦੀ ਇਕੱਲਿਆਂ ਦੀ ਭਾਸ਼ਾ ਨਹੀਂ ਰਹੀ। ਚਲੋ ਹੁਣ ਅੱਗੇ ਚੱਲਦੇ ਹਾਂ, ਆਪਾਂ ਪਿਆਰ ਦੀ ਭਾਸ਼ਾ ਬੋਲਦੇ ਹਾਂ ਹੁਣ ਜੀ। ਸ਼੍ਰੋਮਣੀ ਕਮੇਟੀ ਜਨਰਲ ਇਜਲਾਸ ਘਰ ਦੀ ਗੱਲ ਹੈ, ਧਾਮੀ ਸਾਹਿਬ ਕਹਿੰਦੇ ਨੇ। ਇਹ ਹੁਣ ਇਹ ਘਰ ਦੀ ਗੱਲ ਹੈ, ਇਹ ਘਰ ਦੀ ਗੱਲ ਕਿੱਥੋਂ ਨਿਕਲ ਆਈ, ਮੈਨੂੰ ਇਹ ਸਮਝਾਓ ਜ਼ਰਾ ਬਲਕਾਰ ਜੀ। ਇਹਦੇ ਧਾਮੀ ਸਾਹਿਬ ਨੇ ਇੰਚਾਰਜ ਹਰਜਿੰਦਰ ਸਿੰਘ ਧਾਮੀ ਜੀ, ਔਰ ਅੱਜ ਹੋ ਰਿਹਾ ਉਹਦਾ ਜਿਹੜਾ ਇਹਨਾਂ ਦਾ ਜਨਰਲ ਇਜਲਾਸ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਅੰਮ੍ਰਿਤਸਰ। ਔਰ ਇਹਦੀ ਟੱਕਰਬਾਜ਼ੀ ਐਸੀ ਹੋ ਗਈ ਆ ਭਗਵੰਤ ਮਾਨ ਨਾਲ ਤੇ ਇਹਨਾਂ ਦੀ ਸ਼੍ਰੋਮਣੀ ਕਮੇਟੀ ਦੇ ਸਾਰੇ ਕਾਰਕੁਨ ਜਿਹੜੇ ਉਹਦੇ ਵੱਡੇ ਨੇਤਾ ਨੇ, ਆਪਸੀ ਇਹਨਾਂ ਦਾ ਮਿਹਣੋ ਦੇਣੀ ਹੋ ਰਿਹਾ, ਕਿਉਂਕਿ ਭਗਵੰਤ ਮਾਨ ਨੇ ਤੇ ਕਰ ਦਿੱਤਾ ਪਾਸ ਬਿੱਲ, ਉਹਦਾ ਮਤਾ ਪਾਸ ਕਰਕੇ ਉਹ ਹੁਣ ਜਾਣਾ ਵਾ ਟੇਬਲ ਗਵਰਨਰ 'ਤੇ। ਉਦੋਂ ਪਹਿਲਾਂ ਹੀ ਗਵਰਨਰ ਸਾਹਿਬ ਨੂੰ ਮਿਲਿਆ ਆ, ਇਹਨਾਂ ਦਾ ਵਫਦ ਗਿਆ ਸੀਗਾ, ਇਹਨਾਂ ਦਾ ਸਾਰਾ ਕਾਫਲਾ ਉੱਥੋਂ ਤੱਕ ਹੋ ਕੇ ਆ ਗਿਆ ਚੰਡੀਗੜ੍ਹ। ਉਹਨਾਂ ਨੂੰ ਇਹਨੇ ਰੋਕ ਲਾਤੀ ਆ ਕਿ ਗਵਰਨਰ ਸਾਹਿਬ ਇਹਨੂੰ ਰੋਕ ਲਿਓ, ਇਹਨੂੰ ਅੱਗੇ ਪਾਸ ਨਾ ਕਰਿਓ। ਗਵਰਨਰ ਸਾਹਿਬ ਨੂੰ ਦੱਸਣ ਦੀ ਗੱਲ ਨਹੀਂ, ਗਵਰਨਰ ਸਾਹਿਬ ਤੇ ਪਹਿਲਾਂ ਹੀ ਰੋਕੀ ਫਿਰਦੇ ਸਾਰਿਆਂ ਦੇ, ਤੇ ਉਹ ਅੱਗੇ ਜਿਹੜੇ ਇਹਨਾਂ ਦੇ ਬਿੱਲ ਰੋਕਦੇ ਰਹੇ ਆ, ਇਹ ਕਿ ਉਹਨਾਂ ਨਵਾਂ ਨਹੀਂ ਰੋਕਣਾ, ਔਰ ਉਹ ਪੰਜਾਬ ਸਰਕਾਰ ਨੂੰ ਪਤਾ ਵੀ ਰੋਕਣਗੇ। ਔਰ ਇਹਦੇ ਤੋਂ ਬਾਅਦ ਇਹਨਾਂ ਅਮਿਤ ਸ਼ਾਹ ਨੂੰ ਵੀ, ਆਪਣੇ ਗ੍ਰਹਿ ਮੰਤਰੀ ਨੇ, ਉਹਨਾਂ ਨੂੰ ਵੀ ਮਿਲਣ ਦੀ ਇਹਨਾਂ ਨੇ ਸੰਕੇਤ ਦਿੱਤਾ ਸੀ ਕਿ ਉਹਨਾਂ ਨੂੰ ਮਿਲਾਂਗੇ। ਔਰ ਜਿਹੜਾ ਜਨਰਲ ਇਜਲਾਸ ਆ ਉਹਦੇ ਵਿੱਚ ਇਹਨਾਂ ਨੇ ਸਭ ਤੋਂ ਵੱਡਾ ਮੁੱਦਾ ਇਹ ਰੱਖਿਆ ਸੀਗਾ ਕਿ ਅਸੀਂ ਸ਼ਾਇਦ ਆਪਣਾ ਚੈਨਲ ਖੋਲਾਂਗੇ, ਔਰ ਜਿਹੜਾ ਜਿਹਦੇ ਨਾਂ ਸ਼੍ਰੋਮਣੀ ਕਮੇਟੀ ਅੰਮ੍ਰਿਤਸਰ ਹੋਊਗਾ ਚੈਨਲ ਦਾ ਨਾਂ। ਇਹਨਾਂ ਭਲਿਆਂ ਮਾਨਸਾਂ ਨੂੰ ਪੁੱਛੇ, ਜਦੋਂ ਕਾਗਜ਼ ਬੋਲਦੇ ਆ PTC ਚੈਨਲ ਇਹਨਾਂ ਦਾ ਹੈਗਾ, ਸਾਰਿਆਂ ਨੂੰ ਪਤਾ ਹੈਗਾ। ਔਰ ਇਹ ਫਿਰ ਦੂਜੇ ਪਾਸੇ ਇਹ ਦੂਜਾ ਝੂਠ ਬੋਲ ਰਿਹਾ ਕਿ ਅਸੀਂ ਚੈਨਲ ਨਵਾਂ ਖੋਲਾਂਗੇ। ਇਹ ਭਗਵੰਤ ਮਾਨ ਸਰਕਾਰ ਨੂੰ ਪਤਾ ਹੈਗਾ, ਉਹਨਾਂ ਨੇ ਪਹਿਲਾਂ ਕਹਿ ਦਿੱਤਾ ਕਿ ਸਾਰੇ ਚੈਨਲਾਂ ਨੂੰ ਫ੍ਰੀ ਆਫ ਕਾਸਟ ਦਿੱਤਾ ਜਾਊਗਾ, ਸਾਰਾ ਕੁਝ ਹੈਗਾ। ਇਹ ਜਿਹੜੀ ਹੋ ਗਈ ਹੁਣ ਗੱਲ, ਇਹ ਇਹਨਾਂ ਦੇ ਜਾ ਕੇ ਬੜੇ ਜ਼ੋਰ ਨਾਲ ਜਿਹੜੀ ਵੱਖੀ 'ਚ ਵੱਜੀ ਆ ਵੀ ਇਹ ਗੱਲ ਸਾਡੀ ਮੋਨੋਪੋਲੀ ਟੁੱਟ ਗਈ ਹੈ, ਟੈਂਡਰ ਸਾਡਾ ਸੀਗਾ, 21 ਜੁਲਾਈ ਤੱਕ ਇਹ ਖਤਮ ਹੋ ਜਾਣਾ, ਉਦੋਂ ਬਾਅਦ ਸਾਰੇ ਚੈਨਲਾਂ ਨੂੰ ਇਕੁਅਲ ਦਿੱਤਾ ਜਾਊਗਾ। ਔਰ ਭਗਵੰਤ ਮਾਨ ਇਸ ਗੱਲੋਂ ਸਿਆਣੇ, ਉਹਨਾਂ ਨੇ ਕਿਹਾ ਅੱਧਾ ਘੰਟਾ ਪਹਿਲਾਂ ਕੋਈ ਕਮਰਸ਼ੀਅਲ ਨਹੀਂ ਜਾਊਗਾ, ਅੱਧਾ ਘੰਟਾ ਬਾਅਦ 'ਚ ਨਹੀਂ ਜਾਊਗਾ, ਗੁਰਬਾਣੀ ਦਾ ਕੀਰਤਨ ਜਾਊਗਾ। ਉਹ ਡੂਰਿੰਗ ਟਾਈਮ ਜਦੋਂ ਉੱਥੋਂ ਗੁਰਬਾਣੀ ਦਾ ਪ੍ਰਸਾਰਨ ਹੋਊਗਾ, ਉਸ ਲਈ ਸਾਰੇ ਚੈਨਲਾਂ ਨੂੰ ਇਹਨਾਂ ਨੇ ਕਹਿ ਦਿੱਤਾ ਕਿ ਜਿਹੜਾ ਚੈਨਲ ਵੀ ਖੁਸ਼ੀ ਨਾਲ ਇਹ ਸੇਵਾ ਸੰਭਾਲਣਾ ਚਾਹੁੰਦਾ ਤਾਂ ਕਰ ਸਕਦਾ ਹੈਗਾ। ਹੁਣ ਇਹ ਤਾਂ ਨਹੀਂ ਹੈਗਾ ਕਿ ਇੱਕ ਦੀ ਮਨੋਪਲੀ ਬਣ ਜੇ, ਇੱਕ ਦੀ ਲੌਬੀ ਬਣ ਜੇ, ਉਹੀ ਕਰੀ ਜਾਵੇ ਸਾਰਾ, ਹੈ ਨਾ। ਹਾਲਾਂਕਿ ਦਰਬਾਰ ਸਾਹਿਬ ਦਾ ਮੈਨੇਜਮੈਂਟ ਜਾਂ ਉੱਥੋਂ ਦੀ ਦੇਖ ਰੇਖ ਸਾਰਾ ਕੁਝ ਸ਼੍ਰੋਮਣੀ ਕਮੇਟੀ ਕੋਲ ਹੈਗਾ,
ਪਰ ਜਿਹੜੀ ਟੈਕਨੀਕਲ ਗੱਲਾਂ ਉਹਨਾਂ ਤੋਂ ਤਾਂ ਦੂਰ ਰਹਿਣਾ ਚਾਹੀਦਾ। ਜਾਂ ਜਦੋਂ ਕਿ ਰੇਡੀਓ ਦਾ ਪ੍ਰਸਾਰਣ ਜਿਹੜਾ ਰੇਡੀਓ ਦੇ ਬ੍ਰਾਡਕਾਸਟਿੰਗ ਆ ਦਰਬਾਰ ਸਾਹਿਬ ਤੋਂ ਹੋ ਰਹੀ 4 ਤੋਂ 6 ਵਜੇ ਤੱਕ ਮਾਰਨਿੰਗ ਉਹਨਾਂ ਕੋਲ ਹੈਗਾ, ਸ਼ਾਮ ਨੂੰ ਇਹਦੇ ਵਿੱਚ ਇਹ ਮਾਨ ਸਾਹਿਬ ਨੇ ਤਜਵੀਜ਼ ਦਿੱਤੀ ਹੈ ਕਿ ਹਰਿਮੰਦਰ ਸਾਹਿਬ ਦੇ ਅੰਦਰ ਜਿੱਥੇ ਜਿੱਥੇ ਕੈਮਰਾਜ਼ ਲੱਗੇ ਹੋਏ ਨੇ ਉਹ ਕੈਮਰਾਜ਼ ਉਨੇ ਹੀ ਰਹਿਣਗੇ, ਪਰ ਜਿਹੜੀ ਉਹਦੀ ਆਊਟਪੁੱਟ ਹੈ ਉਹ ਸਿਰਫ ਪੀਟੀਸੀ ਕੋਲ ਹੀ ਹੋਏਗੀ, ਬਾਕੀ ਚੈਨਲਸ ਕੋਲ ਵੀ ਹੋਏਗੀ। ਆਊਟਪੁੱਟ ਸਾਰਿਆਂ ਨੂੰ ਫ੍ਰੀ ਕੀਤੀ ਜਾਵੇ। ਪਰ ਨਹੀਂ, ਇਹ ਕੈਮਰਾ ਪੀਟੀਸੀ ਦੇਗਾ, ਕੈਮਰਾ ਉਹੀ ਲੱਗੇ ਹੋਣਗੇ ਕਿਉਂਕਿ ਅੰਦਰ ਰਸ਼ ਨਾ ਪੈ ਜਾਵੇ। ਹਰੇਕ ਚੈਨਲ ਦਾ ਕੈਮਰਾ ਤੇ ਅੰਦਰ ਲੱਗ ਨਹੀਂ ਪਰ ਇਹ ਸਕਦਾ। ਰਿਪਲੇਸ ਹੋਣਗੇ ਕੈਮਰਾ, ਜਿਹੜਾ ਚੈਨਲ ਲੱਗਿਆ ਹੋਊਗਾ ਨਾ, ਜਦੋਂ ਇਹਨਾਂ ਦਾ ਟੈਂਡਰ ਹੀ ਖਤਮ ਹੋ ਗਿਆ ਤੇ ਇਹ ਕਿੱਦਾਂ ਤੁਹਾਨੂੰ ਫੈਸਿਲਿਟੀ ਦੇਣਗੇ? ਨਹੀਂ ਪਲੇਸਿੰਗ ਇਹ ਜਿਹੜੀ ਹੁੰਦੀ ਹੈ ਨਾ, ਦੇਖੋ ਮੈਨੂੰ ਇਹ ਹੈ ਕੈਮਰਾ ਪਲੇਸਿੰਗ ਜਿਹੜੀ ਹੈਗੀ ਉਹਨਾਂ ਨੇ ਆਪਣੇ ਅਕੋਰਡਿੰਗ ਕਰਨੀ ਹੈ, ਕਿੱਥੇ ਕਿੱਥੇ ਕਰਨੀ ਹੈ। ਇਹ ਜਿਹੜਾ ਚੈਨਲ ਆਊਗਾ ਪਹਿਲਾਂ ਵੀ ਚੈਨਲ ਇੱਕ ਕਰਦਾ ਰਿਹਾ ਹੈਗਾ, ਇਹ ਇਹਨਾਂ ਨੇ ਜਿੱਥੇ ਰੱਖਿਆ ਵਿਸ਼ਾਲ ਏਰੀਆ ਹੈਗਾ, ਉਹਦਾ ਪ੍ਰੋਡਿਊਸਰ ਉਹਦਾ ਡਾਇਰੈਕਟਰ ਚਾਹੁੰਦਾ ਵੀ ਮੈਂ ਕਿੱਥੋਂ ਇਹਦਾ ਸ਼ੂਟ ਕਰਨਾ, ਕਿੱਥੋਂ ਮੇਰੇ ਐਂਗਲ ਹੋਣਗੇ, ਉਹ ਹੋ ਸਕਦਾ ਇਹਨੂੰ ਵੀ ਬਿਹਤਰ ਦੇਵੇ ਕਿਉਂਕਿ ਇਹਦੇ ਵਿੱਚ ਸੇਵਾ ਭਾਵਨਾ ਵੀ ਹੋਏਗੀ। ਔਰ ਇਹਦੇ ਵਿੱਚ ਇੱਕ ਉਹਨਾਂ ਨੇ ਇਹੀ ਹੈ ਕਿ ਭਗਵੰਤ ਮਾਨ ਜੀ ਨੇ ਦੂਜੀ ਗੱਲ ਕਹਿਤੀ ਆ ਕਿ ਇਹ ਜਿਹੜਾ ਸਾਰਾ ਕੁਝ ਹੈਗਾ, ਇਹ ਜੋ ਕੁਝ ਕਰਨਾ ਇਹ ਸਾਰੀ ਪਬਲਿਕ ਦੇ ਆ ਕਿ ਤੁਸੀਂ ਕੀ ਕਹਿਣਾ ਚਾਹੁੰਦੇ ਜੇ। ਪਬਲਿਕ ਨੂੰ ਉਹਨੇ ਕਹਿਤਾ ਮੈਨੂੰ ਦੱਸੋ ਜਾਂ ਉੱਤੇ ਫੇਸਬੁੱਕ ਤੇ ਦੱਸੋ, ਅਸੀਂ ਉਸੇ ਤਰ੍ਹਾਂ ਕੰਮ ਕਰਾਂਗੇ। ਔਰ ਸ਼੍ਰੋਮਣੀ ਕਮੇਟੀ ਤੋਂ ਅੱਜ ਐਲਾਨਨਾਮਾ ਆ ਜਾਣਾ ਵੀ ਇਹ ਕੀ ਕਰ ਰਿਹਾ, ਉਹਦੇ ਵਿੱਚ ਕੀ ਪਤਾ ਕੋਈ ਪੁਆੜਾ ਨਵਾਂ ਹੀ ਸ਼ੁਰੂ ਹੋ ਜੇ ਇਹਦੇ ਵਿੱਚ। ਇਹ ਅੱਜ ਪਤਾ ਐਗਜ਼ੈਕਟਲੀ ਗੱਲ ਇਹੀ ਹੈ ਕਿ ਜਿਹੜੀ ਅੰਦਰ ਕੈਮਰਾ ਪਲੇਸਿੰਗ ਹੋਏਗੀ ਉਹ ਸਾਰਿਆਂ ਵਾਸਤੇ ਕਾਮਨ ਹੋਏਗੀ, ਉਹ ਸਾਰੇ ਚੈਨਲਸ ਦੀ ਜਿਹੜੇ ਵੀ ਲੈਣਾ ਚਾਹੁੰਦੇ ਨੇ ਉਹ ਸਾਂਝੀ ਹੋਏਗੀ। ਆਊਟਪੁੱਟ ਜਿਹੜੀ ਹੈ ਉਹ ਜਿਹੜੇ ਚੈਨਲ ਤੇ ਜਾਣਾ ਚਾਹਵੇ ਉਹ ਜਾ ਸਕਦੀ ਹੈ ਕਿਉਂਕਿ ਕੈਮਰਾ ਪੋਜੀਸ਼ਨਸ ਹੁੰਦੀਆਂ ਰਹਿਣਗੀਆਂ, ਅੰਦਰ ਨਹੀਂ ਨਾ ਰਸ਼ ਨਹੀਂ ਨਾ ਪਾਉਣਾ, ਉਹ ਕਾਮਨ ਰਹਿਣਗੇ। ਬਾਹਰੋਂ ਆਊਟਪੁੱਟ ਪਹਿਲਾਂ ਵੀ ਪੀਟੀਸੀ ਕੋ ਚੈਨਲ ਉਹਨਾਂ ਕੋਲ ਵੀ ਇਦਾਂ ਹੀ ਹੈ। ਨਹੀਂ, ਜਦੋਂ ਗੁਰਪੁਰਬ ਹੁੰਦਾ ਸੀ, ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਉਤਸਵ ਆ, ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦਾ ਪ੍ਰਕਾਸ਼ ਉਤਸਵ ਆ, ਜਦੋਂ ਉੱਥੇ ਸੈਲੀਬ੍ਰੇਸ਼ਨ ਹੁੰਦੀ ਆ, ਜਦੋਂ ਉਹਦੇ ਤੇ ਸਾਰੇ ਪਰੰਪਰਾ ਤੌਰ ਤੇ ਹੁੰਦਾ ਵਾ, ਜਦੋਂ ਪੀਟੀਸੀ ਚੈਨਲ ਔਨ 에ਅਰ ਕਰਦਾ ਵਾ ਉਹਦੇ ਤੋਂ ਔਨ ਦਾ ਕਟਸੀ ਸੇਕ ਲਿਖ ਕੇ ਦਿੰਦੇ ਆ, ਜਿੱਥੇ ਦੂਰਦਰਸ਼ਨ ਵੀ ਲੈਂਦਾ ਰਿਹਾ, ਬਾਕੀ ਚੈਨਲ ਵੀ ਲੈਂਦੇ ਆ ਨਿਊਜ਼ ਦੇ ਵਿੱਚ, ਉਹ ਜਿੰਨਾ ਵੀ ਵੀਡੀਓ ਕਲਿੱਪ ਲੈ ਲੈਂਦੇ ਕਟਸੀ ਸੇਕ ਲੈ ਲੈਂਦੇ, ਫ੍ਰੀ ਆਫ ਕਾਸਟ ਜਾਂਦਾ ਰਿਹਾ। ਹੁਣ ਇਹਨਾਂ ਨੇ ਕਹਿਤਾ, ਭਗਵੰਤ ਮਾਨ ਨੇ ਕਹਿਤਾ ਕਿ ਨਾਟ ਜਿਹੜਾ ਵੀਡੀਓ ਕਲਿੱਪ ਉਹਨਾਂ ਨੇ ਹੁਣ ਓਵਰਆਲ ਸਾਰੇ ਦਾ ਸਾਰਾ ਲੈਣਾ, ਟੋਟਲ ਪ੍ਰੋਡਕਸ਼ਨ। ਔਰ ਮੇਰਾ ਖਿਆਲ ਇਹ ਪੂਰਾ ਹੋ ਜਾਏਗਾ ਕਿਉਂਕਿ ਇਹਦੇ ਵਿੱਚ ਪਬਲਿਕ ਦਾ ਜਿਹੜਾ ਵਿਊ ਹੈਗਾ ਉਹ ਇਸੇ ਪਾਸੇ ਹੈਗਾ ਕਿ ਸਾਰੇ ਚੈਨਲ ਕਰਨ, ਇੱਕ ਚੈਨਲ ਦੀ ਕੋਈ ਮੋਨੋਪੋਲੀ ਨਹੀਂ। ਦੂਜੀ ਪਤਾ ਪ੍ਰੋਬਲਮ ਕੀ ਰਹੀ ਹੈ, ਉਹ ਟੈਕਨੀਕਲ ਨਹੀਂ ਪਤਾ ਕਿਸੇ ਨੂੰ। ਜਿਹੜੇ ਇਹਨਾਂ ਦੇ ਪੇਜ ਸੀਗੇ, ਜਿਹਦੇ ਤੇ ਫੇਸਬੁੱਕ ਤੇ ਸੀਗਾ, ਇੰਸਟਾਗ੍ਰਾਮ ਤੇ ਸੀਗਾ, ਜਿਹੜੇ ਪਾਉਂਦੇ ਸੀਗੇ ਉਹ 'ਤੇ ਅਲਾਓ ਨਹੀਂ ਸੀ ਕਰਦੇ। ਤੁਸੀਂ ਮੋਬਾਈਲ ਤੇ ਲੈ ਕੇ ਤੁਸੀਂ ਕਿਸੇ ਨੂੰ ਦਿਖਾ ਨਹੀਂ ਸਕਦੇ ਹੋ ਉਹਦੇ ਨਾਲ, ਜਦੋਂ ਤੁਸੀਂ ਦੇਖਣਾ ਚਾਹੋ ਇੰਡੀਵਿਜੂਅਲੀ ਨਹੀਂ ਦੇਖੋਗੇ, ਅਲਾਓ ਨਹੀਂ ਕਰਦੇ। ਔਰ ਦੇਖੋ ਇਹਦੇ ਵਿੱਚ ਵੀ ਬੜਾ ਵੱਡਾ ਲਕੂਨਾ ਸੀਗਾ ਰੱਖਿਆ ਇਹਨਾਂ ਨੇ। ਜਦੋਂ ਫੇਸਬੁੱਕ ਤੇ ਆਉਣਾ ਚਾਹੀਦਾ, ਜਦੋਂ ਅਸੀਂ ਉਹਦੇ ਤੇ ਉਹਦਾ ਪੇਜ ਲੈ ਲੈਂਦੇ ਹਾਂ, ਜਦੋਂ ਇਹਦਾ ਲਿੰਕ ਲੈਂਦੇ ਸੀ, ਅਸੀਂ ਬਾਕੀ ਪ੍ਰੋਗਰਾਮ ਦੇ ਲਿੰਕ ਲੈਂਦੇ ਹਾਂ, ਗੁਰਬਾਣੀ ਦਾ ਲਿੰਕ ਜਦੋਂ ਲੈਂਦੇ ਸੀ, ਹੁਕਮਨਾਮਾ ਲੈਂਦੇ ਸੀ, ਲੋਕਾਂ ਨੂੰ ਨਹੀਂ ਸੀ ਮਿਲਦਾ ਕੁਝ ਤਰੀਕੇ ਨਾਲ। ਔਰ ਇਹਦੇ ਤੇ ਵੀ ਲੋਕਾਂ ਨੇ ਜਿਹੜਾ ਇਤਰਾਜ਼ ਕੀਤਾ, ਪ੍ਰਗਟ ਕੀਤਾ। ਮਤਲਬ ਇਹ ਹੈ ਕਿ ਭਗਵੰਤ ਮਾਨ ਜੀ ਦੇ ਡਿਸੀਜਨਸ ਨੂੰ ਪਬਲਿਕ ਵੱਲੋਂ ਪਬਲਿਕ ਵੱਲੋਂ ਹੰਗਾਰਾ, ਪੂਰੀ ਸਪੋਰਟ ਆ, ਪੂਰਾ ਕਿਉਂਕਿ ਲੋਕਾਂ ਲਈ ਹੈਗਾ। ਉਹਨੇ ਆਪਣੇ ਇੰਡੀਵਿਜੂਅਲ ਆਪਣੇ ਉੱਤੇ ਪੋਲੀਟਿਕਸ ਤਾਂ ਛਾਨਣੀ ਨਹੀਂ, ਉਹਨੇ ਕੋਈ ਉਹਦਾ ਕੋਈ ਸੰਦੇਸ਼ ਤੇ ਜਾਣਾ ਨਹੀਂ, ਜਾਣਾ ਤਾਂ ਗੁਰਬਾਣੀ ਦਾ ਕੀਰਤਨ ਦਰਬਾਰ ਜਾਣਾ। ਹੁਣ ਇਹਦਾ ਮਤਲਬ ਇਹ ਹੈ ਕਿ ਇਸ ਮਾਮਲੇ ਦੇ ਵਿੱਚ ਹੁਣ ਜੋ ਸਿਆਸਤ ਹੈ ਉਹ ਆਪਣੇ ਰੰਗ ਦਿਖਾਉਣ ਲੱਗੀ ਹੈ, ਪਬਲਿਕ ਖੁਸ਼ ਹੈ। ਜਿਹੜਾ ਜੈਨੂਇਨ ਡਿਸੀਜਨ ਹੁੰਦਾ ਨਾ, ਜਿਹੜਾ ਲੋਕਾਂ ਲਈ ਡਿਸੀਜਨ ਹੁੰਦਾ, ਜਿਸ 'ਚ ਕੋਈ ਕੁਛ ਨਾ ਕੁਛ ਕੋਈ ਕਿਸੇ ਦੇ ਅਗੇਂਸਟ ਨਹੀਂ ਹੁੰਦਾ, ਉਹ ਲੋਕ ਮੰਨ ਜਾਂਦੇ ਆ। ਹੁਣ ਪਬਲਿਕ 100 ਅਬਵ ਜਿਹੜੀ ਹੈਗੀ ਉਹ ਲੋਕ ਇਸ ਬਹੁਤ ਵਧੀਆ ਹੰਗਾਰੇ ਨਾਲ ਮਿਲ ਗਈ ਹੈ। ਆਪਾਂ ਹੁਣ ਅੱਗੇ ਵਧੀਏ ਜੀ। ਗੁਹਾਟੀ ਹਾਈ ਕੋਰਟ ਵੱਲੋਂ ਕੁਸ਼ਤੀ ਫੈਡਰੇਸ਼ਨ ਦੀਆਂ ਚੋਣਾਂ ਤੇ ਰੋਕ ਲੱਗ ਗਈ ਹੈ। ਇਹ ਪਹਿਲਵਾਨਾਂ ਦਾ ਮਾਮਲਾ ਹੋਰ ਜ਼ਿਆਦਾ ਪੇਚੀਦਾ ਹੋਣ ਲੱਗਾ। ਸਹੀ ਗੱਲ, ਉਹ ਦਿਨੋਂ ਦਿਨ, ਕਿਉਂਕਿ ਕਹਿੰਦੇ ਸੀ ਜੁਲਾਈ ਦੇ ਫਸਟ ਵੀਕ ਦੇ ਵਿੱਚ ਹੋ ਜਾਣੀਆਂ ਨੇ ਚੋਣਾਂ, ਹੁਣ ਉਹਦੇ ਉੱਤੇ ਲੱਗ ਗਈ ਰੋਕ। ਹਾਈ ਕੋਰਟ ਨੇ 11 ਜੁਲਾਈ ਇਹਨਾਂ ਦੀ ਡੇਟ ਸੀ, ਡੇਟ ਫਿਕਸ ਸੀਗੀ। ਉਹਦੇ ਵਿੱਚ ਡਿਕਲੇਰੇਸ਼ਨ ਹੋ ਗਈ ਹੈ, ਚੋਣ ਕਮਿਸ਼ਨ ਨੇ ਇਹਨਾਂ ਨੂੰ ਡੇਟ ਦੇ ਦਿੱਤੀ ਸੀ, ਸਾਰਾ ਕੁਝ ਹੋ ਗਿਆ। ਪਰ ਜਦੋਂ ਇਹਦੇ ਵਿੱਚ ਕਿਸੇ ਨੇ ਜਾਚਕਾ ਪਾਤੀ ਆ, ਉਹ ਹੁਣ ਜਾਚਕਾ ਮਿਲਣ ਨਾਲ ਹਾਈ ਕੋਰਟ ਨੇ ਉੱਤੇ ਰੋਕ ਲਾ ਦਿੱਤੀ ਹੈ ਕਿ ਹੁਣ ਸਟੇ ਹੋ ਗਿਆ, ਹੁਣ ਇਹਦੇ ਅੱਗੇ ਤੁਹਾਡੀ ਇਲੈਕਸ਼ਨ ਟੂ ਬੀ ਕੈਂਸਲਡ ਵਾਲੀ ਗੱਲ ਹੀ ਹੈਗੀ ਆ, ਤੁਹਾਨੂੰ ਅਗਲੀ ਡੇਟ ਫਿਰ ਬਾਅਦ 'ਚ ਦਿੱਤੀ ਜਾਊਗੀ। ਇਹਦੇ ਵਿੱਚ ਇਤਰਾਜ਼ ਜਿਹੜਾ ਕੀਤਾ ਹੈਗਾ ਉਹਦੇ ਵਿੱਚ ਫਿਲਮੀ ਹਸਤੀਆਂ ਜਿਹੜੀਆਂ ਵੀ ਵੱਡੀਆਂ ਨਾਮਵਰ ਹਸਤੀਆਂ ਉਹਨਾਂ ਨੇ ਕੀਤਾ, ਜਿਹਦੇ ਵਿੱਚ ਖਿਡਾਰੀ ਓਲੰਪੀਅਨ ਜਿੰਨੇ ਹੈਗੇ ਆ, ਹਾਕੀ ਦੇ ਖਿਡਾਰੀ ਨੇ, ਜੂਨੀਅਰ ਹਾਕੀ ਦੇ ਖਿਡਾਰੀ ਨੇ, ਵੂਮੈਨ ਹਾਕੀ ਆ, ਓਲੰਪੀਅਨ ਜਿੰਨੇ ਹੈਗੇ ਉਹਦੇ ਵਿੱਚ, ਜਿਹਦੇ ਵਿੱਚ ਪਹਿਲਵਾਨ ਖਾਸ ਤੌਰ 'ਤੇ ਨੇ ਹਰਿਆਣੇ ਦੇ ਔਰ ਬਾਕੀ। ਔਰ ਕਿਸਾਨ ਜਥੇਬੰਦੀਆਂ ਨੇ ਵੀ ਇਹਦੀ ਆਲੋਚਨਾ ਕੀਤੀ ਹੈ ਕਿ ਗਲਤ ਕੰਮ ਕੀਤਾ ਇਹਨਾਂ ਨੇ ਇਲੈਕਸ਼ਨ ਆਉਣ ਦਿੰਦੇ ਅੱਗੇ। ਇੱਕ ਪਾਸੇ ਤਾਂ ਉਹਨਾਂ ਨੂੰ ਸੈਟਬੈਕ ਉਹ ਲੱਗ ਗਈ ਹੈਗੀ ਆ ਜਿਹਦੇ ਤੇ ਭੂਸ਼ਣ ਜੀ ਨੇ, ਬ੍ਰਿਜ ਭੂਸ਼ਣ ਜੀ ਜਿਹੜਾ ਉਹਨਾਂ ਨੂੰ ਅਜੇ ਤੱਕ ਕੁਝ ਨਹੀਂ ਕੀਤਾ ਇਹਨਾਂ ਨੇ। FIR ਲੌਜ ਹੋਈ ਆ, ਉਹਨੂੰ ਕਲੀਨ ਚਿੱਟ ਦੇ ਦਿੱਤੀ ਗਈ ਆ, ਉਹਦੇ ਤੇ ਕੋਈ ਕਾਰਨਾਮਾ ਨਹੀਂ ਹੋਇਆ। ਦੂਜੇ ਪਾਸੇ ਇਲੈਕਸ਼ਨ ਹੀ ਹੈਗੀ ਆ, ਲੋਕਤੰਤਰ ਹੈ ਜਾਂ ਤਾਨਾਸ਼ਾਹੀ ਹੈ, ਜਾਂ ਇਹਦੇ ਵਿੱਚ ਕੀ ਲਕੂਨਾ ਰਹਿ ਗਿਆ ਉਹਨਾਂ ਦਾ
ਕਿਉਂ ਰੋਕਿਆ ਗਿਆ? ਇੱਕੋ ਜਾਚਕਾਂ ਨੇ ਸਾਰਾ ਕੁਝ ਕਰ ਦਿੱਤਾ। ਪ੍ਰੋਬਲਮ ਇਹ ਹੈਗੀ ਕਿ ਜਦੋਂ ਕੋਈ ਕਿਸੇ ਐਸੋਸੀਏਸ਼ਨ ਦੀ ਜੈਨੂਇਨ ਗੱਲ ਆਉਂਦੀ ਸਾਹਮਣੇ, ਉਹਨੂੰ ਰੋਕਣ ਲਈ ਸਿਆਸਤ ਆ ਜਾਂਦੀ ਹੈ, ਉਹਦੇ ਵਿੱਚ ਪੋਲੀਟਿਕਸ ਦਾ ਰਲਗੋਬਾ ਆ ਜਾਂਦਾ। ਔਰ ਇਸ ਕਰਕੇ ਆਉਂਦਾ ਕਿ ਇਲੈਕਸ਼ਨ ਆ ਰਹੀ ਹੈਗੀ, ਉਹਦੇ ਵਿੱਚ ਉਹਨਾਂ ਨੂੰ ਪਤਾ ਨੇਤਾ ਨਾ ਰੁੱਸ ਜਾਣ, ਨੇਤਾ ਨੇ ਤਾਂ ਸਾਰਾ ਕੁਝ ਕਰਨਾ ਹੁੰਦਾ, ਔਰ ਉਹਨੂੰ ਕਿਉਂ ਰੋਕਣਾ ਹੈਗਾ? ਜਦੋਂ ਕਿ ਉਹਨੂੰ ਤੋਂ ਇਸ ਵੇਲੇ ਇਹਨਾਂ ਨੇ ਸਾਰਾ ਪਲੰਦਾ ਲਾ ਕੇ ਇੱਕ ਪਾਸੇ ਤੈਅ ਲਾ ਕੇ ਰੱਖ ਦਿੱਤਾ। ਕਿੰਨੇ ਓਲੰਪੀਅਨ ਸੀ? 9 ਕੁੜੀਆਂ ਜਿਹੜੀਆਂ ਉਹਨਾਂ ਨਾਲ ਜਿਹੜਾ ਸਰੀਰਕ ਸ਼ੋਸ਼ਣ ਹੋਇਆ, ਉਹਦਾ ਕੋਈ ਅਜੇ ਤਾਂ ਪਤਾ ਨਹੀਂ, ਕੁਝ ਨਹੀਂ ਹੋਇਆ, ਉਹ ਵਾਪਸ ਵੀ ਹੋ ਰਿਹਾ ਵਾ। ਔਰ ਇਹਦੇ ਲਈ ਹੈਗਾ ਇਹ ਬਿਲਕਿਸ ਬਾਨੋ ਵਾਲਾ ਕੇਸ ਜਿਹੜਾ ਗੁਜਰਾਤ 'ਚ ਹੋਇਆ, ਸੇਮ ਉਸੇ ਤਰ੍ਹਾਂ ਦਾ, ਉਹਦੇ 'ਚ ਰੇਪ ਹੋਇਆ, ਉਹਦੇ 'ਚ ਸਾਰਾ ਕੁਝ ਆ। ਉਹ 11 ਦੇ 11 ਬੰਦੇ ਘਰ ਬੈਠੇ ਆ, ਫਿਰ ਉਹ ਵੀ ਹੋ ਗਈ, ਇਹਨਾਂ ਤੇ ਕੇਸ ਹੀ ਕੋਈ ਨਹੀਂ ਦਾਇਰ ਨਹੀਂ ਹੋਇਆ। ਹਾਂ, ਔਰ ਇਹ ਵੀ ਸੀ ਜਿਹੜੀ 15 ਜੂਨ ਤੱਕ ਪੁਲਿਸ ਦੀ ਰਿਪੋਰਟ ਆ ਗਈ, ਉਹਦੇ 'ਚ ਤਕਰੀਬਨ ਬ੍ਰਿਜ ਭੂਸ਼ਣ ਜੀ ਨੂੰ ਕਲੀਨ ਚਿੱਟ ਦੇਣ ਦੀ ਕੋਸ਼ਿਸ਼ ਕੀਤੀ ਗਈ। ਔਰ ਦੂਜੀ ਇਹ ਵੀ ਆਵਾਜ਼ ਉੱਠੀ ਕਿ ਜਿਹੜੀਆਂ ਨਵੀਆਂ ਇਲੈਕਸ਼ਨਸ ਹੋਣਗੀਆਂ, ਉਹਦੇ ਵਿੱਚ ਵੀ ਜਿਹੜਾ ਬੰਦਾ ਚੁਣਿਆ ਜਾਏਗਾ ਉਹ ਇਹਨਾਂ ਦਾ ਹੀ ਕੋਈ ਕਰੀਬੀ ਹੋਏਗਾ, ਕਿਉਂਕਿ ਇਹਨਾਂ ਦਾ ਇੰਨਾ ਜ਼ਿਆਦਾ ਕਬਜ਼ਾ ਹੈ ਇਸ ਸਾਰੇ ਸਿਸਟਮ ਦੇ ਉੱਤੇ ਕਿ ਕੋਈ ਬਾਹਰੋਂ ਬੰਦਾ ਆ ਨਹੀਂ ਸਕਦਾ, ਭਾਵੇਂ ਰਿਸ਼ਤੇਦਾਰੀ 'ਚੋਂ ਨਾ ਹੋਵੇ, ਫਿਰ ਵੀ ਪਹਿਚਾਣ ਦਾ ਇਹਨਾਂ ਦਾ ਕਰੀਬੀ ਹੋਏਗਾ। ਕਬਜ਼ਾ 1 ਸਾਲ ਦਾ ਹੀ ਆ। ਜੇ ਇਲੈਕਸ਼ਨ ਨਵੀਂ ਆ ਜਾਂਦੀ ਹੈ, ਜੇ ਨਵੀਂ ਸਰਕਾਰ ਆ ਜਾਂਦੀ ਹੈ, ਤੇ ਸਾਰਾ ਮਲੀਆਮੇਟ ਹੋ ਜਾਣਾ, ਸਾਰਾ ਇਹ ਨਵੇਂ ਸਿਰਿਓਂ ਕੇਸ ਫਿਰ ਦੁਬਾਰਾ ਜੁਡੀਸ਼ਰੀ ਚਾਹੂਗਾ, ਜੁਡੀਸ਼ਰੀ ਨੂੰ ਇਹ ਸਾਰੇ ਦਾ ਸਾਰਾ ਹੁਕਮਨਾਮਾ ਦੁਬਾਰਾ ਕਰਨਾ ਪੈਣਾ। 2024 ਦਾ ਜਿਹੜਾ ਇਲੈਕਸ਼ਨਸ ਦਾ ਸਾਰਾ ਜਲਵਾ ਰਹਿਣਾ ਹੈ, ਬੜਾ ਦਿਲਚਸਪ ਹੋਣ ਵਾਲਾ, ਕਿਉਂਕਿ ਉਹਦੇ ਨਾਲ ਇਹ ਬਹੁਤ ਸਾਰੇ ਜਿਹੜੇ ਕਬਜ਼ਿਆਂ ਵਾਲੀ ਗੱਲਾਂ ਹੁੰਦੀਆਂ ਪਈਆਂ ਨੇ ਰਾਜਨੀਤੀ ਦੇ ਵਿੱਚ, ਇਹ ਸਾਰੇ ਜਿਹੜੇ ਕਿਲੇ ਉਸਾਰੇ ਹੋਏ ਨੇ, ਕਿਲਿਆਂ ਨੇ ਟੁੱਟਣਾ ਹੈ। ਪਾਵਰ ਦੇ ਕਿਲੇ, ਤਾਕਤ ਜਿਹੜੀ ਉਹਨਾਂ ਕੋਲ ਹੈ ਨਾ, ਉਹ ਸਾਰਾ ਕੁਝ ਕਰ ਰਹੀ ਹੈ। ਹੁਕਮਦੁਲੀ ਉਹ ਕਰਦਾ ਵਾ, ਅਜ਼ਾਰੇਦਾਰੀ ਉਹ ਕਰਦਾ ਵਾ, ਜਿਹੜੇ ਬਾਕੀ ਜਿਹੜੇ ਕਾਨੂੰਨ ਆ, ਕਾਇਦੇ ਆ, ਉਹਨਾਂ ਨੂੰ ਸਿੱਕਿਆਂ 'ਤੇ ਟੰਗਣ ਦਾ ਜਿਹੜਾ ਕੰਮ ਉਹਨਾਂ ਦਾ ਹੁੰਦਾ, ਵੀ ਉਹਨਾਂ ਨੂੰ ਟੰਗ ਦਿਓ ਕਿੱਲੀਆਂ ਨਾਲ ਤੇ ਅਸੀਂ ਪਾਸੇ ਹੋ ਜਾਂਦੇ, ਕੋਈ ਇਹਦਾ ਨਹੀਂ ਹੁੰਦਾ। ਇਸ ਵੇਲੇ ਉਹੀ ਕੁਝ ਹੋ ਰਿਹਾ, ਬਿਲਕੁਲ ਹੋ ਰਿਹਾ ਹੈ। ਜਿਹੜਾ ਕਿਸਾਨਾਂ ਨੂੰ ਦਰੜਿਆ ਸੀਗਾ ਗੱਡੀ ਦੇ ਥੱਲੇ ਕਿਸਾਨ ਅੰਦੋਲਨ ਵੇਲੇ, ਉਹ ਵੀ ਮਿਸ਼ਰਾ ਜੀ ਨੇ ਜਿਹੜੇ ਮੰਤਰੀ ਰਹਿ ਚੁੱਕੇ, ਉਹਦਾ ਕੀ ਬਣਿਆ? ਉਹਦਾ ਮੁੰਡਾ ਸੀ ਨਾਲ, ਔਰ ਬਣਿਆ ਉਹਦਾ ਵੀ ਕੁਝ ਨਹੀਂ, ਉਹ ਵੀ ਜਾ ਕੇ ਜਿੱਦਾਂ ਖੂਹ ਖਾਤੇ 'ਚ ਪੈ ਜਾਂਦਾ, ਉਸੇ ਤਰ੍ਹਾਂ ਦੀ ਗੱਲ ਹੈ ਉਹ ਵੀ। ਸੋ ਇਹ 2024 ਦੀਆਂ ਇਲੈਕਸ਼ਨਸ ਤੋਂ ਬਾਅਦ ਬਿਲਕਿਸ ਬਾਨੋ ਦਾ, ਔਰ ਜਿਹੜਾ ਤੁਸੀਂ ਗੱਲ ਕੀਤੀ ਹੈ ਜਿੱਥੇ ਕਿਸਾਨਾਂ ਨੂੰ ਬੈਠਿਆਂ ਦਰੜ ਦਿੱਤਾ, ਉਹਦਾ, ਔਰ ਤੀਜਾ ਇਹ ਕਿੱਸਾ, ਇਹ ਸਾਰੇ ਕਿੱਸੇ ਇੱਕੋ ਹੀ, ਹੋਰ ਵੀ ਕਈ ਨੇ ਛੁਪੇ ਹੋਏ ਜਿਹੜੇ ਸਾਹਮਣੇ ਨਹੀਂ ਆ ਰਹੇ, ਉਹ ਬਿਲਕੁਲ ਮਲੀਆਮੇਟ ਉਸੇ ਤਰ੍ਹਾਂ ਬੰਦ ਕਰਕੇ ਲਿਫਾਫੇ 'ਚ ਪਾ ਕੇ ਖਤਮ ਕਰ ਦਿੰਦੇ, ਰੱਦੀ ਦੀ ਟੋਕਰੀ 'ਚ। ਸਭ ਤੋਂ ਵੱਡਾ ਅਡਾਨੀ ਗਰੁੱਪ ਦੇ ਖਿਲਾਫ ਜਿਹੜਾ ਅਮਰੀਕਾ ਦੀ ਸੁਣਿਆ ਕਦੀ ਕੁਝ? ਹਿੰਡਨਬਰਗ ਨੇ ਜਿਹੜੀ ਰਿਪੋਰਟ ਦਿੱਤੀ, ਜੇ ਰਾਹੁਲ ਗਾਂਧੀ ਨੇ ਉਹਦਾ ਮੁੱਦਾ ਚੁੱਕਿਆ, ਪਾਰਲੀਮੈਂਟ 'ਚ ਗਿਆ, ਤਾਂ ਉਹਦੀ ਪਾਰਲੀਮੈਂਟਸ਼ਿਪ ਵੀ ਗਈ, ਸੰਸਦ ਮੈਂਬਰ ਤੋਂ ਵੀ ਗਿਆ, ਉਹਦੀ ਅਕੋਮੋਡੇਸ਼ਨ ਵੀ ਗਈ, ਉਹਨੂੰ ਕਰਕੇ ਤੇ ਫੁੱਟਪਾਥ ਤੇ ਬਿਠਾਤਾ, ਵੇਲਾ ਕਰਕੇ ਬਿਠਾਤਾ। ਬਸ ਇਹ ਹੈ। ਸੋ ਇਹ ਕਈ ਕਿੱਸੇ ਨੇ, ਜਿਹੜਾ ਬੋਲੂਗਾ ਉਹੀ ਕੁੰਡਾ ਖੋਲੂਗਾ ਬਸ। ਸੋ ਵੇਖੋ ਇਹ 2024 ਦੀਆਂ ਜਿਹੜੀਆਂ ਇਲੈਕਸ਼ਨਸ ਨੇ, ਇਹ ਕੀ ਨਵਾਂ ਰੰਗ ਲੈ ਕੇ ਆਉਂਦੀਆਂ ਨੇ, ਕਿਉਂਕਿ ਵਿਰੋਧੀ ਧਿਰਾਂ ਵੀ ਇਕੱਠੀਆਂ ਹੋਈਆਂ ਨੇ। ਸ਼੍ਰੀ ਪਟਨਾ ਸਾਹਿਬ, ਉੱਥੇ ਵੀ ਨਵੀਆਂ ਗੱਲਾਂ ਕੀਤੀਆਂ ਗਈਆਂ ਨੇ। ਕੇਜਰੀਵਾਲ ਸਾਹਿਬ ਆਪਣੀ ਗੱਲ ਲੈ ਕੇ ਆ ਗਏ ਨੇ, ਮੇਰੀ ਗੱਲ ਮੰਨੋ, ਮੇਰੀ ਗੱਲ ਸੁਣੋ। ਔਰ ਖੜਕੇ ਸਾਹਿਬ ਨੇ ਕਿਹਾ ਵੀ ਹਜੇ ਰੁਕ ਜਾਓ, ਮਮਤਾ ਬੈਨਰਜੀ ਵਿੱਚ ਆਏ, ਫਿਰ ਉਹਨਾਂ ਨੇ ਸੁਲਾਹ ਸਫਾਈ ਕਰਾਈ ਵੀ ਰੁਕ ਜਾਓ। ਬੰਦ ਉਹਦਾ ਹੋ ਗਿਆ ਨਾ, ਸਭ ਤੋਂ ਪਹਿਲਾਂ ਇਹ ਹੁੰਦਾ ਵੀ ਜਿਹਨੂੰ ਕਹਿੰਦੇ ਪੰਜਾਬੀ 'ਚ ਗਫੂਆ ਦਿੱਤਾ, ਉਹਨੂੰ ਦਿੱਤਾ ਪਹਿਲੋਂ। ਦਿੱਲੀ ਨੂੰ ਇਹਨਾਂ ਰੋਕਿਆ ਨਾ, ਦਿੱਲੀ ਦੇ ਵਿੱਚ ਜਦੋਂ ਲਾਗੂ ਹੋ ਗਿਆ ਹੁਕਮ ਕਿ ਸੂਬਿਆਂ 'ਚ ਬਾਅਦ 'ਚ ਆਉਣਾ, ਸਭ ਤੋਂ ਪਹਿਲਾਂ ਇਹਨੂੰ ਫੇਸ ਕਰਨਾ ਪੈਣਾ। ਇਹ ਕ੍ਰਾਈਸਿਸ ਇਹਦੇ ਫੇਸ ਟੂ ਫੇਸ ਇਹਦੇ ਸਾਹਮਣੇ ਹੈਗਾ, ਇਹਨਾਂ ਗੱਲ ਕਰਨੀ ਪੈਣੀ ਹੈ। ਬਿਲਕੁਲ। ਔਰ ਉੱਥੇ ਫਿਰ ਖੜਕੇ ਸਾਹਿਬ ਨੇ ਕਿਹਾ ਕਿ ਪਹਿਲਾਂ ਇਹ ਤਾਂ ਨਜਿੱਠ ਲਈਏ, ਫਿਰ ਜਦੋਂ ਆਰਡੀਨੈਂਸ ਆਏਗਾ ਉਦੋਂ ਵੀ ਇਕੱਠੇ ਹੀ ਆ, ਉਦੋਂ ਫਿਰ ਦੇਖਾਂਗੇ ਕੀ ਡਿਸੀਜਨ ਲੈਣਾ। ਉਹ ਬਾਂਦਰ ਦੇ ਛੱਲੀਆਂ ਤੋੜਨ ਵਾਲੀ ਗੱਲ, ਜਦੋਂ ਬਾਂਦਰ ਛੱਲੀਆਂ ਤੋੜਦਾ ਖਾਂਦਾ ਨਾ, ਵਿੱਚੋਂ ਜਾ ਕੇ ਖੇਤ ਦੇ ਵਿੱਚ ਵੜ ਜਾਂਦਾ, ਤਾਂ ਉਹ ਮੱਕੀ ਦੀਆਂ ਛੱਲੀਆਂ ਤੋੜਦਾ ਵਾ, ਤੋੜ ਕੇ ਤੇ ਇੱਕ ਇੱਧਰ ਲਾ ਲੈਂਦਾ, ਐਂ ਕਰਕੇ ਜਦੋਂ ਲਾਉਂਦਾ ਦੂਜੀ ਨੂੰ ਤੋੜਦਾ ਵਾ ਤਾਂ ਪਿਛਲੀ ਡਿੱਗ ਪੈਂਦੀ ਆ, ਉਹ ਫਿਰ ਤੋੜ ਕੇ ਇੱਕ ਰੱਖਦਾ ਵਿੱਚ, ਐਂ ਕਿ ਦੂਜੀ ਤੋੜਦਾ, ਇਸੇ ਤਰ੍ਹਾਂ ਸਾਰਾ ਖੇਤ ਬਰਬਾਦ ਕਰ ਦਿੰਦਾ। ਇਹੀ ਗੱਲ ਹੈ ਕਿ ਇੱਕ ਗੱਲ ਇੱਕ ਪਾਸੇ ਲਾ ਲਓ, ਫਿਰ ਦੂਜੇ ਵਾਲੇ ਪਾਸੇ ਆ ਜਾਓ। ਇਹ ਹੁਣ ਸਾਰੀਆਂ ਮੰਗਾਂ ਇਕੱਠੀਆਂ ਕਰਕੇ ਫਿਰ ਇਹ ਰਲਗੋਬਾ ਪੈ ਜਾਣਾ, ਹੋਣੀ ਇੱਕ ਵੀ ਨਹੀਂ। ਬਟ ਇੱਕ ਚੀਜ਼ ਹੈ, ਪੁਰਾਣੇ ਚੈਂਪੀਅਨ ਲਾਲੂ ਪ੍ਰਸਾਦ ਯਾਦਵ ਉਹ ਵੀ ਹੁਣ ਆ ਚੁੱਕੇ ਨੇ ਗੇਮ ਦੇ ਵਿੱਚ, ਫਰੰਟ ਸੰਭਾਲਦੇ ਪਏ ਨੇ। ਜਦੋਂ ਇਹਨਾਂ ਦੀ ਆਪੋਜੀਸ਼ਨ ਦੀ ਮੀਟਿੰਗ ਹੋਈ, ਇਹਦੇ ਵਿੱਚ ਬੈਠੇ ਆ, ਰਾਹੁਲ ਗਾਂਧੀ ਨੇ ਉਹਨਾਂ ਨੂੰ ਕਿਹਾ ਵਾ ਮਜ਼ਾਕ 'ਚ ਕਿ ਮੁੰਡਿਆ ਤੁਹਾਨੂੰ ਵਿਆਹ ਕਰਵਾ ਲਾ, ਬਰਾਤੇ ਅਸੀਂ ਜਾਵਾਂਗੇ, ਸਾਰਾ ਖਰਚਾ ਅਸੀਂ ਕਰਾਂਗੇ, ਤੁਸੀਂ ਤੇ ਸਲਮਾਨ ਖਾਨ ਨੇ ਕੀ ਸਹੁੰ ਖਾ ਲਈ ਪਈ ਤੇ ਵਿਆਹ ਕਰਾਉਂਦੇ ਨਹੀਂਗੇ। ਚਲੋ ਹੁਣ ਅੱਗੇ ਵਧੀਏ। ਜੀ ਜੀ। ਅਗਲੀ ਗੱਲ ਇਹ ਹੈ ਕਿ ਹੁਣ ਰਸ਼ੀਆ ਦੀ ਥੋੜੀ ਗੱਲ ਕਰਦੇ ਹਾਂ। ਉੱਥੇ ਵੀ ਬਗਾਵਤ ਦਾ ਝੰਡਾ ਸੁਰੱਖਿਆ, ਹਾਂਜੀ, ਬੁਲੰਦ ਹੋ ਗਿਆ। ਸੁਰੱਖਿਆ ਬਲ ਹੈਗੇ ਨੇ ਉੱਥੇ, ਵੈਗਨਰ, ਉਹਨਾਂ ਨੇ ਬੁਲੰਦ ਕੀਤਾ ਕਿਉਂਕਿ ਯੂਕਰੇਨ ਨਾਲ ਕਾਫੀ ਲੰਬਾ ਯੁੱਧ ਹੋ ਗਿਆ ਹੈ। ਪੁਤਿਨ ਸਾਹਿਬ ਨੂੰ ਕਾਫੀ ਨਿੰਦਾ ਮਿਲ ਰਹੀ ਹੈ ਕਿ ਆ ਕੀ ਕਰਦੇ ਪਏ ਹੋ, ਸਾਲ ਤੋਂ ਉੱਤੇ ਹੋ ਗਿਆ। ਇੰਨਾ ਵੀ ਕਾਹਦਾ ਹੰਕਾਰ ਹੋ ਗਿਆ
ਕਿ ਲੋਕਾਂ ਦੀ ਜਾਨ ਦੀ ਕੋਈ ਕੀਮਤ ਹੀ ਨਹੀਂ ਹੈਗੀ। ਥਾੜ ਥਾੜ ਬੰਬ ਚੱਲਦੇ ਪਏ ਨੇ, ਕਦੀ ਕੋਈ ਮਰਦਾ ਕਦੀ ਕੋਈ ਮਰਦਾ, ਔਰ ਇਕਨੋਮੀ ਦਾ ਬੁਰਾ ਹਾਲ ਹੋਇਆ ਪਿਆ। ਮਤਲਬ ਇਹ ਕਾਹਦਾ ਗੁੱਸਾ, ਇਹ ਕੀ ਗੱਲ, ਕੀ ਬਾਤ, ਕਿਹੜਾ ਮਸਲਾ ਐਸਾ ਨਹੀਂ ਹੈਗਾ ਜਿਹਦਾ ਟੇਬਲ ਤੇ ਬਹਿ ਕੇ ਹੱਲ ਨਹੀਂ ਹੋ ਸਕਦਾ। ਸੋ ਇਹ ਉਧਰ ਵੀ ਬਗਾਵਤ ਹੋਣੀ ਸ਼ੁਰੂ ਹੋ ਗਈ। ਅਸਲ 'ਚ ਜਿਹੜੀ ਸੁਰੱਖਿਆ ਬਲ ਜਿਹਨੂੰ ਫੌਜ ਕਹਿੰਦੇ ਆ, ਇਹ ਇਹਨਾਂ ਦੀ ਇੱਕ ਨਿੱਜੀ ਆਰਮੀ ਸੀਗੀ ਜਿਹੜੀ ਉਹਦੇ ਵਿੱਚ ਯੂਕਰੇਨ ਦੇ ਨਾਲ ਖਾਸ ਤੌਰ ਤੇ ਇਹਨਾਂ ਨੇ ਬੜਾ ਲੋਹਾ ਲਿਆ ਬਹੁਤ ਜ਼ਿਆਦਾ। ਉਹਦੇ ਵਿੱਚ ਇਹਦਾ ਪ੍ਰਗਿਆਨ ਜਿਹੜਾ ਇਹਦਾ ਫਾਊਂਡਰ ਸੀਗਾ ਨਾ, ਉਹ ਪੂਤਿਨ ਜੀ ਦਾ ਬੜਾ ਅੱਛਾ ਦੋਸਤ ਸੀਗਾ। ਫਿਰ ਉਹਨਾਂ ਨੂੰ ਕਿਹਾ ਕਿ ਤੁਸੀਂ ਕੋਈ ਇਦਾਂ ਦੀ ਫੌਜ ਬਣਾਓ ਜਿਹਦੇ ਵਿੱਚ ਮੇਰੀ ਹਮਾਇਤ ਹੋ ਜਾਏ, ਤੁਸੀਂ ਕੋਈ ਇਦਾਂ ਦਾ ਮਨਸੂਬਾ ਬਣਾ ਕੇ ਫੌਜ ਅੱਗੇ ਜਾਓ, ਪੈਸਾ ਅਸੀਂ ਦੇਵਾਂਗੇ ਸਾਰਾ। ਔਰ ਉਹਨਾਂ ਨੇ 50,000 ਭਰਤੀ ਕਰ ਲਿਆ ਮੁੰਡਾ, ਜਿਹਦੇ ਵਿੱਚ ਸਾਡੇ ਕੁਝ ਇੰਡੀਅਨ ਵੀ ਹੋਣਗੇ, ਬੜੇ ਬਾਹਰਲੇ ਦੇਸ਼ਾਂ ਦੇ ਵੀ ਮੁੰਡੇ ਆ ਗਏ। ਉਹਨਾਂ ਨੂੰ ਮਿਲ ਗਿਆ ਰੁਜ਼ਗਾਰ। ਜਦੋਂ ਰੁਜ਼ਗਾਰ ਮਿਲ ਗਿਆ, ਇਹਦੇ ਵਿੱਚ ਫਿਰ ਇਹਨਾਂ ਨੂੰ ਉਕਸਾਇਆ ਗਿਆ ਇਸ ਪਾਸੇ ਕਿ ਤੁਸੀਂ ਤੁਹਾਨੂੰ ਸਾਰਾ ਕੁਝ ਉਹ ਨਹੀਂ ਦਿੱਤਾ ਜਾ ਰਿਹਾ ਜੋ ਉੱਥੋਂ ਦੀ ਪਰਮਾਨੈਂਟ ਆਰਮੀ ਆ ਉਹ ਕਰ ਰਹੀ ਹੈ, ਰਸ਼ੀਅਨ, ਤੁਸੀਂ ਉਹ ਕੁਝ ਮਿਲਦਾ ਨਹੀਂ। ਫਿਰ ਇਹਨਾਂ ਨੇ ਬਗਾਵਤ ਦਾ ਝੰਡਾ ਚੁੱਕ ਲਿਆ, ਇਹਨਾਂ ਨੇ ਮਾਸਕੋ ਨੂੰ ਘੇਰਾ ਪਾਉਣ ਦਾ ਕੰਮ ਕਰ ਲਿਆ। ਜਦੋਂ ਘੇਰਾ ਪਾਉਣ ਦਾ ਕੰਮ ਉਧਰ ਨੂੰ ਫੌਜਾਂ ਵਧੀਆਂ, ਲੜਾਈ ਝਗੜਾ ਹੋਇਆ, ਜਿਹੜੀ ਅੰਦਰੂਨੀ ਸੁਰੱਖਿਆ ਉਹ ਖਤਮ ਹੋ ਗਈ। ਔਰ ਪੂਤਿਨ ਸਾਹਿਬ ਨੂੰ ਤਾਂ ਹੱਥਾਂ ਪੈਰਾਂ ਦੀ ਪੈ ਗਈ ਕਿ ਅੱਗੇ ਤਾਂ ਰੌਲਾ ਪਿਆ ਸਾਡਾ ਯੂਕਰੇਨ ਦੇ ਨਾਲ, ਅਸੀਂ ਉਧਰ ਫੌਜਾਂ ਨੂੰ ਲਾ ਰਹੇ ਹਾਂ, ਅਤੇ ਇਹ ਦੂਜਾ ਮਸਲਾ ਅੰਦਰੂਨੀ ਪੈ ਗਿਆ। ਅਸੀਂ ਹੁਣ ਕੀ ਕਰੀਏ? ਅਮਰੀਕਾ ਨੇ ਇਹਦੇ ਵਿੱਚ ਛਾਲ ਮਾਰ ਕੇ ਆ ਜਾਣਾ ਵਾ, ਚਾਈਨਾ ਨੇ ਸਾਡੀ ਹਮਾਇਤ ਕਰਨੀ ਆ, ਅਸੀਂ ਤਾਂ ਫਿਰ ਇਹ ਸਾਡੇ ਪਾਸੇ ਦੂਜਾ ਚੱਕਰ ਪੈ ਜਾਣਾ ਅੰਦਰੂਨੀ ਲੜਾਈ ਦਾ। ਉਹਨਾਂ ਨੇ ਫਿਰ ਉਹਦੇ ਫਾਊਂਡਰ ਨੂੰ ਬੁਲਾਇਆ, ਜਿਹੜਾ ਉਹਦਾ ਇਹਦਾ ਹਮਾਇਤੀ ਸੀਗਾ, ਜਿਹੜਾ ਇਹਦਾ ਸਮਰਥਨ ਕਰ ਰਿਹਾ ਸੀਗਾ। ਉਹਨੇ ਫਿਰ ਗੱਲ ਮੰਨੀ ਕਿ ਨਹੀਂ, ਮੈਂ ਇਹਨਾਂ ਨੂੰ ਕਹਿਣਾ ਕਿ ਤੁਸੀਂ, ਤੁਹਾਨੂੰ ਸਾਰੀਆਂ ਸਹੂਲਤਾਂ ਮੁਹੱਈਆ ਹੋਣਗੀਆਂ, ਤੁਸੀਂ ਇਹ ਕੰਮ ਤੋਂ ਬਾਜ਼ ਆ ਜਾਓ, ਅਸੀਂ ਇਸ ਕੰਮ ਨਾਲ ਨਹੀਂ ਹੋਣਾ। 50,000 ਫੌਜੀਆਂ ਨੂੰ ਫਿਰ ਉਹਨਾਂ ਨੂੰ ਬੈਰਕਾਂ 'ਚ ਵਾੜਿਆ, ਔਰ ਉਹ 36 ਘੰਟਿਆਂ ਦੀ ਜਿਹੜੀ ਇਹ ਬਗਾਵਤ ਸੀ ਉਹਨੇ ਬੜਾ ਤੈਸ਼ ਨੈਸ਼ ਕਰਤਾ। ਸੜਕਾਂ ਬੰਦ, ਆਵਾਜਾਈ ਬੰਦ, ਸਰਕਾਰੀ ਮਸ਼ੀਨਰੀ ਤੋੜ ਦਿੱਤੀ, ਗੱਡੀਆਂ ਸਾੜਤੀਆਂ, ਬੜਾ ਕੁਝ ਕੀਤਾ ਉਹਨਾਂ ਨੇ। ਆਰਮੀ ਨੂੰ ਕੌਣ ਹੱਥ ਲਾਊਗਾ? ਸਿਵਲੀਅਨ ਵਿਚਾਰੇ ਡਰ ਕੇ ਅੰਦਰ ਹੀ ਵੜ ਗਏ। ਵੈਸੇ ਵੀ ਉਹ ਬੜੇ ਉੱਚੇ ਲੰਬੇ ਆ, ਉਹਨਾਂ ਨੂੰ 10-10 ਬੰਦੇ ਫੜ ਹੀ ਨਹੀਂ ਸਕਦੇ। ਔਰ ਇਸ ਤਰ੍ਹਾਂ ਦੇ ਖੂੰਖਾਰ ਲੰਬੇ ਉੱਚੇ ਮੁੰਡੇ ਸੀਗੇ ਜਿਨ੍ਹਾਂ ਨੇ ਇਹ ਬਗਾਵਤ ਕੀਤੀ ਆ, ਪਰ ਹੁਣ ਕੰਟਰੋਲ ਦੇ ਅੰਡਰ ਆ ਗਏ। ਦੇਖੋ, ਪੂਰੀ ਦੁਨੀਆ ਦੇ ਵਿੱਚ ਕਿਤੇ ਵੀ ਚੈਨ ਨਹੀਂ, ਕਿਤੇ ਵੀ ਸ਼ਾਂਤੀ ਨਹੀਂ, ਕਿਤੇ ਵੀ ਲੋਕਾਂ ਨੂੰ ਮਤਲਬ ਟਿਕਣ ਨਹੀਂ ਦਿੱਤਾ ਜਾਂਦਾ। ਖਿੱਚੋ ਤਾਣ, ਹਰ ਥਾਂ ਤੇ ਰਾਜਨੀਤੀ, ਮੈਂ ਬਣੂੰਗਾ। ਔਰ ਇੱਕ ਬੰਦੇ ਨੂੰ ਪ੍ਰਧਾਨ ਮੰਤਰੀ, ਇੱਕ ਬੰਦੇ ਨੂੰ ਪ੍ਰੈਜ਼ੀਡੈਂਟ, ਇੱਕ ਬੰਦੇ ਨੂੰ ਕਿਤੇ ਹੋਰ ਅਹੁਦਾ ਦੇਣ ਲਈ ਕਿੰਨਾ ਕੁਝ ਕੀਤਾ ਜਾਂਦਾ ਹੈ। ਔਰ ਪੂਰੀ ਜਿਹੜੀ ਭਾਰਤ ਦੀ ਵੀ ਗੱਲ ਕਰ ਲਓ, ਪੂਰੀ ਦੁਨੀਆ ਦੀ ਵੀ ਗੱਲ ਕਰ ਲਓ, ਜਿਹੜੇ ਨਾਗਰਿਕ ਨੇ ਉਹਨਾਂ ਦਾ ਕੀ ਹਾਲ ਹੁੰਦਾ ਹੈ। ਇੱਥੋਂ ਤੱਕ ਕਿ ਤੁਸੀਂ ਇੱਕ ਛੋਟੀ ਜਿਹੀ ਗੱਲ ਦੇਖ ਲਓ, ਕੋਈ ਮਿਨਿਸਟਰ ਆਇਆ ਹੋਵੇ ਸ਼ਹਿਰ ਦੇ ਵਿੱਚ, ਇੱਧਰੋਂ ਸੜਕਾਂ ਬੰਦ, ਉੱਧਰੋਂ ਸੜਕਾਂ ਬੰਦ, ਉੱਤੋਂ ਘੁੰਮ ਕੇ ਜਾਓ ਜੀ, ਉਹ ਭਾਜੀ ਮੈਂ ਆਪਣੇ ਘਰ ਜਾਣਾ, ਉਹ ਸਾਹਮਣੇ ਮੇਰਾ ਘਰ ਹੈ, ਨਹੀਂ ਜਾ ਸਕਦੇ, ਉਹ ਘੁੰਮ ਕੇ ਜਾਓ। ਉਹ ਕਿੱਦੋਂ ਦੀ ਘੁੰਮ ਕੇ ਜਾਵਾਂ? ਉੱਧਰ ਜਾਓ ਤੇ ਉੱਧਰ ਕਹਿਣਗੇ ਉੱਧਰੋਂ ਘੁੰਮ ਕੇ ਜਾਓ। ਉਹ ਪੂਰੇ ਸ਼ਹਿਰ ਨੂੰ ਘੁਮਾ ਦੇਣਗੇ, ਪੂਰੇ ਸ਼ਹਿਰ ਦਾ ਚੱਕਰ ਲਵਾ ਦੇਣਗੇ, ਬੰਦਾ ਆਪਣੇ ਘਰ ਜਾਣ ਤੋਂ ਬੈਠਾ। ਮਿਨਿਸਟਰ ਸਾਹਿਬ ਆਏ ਹੋਏ ਨੇ। ਮਤਲਬ ਇਹ ਹੈ ਕਿ ਜਿਹੜੇ ਬਿਮਾਰ ਆ, ਜਿਨ੍ਹਾਂ ਨੇ ਸਕੂਲੇ ਜਾਣਾ, ਜਾਂ ਜਿਹੜੇ ਬਿਮਾਰ ਵਿਚਾਰੇ ਆ, ਜਿਹਨੂੰ ਹਾਰਟ ਅਟੈਕ ਦੀ ਪ੍ਰੋਬਲਮ ਆ ਰਹੀ ਆ, ਉਹ ਹੁਣ ਵੇਖਣਗੇ ਵੀ ਨੇਤਾ ਆ ਗਿਆ ਤਾਂ ਅਸੀਂ ਜੀਣ ਦਾ ਸਾਨੂੰ ਆਕੀ ਕੋਈ ਨਹੀਂ ਹੈਗਾ। ਉਹ ਵਿਚਾਰੇ ਜਾਂਦੇ ਹਸਪੀਟਲ ਤੱਕ ਵੈਸੇ ਪੂਰੇ ਹੋ ਜਾਂਦੇ। ਜਦੋਂ ਤੱਕ ਇਨ ਟਾਈਮ ਨਹੀਂ ਜਾਂਦੇ ਐਮਰਜੈਂਸੀ ਵਾਰਡ 'ਚ, ਉਹਨਾਂ ਨੇ ਐਡਮਿਟ ਹੋਣਾ ਹੁੰਦਾ, ਜਾ ਕੇ ਉਹਨਾਂ ਨੂੰ ਪੇਰੈਂਟਸ ਜਾਂ ਉਹਦੇ ਬੱਚੇ ਨਾਲ ਲੈ ਕੇ ਜਾ ਰਹੇ ਆ, ਉਹ ਵਿਚਾਰੇ ਬਜ਼ੁਰਗ ਰਾਹ 'ਚ ਹੀ ਪੂਰੇ ਹੋ ਜਾਂਦੇ ਆ। ਕਈ ਜ਼ਰੂਰਤਮੰਦ ਆ, ਕਈਆਂ ਵਿਚਾਰਿਆਂ ਨੇ ਫੁੱਲ ਤਾਰਨ ਜਾਣੇ ਕੀਰਤਪੁਰ ਸਾਹਿਬ, ਗੋਂਦਵਾਲ ਸਾਹਿਬ, ਉਹ ਵਿਚਾਰੇ ਉਹ ਵੀ ਉੱਥੇ ਰੁਕੇ ਰਹਿੰਦੇ ਆ, ਔਰ ਉਹਨਾਂ ਦਾ ਪਰਿਵਾਰ ਉੱਥੇ ਰੁਕਿਆ ਰਹਿੰਦਾ। ਸਾਡੇ ਲਈ ਹੈਗਾ ਕਿ ਜ਼ਰੂਰਤ ਦੀਆਂ ਜਿਹੜੀਆਂ ਚੀਜ਼ਾਂ ਨੇ, ਨਿੱਜੀ ਜ਼ਰੂਰਤਾਂ ਜਿਨ੍ਹਾਂ ਦੀ, ਜਾਂ ਜਿਨ੍ਹਾਂ ਨੂੰ ਆਵਾਜਾਈ ਦੇ ਸਾਧਨ, ਉਹਨਾਂ ਦਾ ਕੋਈ ਨਹੀਂ ਧਿਆਨ ਕਰਦਾ। ਇੱਕ ਹੋਰ ਵੀ ਗੱਲ ਹੁੰਦੀ ਹੈ, ਸੜਕਾਂ ਰੋਕ ਲੈਂਦੇ ਆ ਜਿਹਦੇ ਵਿੱਚ ਧਾਰਮਿਕ ਸਮਾਗਮ ਹੁੰਦੇ ਆ। ਹੁਣ ਅਸੀਂ ਨਾਂ ਤਾਂ ਨਹੀਂ ਲੈਣਾ ਚਾਹਾਂਗੇ, ਜਿਸ ਧਾਰਮਿਕ ਸਮਾਗਮ ਹੁੰਦੇ ਆ ਸੜਕਾਂ ਰੋਕ ਲੈਂਦੇ ਆ। ਬਾਹਰਲੀ ਕੰਟਰੀ 'ਚ ਕਿਤੇ ਇਸ ਤਰ੍ਹਾਂ ਦੀ ਗੱਲ ਨਹੀਂ ਹੁੰਦੀ ਕਿ ਤੁਸੀਂ ਪਬਲਿਕ ਪਲੇਸ ਨੂੰ ਰੋਕ ਲਓ। ਉੱਥੇ ਈਵਨ ਜਿੱਥੇ ਤੁਸੀਂ ਹੋਰਡਿੰਗ ਲਾਉਂਦੇ, ਬੋਰਡ ਲਾਉਂਦੇ, ਜੇ ਇਲੈਕਸ਼ਨ ਹੁੰਦੀ ਆ, ਉਹ ਕੈਂਡੀਡੇਟ ਆਪ ਲਾ ਕੇ ਆਪ ਹੀ ਪੁੱਟਦਾ ਉੱਥੋਂ। ਇੱਥੇ ਸਾਡੇ ਪਤਾ ਨਹੀਂ ਕੀ ਕੁਝ ਲੱਗ ਜਾਂਦਾ ਸੜਕਾਂ 'ਤੇ, ਐਡਵਰਟਾਈਜ਼ਮੈਂਟ, ਮੋਬਾਈਲ ਲੈ ਕੇ ਐਡਵਰਟਾਈਜ਼ਮੈਂਟ ਦੀਆਂ ਫੋਟੋ ਲਾ ਰਿਹਾ, ਐਕਸੀਡੈਂਟ ਹੁੰਦੇ ਆ, ਲੋਕ ਮਰ ਰਹੇ ਆ। ਸਾਡੇ ਤਾਂ ਜੰਗਲੀ ਰਾਜ, ਸੜਕਾਂ ਦੇ ਵਿੱਚ ਖੰਭੇ ਗੱਡ ਦੇਣਗੇ, ਉੱਤੇ ਪੋਸਟਰ ਲੱਗਣੇ ਨੇ। ਮਤਲਬ ਇੱਕ ਉਦਾਹਰਣ ਹੈ ਕਿ ਇੱਕ ਇੰਨੇ ਛੋਟੇ ਜਿਹੇ ਸਮਾਗਮ ਵਾਸਤੇ ਇੰਨਾ ਤਾਮ-ਝਾਮ ਤੇ ਪੂਰੀ ਦੁਨੀਆ ਵਿੱਚ ਹੈ। ਉੱਥੇ ਹੋਰ ਤਰੀਕੇ ਨਾਲ ਤਾਮ-ਝਾਮ ਹੁੰਦੇ ਉੱਥੇ ਵੀ, ਪਰ ਇਦਾਂ ਦਾ ਨਹੀਂ ਹੋਗਾ ਕਿਉਂਕਿ ਹਿਊਮਨ ਸਾਈਕੋਲੋਜੀ ਸੇਮ ਆ। ਤਾਂ ਮੈਂ ਆਪਣੀ ਗੱਲ ਤੇ ਉਵੇਂ ਹੀ ਹੋਣਾ ਕਿ ਕਿਸੇ ਵੀ ਦੇਸ਼ ਦੇ ਵਿੱਚ ਪ੍ਰਧਾਨ ਮੰਤਰੀ ਬਣਾਉਣ ਲਈ ਜਾਂ ਪ੍ਰੈਜ਼ੀਡੈਂਟ ਬਣਾਉਣ ਲਈ, ਕਿਸੇ ਵੀ ਦੇਸ਼ ਦਾ ਕਿਸੇ ਨੂੰ ਬਣਾਉਣ ਲਈ, ਵੱਡੇ ਫੋਰਨ ਕੰਟਰੀ ਦੇ ਵੀ ਮੈਂ ਨਾਲ ਹੀ ਗੱਲ ਕਰੀ ਜਾਂਦਾ ਵੀ ਕਿਸੇ ਵੀ ਮੁਲਕ ਦੇ ਵਿੱਚ ਪ੍ਰੈਜ਼ੀਡੈਂਟ ਬਣਾਉਣਾ ਹੈ, ਪ੍ਰਾਈਮ ਮਿਨਿਸਟਰ ਬਣਾਉਣਾ ਹੈ, ਕਿੰਨਾ ਤਾਮ-ਝਾਮ ਕਰਨਾ ਪੈਂਦਾ ਹੋਏਗਾ। ਆ ਛੋਟੀ ਜਿਹੀ ਗੱਲ ਨੂੰ ਇੰਨਾ ਤਾਮ-ਝਾਮ ਕਰਨਾ ਪੈਂਦਾ। ਸੋ ਸਫਰ ਕੌਣ ਹੁੰਦਾ ਹੈ? ਆਮ ਲੋਕ, ਆਮ ਪਬਲਿਕ। ਸਾਡੇ ਤੇ ਪਾਪੂਲੇਸ਼ਨ ਜ਼ਿਆਦਾ, ਪਹਿਲੋਂ ਨਹੀਂ ਲੰਘਿਆ ਜਾਂਦਾ। ਨਾਰਮਲ ਲਾਈਫ 'ਚ ਤੁਸੀਂ ਜਾਓਗੇ ਨਾ ਸੜਕ 'ਤੇ, ਤੇ ਇੰਨੀ ਭੀੜ ਭੜੱਕਾ, ਲੰਘਣਾ ਤੁਹਾਨੂੰ ਦੁਸ਼ਵਾਰੀ ਹੋ ਜੂ, ਲੰਘ ਨਹੀਂ ਸਕਦੇ। ਜਦੋਂ ਇੱਦਾਂ ਦਾ ਕੋਈ ਧਾਰਮਿਕ ਕੰਮ ਸਮਾਗਮ ਹੋ ਰਿਹਾ ਜਾਂ ਕੋਈ ਨੇਤਾ ਆ ਰਿਹਾ,
ਉਦੋਂ ਤਾਂ ਸੜਕਾਂ ਬਿਲਕੁਲ ਜਾਮ ਹੋ ਜਾਣਗੀਆਂ, ਉਦੋਂ ਤੋਂ ਤੁਸੀਂ ਲੰਘ ਨਹੀਂ ਸਕਦੇ। ਉੱਥੇ ਤੁਹਾਨੂੰ 6-6 ਘੰਟੇ ਲੱਗ ਜਾਂਦੇ ਰੁਕੇ। ਉੱਥੇ ਤੇਲ ਵੀ ਤੁਹਾਡਾ ਖਰਾਬ ਹੋ ਰਿਹਾ, ਕੰਮ ਵੀ ਖਰਾਬ ਹੋ ਰਿਹਾ, ਆਵਾਜਾਈ ਦੇ ਸਾਧਨ ਵੀ ਤੁਹਾਡੇ ਖਰਾਬ ਹੋ ਰਹੇ ਆ, ਸਾਰਾ ਕੁਝ ਤੁਹਾਡਾ ਮਿੱਟੀ ਹੋ ਜਾਂਦਾ। ਹੁਣ ਇਸੇ ਗੱਲ ਨੂੰ ਆਪਾਂ ਅੱਗੇ ਵਧਾਈਏ ਜੀ ਜੀ ਤਾਂ ਪਬਲਿਕ ਦੇ ਦਿਲ ਦੇ ਵਿੱਚ ਜੋ ਗੱਲ ਹੈ ਜਾਂ ਜੋ ਪੋਲੀਟੀਕਲ ਪੰਡਿਤਸ ਬੈਠੇ ਨੇ, ਜੋ ਪੋਲੀਟੀਕਲ ਐਨਾਲਿਸਟ ਬੈਠੇ ਨੇ, ਉਹ ਕਿੱਦਾਂ ਗੱਲਾਂ ਕਰਦੇ ਨੇ ਕਿ ਮਣੀਪੁਰ ਸੜ ਰਿਹਾ ਹੈ ਆ ਤੇ ਪ੍ਰਧਾਨ ਮੰਤਰੀ ਸਾਹਿਬ ਉੱਥੇ ਨਹੀਂ ਗਏ ਔਰ ਅਮਰੀਕਾ ਚਲੇ ਗਏ ਨੇ, ਅਮਰੀਕਾ ਦੀ ਵਿਦੇਸ਼ੀ ਯਾਤਰਾ ਤੇ ਚਲੇ ਗਏ ਨੇ। ਸੋ ਉਹ ਕਿਉਂ ਨਹੀਂ ਗਏ ਮਣੀਪੁਰ, ਕਿਉਂ ਨਹੀਂ ਲੋਕਾਂ ਦੇ ਨਾਲ ਜਾ ਕੇ ਉੱਥੇ ਗੱਲਬਾਤ ਕੀਤੀ, ਕਿਉਂ ਨਹੀਂ ਲੋਕਾਂ ਦੇ ਨਾਲ ਜਾ ਕੇ ਉੱਥੇ ਖੜੇ? ਉਹਨਾਂ ਦਾ ਪਰਸਨਲੀ ਜਾਣਾ ਜ਼ਰੂਰੀ ਮੰਨਦੇ ਨੇ ਇਹ ਐਨਾਲਿਸਟ। ਹੋ ਸਕਦਾ ਹੈ ਕਿ ਸਰਕਾਰੀ ਤੌਰ ਤੇ ਬਹੁਤ ਕੁਝ ਕੀਤਾ ਜਾ ਰਿਹਾ ਹੋਵੇ, ਫੌਜਾਂ ਵੀ ਉੱਥੇ ਲਾਈਆਂ ਹੋਈਆਂ ਨੇ ਕੰਟਰੋਲ ਕਰਨ ਵਾਸਤੇ, ਫਲੈਗ ਮਾਰਚ ਵੀ ਹੋ ਰਿਹਾ, ਸਭ ਕੁਝ ਹੋ ਰਿਹਾ, ਪਰ ਲੋਕ ਇਹ ਜ਼ਰੂਰੀ ਸਮਝਦੇ ਸੀਗੇ ਕਿ ਪ੍ਰਧਾਨ ਮੰਤਰੀ ਜੀ ਉੱਥੇ ਪਰਸਨਲ ਤੌਰ ਤੇ ਜਾ ਕੇ ਗੱਲਬਾਤ ਕਰਦੇ। ਖੈਰ ਉਹਨਾਂ ਦੇ ਰੁਝੇਵੇਂ ਵੀ ਹੋ ਸਕਦੇ ਨੇ, ਪਰ ਲੋਕਾਂ ਦੀ ਇਹ ਡਿਮਾਂਡ ਰਹੀ ਹੈ। ਇਹ ਹੁਣ 1.5 ਮਹੀਨੇ ਤੋਂ ਉੱਪਰ ਹੋ ਗਿਆ ਔਰ ਇਹਦੇ ਵਿੱਚ ਪ੍ਰਧਾਨ ਮੰਤਰੀ ਸਾਹਿਬ ਦਾ ਇੰਨਾ ਟਾਈਮ ਨਹੀਂ ਲੱਗਾ, ਜਾਂ ਵਰਚੁਅਲ ਮੀਟਿੰਗ ਜਾਂ ਤੇ ਜਿਹੜੀ ਵੀਡੀਓ ਕਾਨਫਰੰਸ ਉਹਦੇ 'ਤੇ ਹੀ ਸੰਬੋਧਨ ਕਰ ਦਿੰਦੇ, ਉੱਥੋਂ ਤੱਕ ਵੀ ਨਹੀਂ ਹੋਇਆ। ਔਰ ਉੱਥੇ ਜਿਹੜੇ ਉੱਥੋਂ ਦੇ ਮਤੋਈ ਨਾਗ ਔਰ ਉੱਥੋਂ ਦੇ ਕੁੱਕੀ ਜਿਹੜੇ ਹੈਗੇ ਨੇ, ਉਹਨਾਂ ਆਪੋ ਵਿੱਚ ਜਿਹੜੀ ਆ ਇੰਨਾ ਬਲੱਡ ਸ਼ੈਡ ਕੀਤਾ, ਇੰਨਾ ਉੱਤੇ ਖੂਨ ਖਰਾਬਾ ਹੋ ਗਿਆ। ਕੱਲ੍ਹ ਉੱਥੋਂ ਦੀਆਂ ਜਿਹੜੀਆਂ ਔਰਤਾਂ ਨੇ ਮਤੋਈ, ਉਹਨਾਂ ਨੇ ਜਿਹੜੀ ਉੱਥੋਂ ਦੀ ਆਰਮੀ, ਉਹਨਾਂ ਕੋਲ 1500 ਬੰਦਾ ਛੁਡਵਾ ਦਿੱਤਾ, ਜਿਹੜਾ ਉਗਰਵਾਦੀ ਅੱਤਵਾਦੀ ਫੜੇ ਸੀ ਉਹਨਾਂ ਨੇ। ਆਰਮੀ ਨੂੰ ਉਹਨਾਂ ਨੇ ਵੈਪਨ ਵੀ ਉਹਨਾਂ ਦੇ ਖੋਹ ਲਿਆ ਤਾਂ ਉਹ ਵੀ ਛੁਡਵਾ ਕੇ ਲੇਡੀ ਪੈ ਗਈ ਉੱਥੇ, ਅਜੇ ਤੱਕ ਉੱਥੇ ਨਹੀਂ। ਔਰ ਮੰਤਰੀ ਜਿਹੜੇ ਉੱਥੇ ਨੇ ਉਹਨਾਂ ਦੇ ਘਰ ਸਾੜ ਦਿੱਤੇ ਔਰ ਜਿਹੜੇ ਬਾਜ਼ਾਰ ਆ ਉਹ ਸਾਰੇ ਅੱਗ ਲਾ ਕੇ ਜਿਹੜੇ ਸਾੜ ਦਿੱਤੇ ਗਏ। ਹੁਣ ਇਸੇ ਤਰ੍ਹਾਂ ਦਾ ਜੋ ਉੱਥੇ ਦੇ ਮਾਹੌਲ ਇੱਦਾਂ ਦਾ ਹੋ ਗਿਆ ਤੇ ਕੇਂਦਰ ਨੇ ਜੇ ਕੀਤੀ ਪੈਰਵਾਈ ਤੇ ਅਮਿਤ ਸ਼ਾਹ ਨੇ ਕੋਈ ਉੱਥੇ ਸਾਰੀ ਜਨਰਲ ਪਾਰਟੀ ਜਿਹੜੀ ਆ ਮੀਟਿੰਗ ਕੀਤੀ ਆ, ਉਸ 'ਚ ਪਾਰਟੀ ਨੂੰ ਬੁਲਾ ਕੇ ਗੱਲਬਾਤ ਹੋਈ ਆ, ਉਸ 'ਚ ਆਪੋਜੀਸ਼ਨ ਦੀਆਂ ਪਾਰਟੀਆਂ ਗਈਆਂ। ਹੋਮ ਮਿਨਿਸਟਰ ਦਾ ਤਾਂ ਬਣਦਾ ਕੰਮ ਉਹਨਾਂ ਨੇ ਕਰ ਲਿਆ, ਪਰ ਪ੍ਰਧਾਨ ਮੰਤਰੀ ਬਾਹਰਲੇ ਦੌਰਿਆਂ 'ਤੇ ਇਹ ਜਿੰਨੇ ਵੀ ਸਾਡੇ ਸ਼ਾਸਤਰੀ ਨੇ, ਰਾਜਨੀਤੀ ਸ਼ਾਸਤਰੀ, ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਕੋਈ ਉਹਨਾਂ ਦਾ ਵੇਲ ਨਹੀਂ ਹੈਗਾ, ਉਹ ਬਾਹਰ ਝੂਟੇ ਲੈ ਰਹੇ ਜਹਾਜ਼ਾਂ ਦੇ। ਉਹਨਾਂ ਨੇ ਚੁੱਪ ਵੱਟੀ ਪਈ ਆ, ਘੱਟੋ ਘੱਟ ਲੋਕਾਂ ਨੂੰ ਕਹਿ ਦੇਣ, ਲੋਕ ਹੀ ਸੁਣ ਲੈਣ, ਉਹਨਾਂ ਨੂੰ ਸੰਬੋਧਨ ਹੀ ਹੋਰ ਕਰ ਦੇਣ, ਉਹ ਵੀ ਕੁਝ ਨਹੀਂ ਕੀਤਾ। ਔਰ ਉੱਥੇ ਜਿਹੜੀ ਆ ਇੰਨੀ ਖੋਆ ਮਈ ਪਈ ਹੈ, ਇੰਨਾ ਕੁਝ ਹੋ ਗਿਆ, ਸਰਹੱਦਾਂ ਜਿਹੜੀਆਂ ਖੋਲ੍ਹ ਦਿੱਤੀਆਂ ਗਈਆਂ, ਬਾਹਰਲੇ ਜਿਹੜੇ ਲੁਟੇਰੇ ਨੇ ਉਹ ਅੰਦਰ ਆ ਗਏ ਉੱਥੇ। ਔਰ ਉਹ ਪਹਾੜੀ ਏਰੀਆ ਦੇ ਵਿੱਚ ਜਿਹੜੀ ਆ ਗੁਫੀਆ ਜਿਹੜੀਆਂ ਲੜਾਈਆਂ ਹੋ ਰਹੀਆਂ, ਆਪੋ 'ਚ ਮਾਰ ਧਾੜ ਹੋ ਗਈਆਂ, ਬੱਚੇ ਵਿਚਾਰੇ ਮਰ ਰਹੇ ਆ, ਔਰਤਾਂ ਮਰ ਰਹੀਆਂ, ਬੜਾ ਕੁਝ ਹੋ ਗਿਆ। ਪਰ ਕੇਂਦਰ ਨੇ ਉਹਨੂੰ ਆਪਣੇ ਤਰੀਕੇ ਨਾਲ ਨਜਿੱਠਣ ਦਾ ਕੰਮ ਨਹੀਂ ਕੀਤਾ। CRPF ਸਾਡੇ ਉੱਥੇ ਜਿੱਦਾਂ BSF ਹੈਗੀ ਆ, ਬਾਕੀ ਜਿਹੜੀਆਂ ਹੋਰ ਸੈਨਾ ਨੇ, ਉਹਨਾਂ ਨੂੰ ਉੱਥੇ ਲਾ ਕੇ ਰੋਕਣਾ ਚਾਹੀਦਾ ਕਿ ਜਿਹੜੀਆਂ ਸੁਰੱਖਿਆ ਦਾ ਮਾਮਲਾ ਤੁਹਾਡਾ, ਤੁਸੀਂ ਹੋਰ ਉੱਥੇ ਸਿਵਲੀਅਨ ਨੇ ਤਾਂ ਜਾਣਾ ਨਹੀਂ ਕਿਸੇ ਨੇ, ਇਹਨਾਂ ਤੋਂ ਰੋਕਣਾ ਚਾਹੀਦਾ ਹੈਗਾ। ਔਰ ਜਦੋਂ ਆਂਦੇ ਵੀ ਉਹ ਰੋਮ ਨੂੰ ਅੱਗ ਲੱਗੀ ਤੇ ਨੀਰੂ ਜਿਹੜਾ ਬੰਸਰੀ ਵਜਾ ਰਿਹਾ ਸੀਗਾ, ਇਹ ਹੁਣ ਉਹ ਗੱਲ ਹੋ ਗਈ, ਹੁਣ ਅੱਗ ਹੀ ਲੱਗੀ ਉਹਨੂੰ। ਔਰ ਉਹ ਦੂਜੇ ਪਾਸੇ ਸਰਕਾਰ ਜਿਹੜੀ ਆ ਉਹ ਕੋਈ ਕੰਮ ਨਹੀਂ ਕਰ ਰਹੀ, ਉਹ ਟੂਰ ਪ੍ਰੋਗਰਾਮ ਬਣਾ ਰਹੇ ਆ, ਜਹਾਜ਼ 'ਤੇ ਝੂਟੇ ਲੈ ਰਹੇ ਆ ਔਰ ਉਹਦੇ ਵਿੱਚ ਇਲੈਕਸ਼ਨ ਦੀ, ਅਗਲੀ ਇਲੈਕਸ਼ਨ ਆਉਣ ਦੀ ਜਿਹੜੀ ਉਹਦੇ ਮਨਸੂਬੇ ਬਣ ਰਹੇ ਆ। ਦੇਸ਼ ਭੁੱਜ ਰਿਹਾ, ਸੜ ਰਿਹਾ, ਦੇਸ਼ ਦੇ ਵਿੱਚ ਤਬਾਹੀ ਮੱਚੀ ਪਈ ਆ, ਪਰ ਆਪਾਂ ਨੂੰ ਨਹੀਂ ਪਤਾ। ਆਪ ਤਾਂ ਅਸੀਂ ਉੱਥੇ ਬਾਹਰਲੇ ਦੇਸ਼ਾਂ 'ਚ ਸੰਬੋਧਨ ਕਰਾਂਗੇ, ਲੋਕਾਂ ਨਾਲ ਗੱਲ ਕਰਾਂਗੇ ਔਰ ਲੋਕਾਂ ਨੂੰ ਕਹਾਂਗੇ ਦੇਸ਼ ਖੁਸ਼ਹਾਲ ਹੈ, ਦੇਸ਼ ਹੋਰ ਖੁਸ਼ਹਾਲ ਕਰ ਦਾਂਗੇ। ਅੰਦਰੂਨੀ ਲੜਾਈਆਂ, ਅੰਦਰੂਨੀ ਖਿੱਚਾਤਾਣੀ, ਅੰਦਰੂਨੀ ਮੌਤਾਂ, ਇਹ ਪਤਾ ਨਹੀਂ ਕਿਸੇ ਨੂੰ ਕਿ ਕੀ ਫਿਊਚਰ ਹੈ। ਇਹਨੂੰ ਅਸੀਂ ਕਹਿੰਦੇ ਹਾਂ ਲੀਡਰਸ਼ਿਪ, ਇਹਨੂੰ ਅਸੀਂ ਕਹਿੰਦੇ ਹਾਂ ਲੋਕਤੰਤਰ, ਇਹਨੂੰ ਅਸੀਂ ਕਹਿੰਦੇ ਹਾਂ ਸਾਡਾ ਸੰਵਿਧਾਨ ਬੜਾ ਸੁਰੱਖਿਅਤ ਹੈ। ਇਹ ਹੈ। ਨਾਲ ਵਿਜੀਲੈਂਸ ਦੀ ਗੱਲ ਕਰ ਲਈਏ ਜ਼ਰੂਰ, ਕਿਉਂਕਿ ਸਾਡੇ ਇੱਥੇ ਫੈਸ਼ਨ ਹੈ, ਹਮੇਸ਼ਾ ਕਪਲੇ ਹੁੰਦੇ ਰਹਿੰਦੇ ਨੇ ਜੀ, ਵਿਜੀਲੈਂਸ ਨੂੰ ਕੰਮ ਮਿਲਿਆ ਰਹਿੰਦਾ ਹੈ। ਜਿਹਦੇ ਵਿਜੀਲੈਂਸ ਡਿਪਾਰਟਮੈਂਟ ਦਾ ਕੀ ਕਰਨਾ, ਆਪਾਂ ਕੰਮ ਮਿਲਿਆ ਰਹਿੰਦਾ, ਬਿਲਕੁਲ ਕੰਮ ਮਿਲਿਆ ਰਹਿੰਦਾ। ਹੁਣ ਪਰਲਸ ਗਰੁੱਪ ਦੇ ਮਗਰ ਲੱਗਾ ਹੋਇਆ ਹੈ, ਉਹਦੀ ਜਾਇਦਾਦ ਦੀ ਪੜਤਾਲ ਹੋ ਰਹੀ ਹੈ। ਇਹ ਜਿਹੜੀਆਂ ਚਿੱਟ ਫੰਡ ਕੰਪਨੀਆਂ ਨੇ, ਇਹਨਾਂ ਨੇ ਮਿਲ ਕੇ ਜਿਹੜੀਆਂ ਲੋਕਾਂ ਨੂੰ ਜਿਨ੍ਹਾਂ ਕਹਿੰਦੇ ਆ ਜੇਬ ਕੱਟੀ ਹੈ, ਉਹਨਾਂ ਦਾ ਵੀ ਸਾਰਾ ਪ੍ਰਚਲਨ ਚੱਲਦਾ ਪਿਆ। ਸੋ ਇਹ ਕੁੱਲ ਮਿਲਾ ਕੇ ਜਿਹੜੀ ਵਿਜੀਲੈਂਸ ਦੀ ਹੈ ਗੇਮ ਹੁਣ ਇਹ ਮਗੀ ਹੋਈ ਹੈ ਔਰ ਪਰਲਸ ਗਰੁੱਪ ਦੀਆਂ ਰਾਤ ਦੀਆਂ ਨੀਂਦਾਂ ਉਡੀਆਂ ਹੋਈਆਂ ਨੇ, ਦਿਨ ਦਾ ਚੈਨ ਉੜਿਆ ਹੋਇਆ। ਪਰਲ ਗਰੁੱਪ ਦੀ ਜਿਹੜੀਆਂ ਇਹਨਾਂ ਨੇ ਪ੍ਰਾਪਰਟੀ ਬਣਾਈ ਸੀ ਨਾ, ਜਿਹੜੀ ਸਾਰੀ ਬਾਹਰਲੇ ਦੇਸ਼ਾਂ 'ਚ ਬਹੁਤ, ਖਾਸ ਕਰਕੇ ਆਸਟ੍ਰੇਲੀਆ 'ਚ ਵੀ ਹੈਗੀ ਹੈ, ਕੈਨੇਡਾ 'ਚ ਵੀ ਹੈ, ਅਮਰੀਕਾ 'ਚ ਵੀ ਹੈ ਪਰਲਸ ਗਰੁੱਪ। ਇਹਨੇ ਬੜੇ ਵੱਡੇ ਲਾਰਜ ਸਕੇਲ 'ਤੇ ਕੰਮ ਕੀਤਾ ਔਰ ਇਹਦੇ ਵਿੱਚ ਜਿਹੜਾ ਚਿੱਟ ਫੰਡ ਸੀਗਾ ਉਹਦੇ 'ਚ ਘਪਲੇ ਕੀਤੇ, ਪੈਸਾ ਲੋਕਾਂ ਦਾ ਬਟੋਰ ਲਿਆ, ਲੋਕ ਵਿਚਾਰੇ ਰੋ ਰਹੇ ਆ। ਔਰ ਉਦੋਂ ਬਾਅਦ ਇੱਕ ਸਰਕਾਰ ਐਸੀ ਆਈ ਪੰਜਾਬ 'ਚ, ਜਦੋਂ ਇਹ ਘਪਲਾ ਚੱਲ ਰਿਹਾ ਸੀਗਾ, ਕੇਸ ਚੱਲ ਰਿਹਾ ਸੀ, ਵਿਜੀਲੈਂਸ ਕੋਈ ਕੇਸ ਸੀਗਾ, ਉਹਨਾਂ ਨੂੰ ਕਲੀਨ ਚਿੱਟ ਦੇ ਦਿੱਤੀ। ਇਹ ਜਿਹੜੇ ਹੈੱਡ ਨੇ ਉਹ ਆਰਾਮ ਨਾਲ ਬਾਹਰ ਆ ਗਏ, ਕੋਈ ਇੱਦਾਂ ਦਾ ਨਹੀਂ ਹੈਗਾ। ਉੱਧਰ ਵੀ ਪੈਸਾ ਚੱਲਿਆ,
ਫਿਰ ਹੁਣ ਭਗਵੰਤ ਮਾਨ ਸਰਕਾਰ ਆਈ, ਇਹਨਾਂ ਨੇ ਕਹਿਤਾ ਕਿ ਇਹਦੇ ਵਿੱਚ ਜਦੋਂ ਆ ਗਏ ਇਹਨਾਂ ਨੇ ਉਸੇ ਵੇਲੇ ਕੇਸ ਨੂੰ ਲਿਆ ਆਪਣੇ ਕੋਲ। ਭਗਵੰਤ ਮਾਨ ਨੇ ਆਪ ਖੁਦ ਕਿਹਾ ਕਿ ਵਿਜੀਲੈਂਸ ਨੂੰ ਹੈਗਾ ਕਿ ਸਾਨੂੰ ਜਲਦੀ ਤੋਂ ਜਲਦੀ ਰਿਪੋਰਟ ਦਿਓ ਕਿ ਇਸ ਵੇਲੇ ਇਹ ਸਟੇਟਸ ਕਿੱਥੇ ਹੈ, ਕੀ ਕੁਝ ਹੋ ਗਿਆ, ਕਿੰਨਾ ਕੁਝ ਕਰਨ ਵਾਲਾ ਗਾ। ਉਹਨਾਂ ਨੇ ਕਹਿ ਦਿੱਤਾ ਰਿਪੋਰਟ ਦੇ ਵਿੱਚ ਵੀ ਇਹ ਸਾਰਾ ਕੁਝ ਹੈਗਾ। ਇਹਨਾਂ ਨੇ ਅਸੀਂ ਮਾਲ ਵਿਭਾਗ ਨੂੰ ਦਿੱਤਾ, ਰੈਵਨਿਊ ਡਿਪਾਰਟਮੈਂਟ ਨੂੰ, ਕਿੱਥੇ ਕਿੱਥੇ ਇਹਨਾਂ ਦੀ ਪ੍ਰਾਪਰਟੀ ਆ। ਉਹਦੇ ਵਿੱਚੋਂ ਕੋਈ 1100 ਪ੍ਰਾਪਰਟੀ ਦਾ ਪਤਾ ਲੱਗਾ, ਬਾਕੀ ਪ੍ਰਾਪਰਟੀਆਂ ਬਾਹਰ ਪਈਆਂ ਨੇ, ਬਾਹਰਲੇ ਦੇਸ਼ਾਂ ਵਿੱਚ ਹੈਗੀਆਂ। ਹੁਣ ਉਹਨਾਂ ਦੇ ਵਿੱਚ ਜਦੋਂ ਇਹਨਾਂ ਦੀ ਪ੍ਰਾਪਰਟੀ ਦੀ ਪੜਚੋਲ ਹੋਈ ਆ, ਪੜਤਾਲ ਹੋਈ ਆ, ਇਨਕੁਆਇਰੀ ਹੋਈ ਆ, ਉਹ ਜਿਹੜੇ ਆਫੀਸਰ ਨੇ ਜਿਹੜੇ ਰੈਵਨਿਊ ਡਿਪਾਰਟਮੈਂਟ ਦੇ, ਉਹਨਾਂ ਵਿੱਚ ਵੀ ਘਪਲਾ ਆ ਗਿਆ। ਹੁਣ ਤਲਵਾਰ ਉਹਨਾਂ 'ਤੇ ਆ। ਉਹਨਾਂ ਨੇ ਜਿਹੜੀ ਪੜਚੋਲ ਕੀਤੀ ਹੈ ਵਿਜੀਲੈਂਸ ਨੇ, ਉਹਨਾਂ ਨੂੰ ਸਕੰਜੇ 'ਚ ਲੈ ਲਿਆ ਵੀ ਇਹ ਤਾਂ ਤੁਹਾਡੀ ਰਿਪੋਰਟ ਹੀ ਗਲਤ ਹੈਗੀ ਆ। ਜਿਹੜੀ ਕੋਠੀ 14 ਮਰਲੇ 'ਚ ਬਣੀ ਉਹਨੂੰ 7 ਮਰਲੇ 'ਚ ਦਿਖਾਤਾ। ਜਿਹੜੀ ਉਹਨਾਂ ਦਾ ਗਰੁੱਪ ਮਾਰਕੀਟ ਹੈਗੀ ਆ, ਜੇ ਉਹ ਕੋਈ 2-4 ਕਿਲੋਮੀਟਰ ਦੇ ਵਿੱਚ 4 ਕਿਲੋਮੀਟਰ 'ਚ ਹੈਗੀ ਆ, ਉਹਨੂੰ ਅੱਧਾ ਕਿਲੋਮੀਟਰ 'ਚ ਦਿਖਾਤਾ। ਮੀਨਸ ਇਹ ਹੈਗਾ ਕਿ ਜੋ ਪ੍ਰੋਪਰ ਉਹਨਾਂ ਦੀ ਜਗ੍ਹਾ ਹੈਗੀ ਆ, ਜੋ ਉਹਨਾਂ ਨੇ ਬਣਾਈਆਂ ਬੇਨਾਮੀ ਜਾਇਦਾਦਾਂ, ਉਹਦੀ ਰਿਪੋਰਟ ਗਲਤ ਹੈਗੀ ਆ। ਹੁਣ ਵਿਜੀਲੈਂਸ ਨੇ ਉਹਨਾਂ ਨੂੰ ਫੜਿਆ। ਹੁਣ ਬਹੁਤ ਅਧਿਕਾਰੀ ਇਸ ਕੰਜੇ 'ਚ ਵੀ ਆਉਣਗੇ। ਹੁਣ ਭਗਵੰਤ ਮਾਨ ਸਰਕਾਰ ਵੈਸੇ ਕਿੱਧਰ ਹੋਊਗੀ? ਚਾਰੇ ਪਾਸੇ, ਕਿਸੇ ਪਾਸੇ ਗੈਂਗ ਆ, ਕਿਸੇ ਪਾਸੇ ਕੁਛ ਆ, ਕਿਸੇ ਪਾਸੇ। ਅਸਲ 'ਚ ਖਲਾਰਾ ਪਿਆ ਸੀ ਪਹਿਲੋਂ, ਉਹਨੂੰ ਸਮੇਟਣਾ ਇਹਨੂੰ ਟਾਈਮ ਲੱਗਣਾ ਬਹੁਤ ਦੇਰ, ਕਿਉਂਕਿ ਖਲਾਰਾ ਪਾ ਕੇ ਜਾਂਦੀ ਹੁੰਦੀ ਜਿਹੜੀ ਗੌਰਮੈਂਟ ਜਾਂਦੀ ਹੁੰਦੀ। ਉਹਨੂੰ ਪਤਾ ਇਹ ਕਿਤੇ ਸੁੱਖ ਦੀ ਨੀਂਦੇ ਨਾਲ ਸੌਂ ਜੇ। ਇਹ ਹੁਣ ਆ ਜਿਹੜਾ ਪਰਲ ਗਰੁੱਪ ਹੈ, ਇਹ ਕਿਤੇ ਹੁਣ ਕ੍ਰੀਏਟ ਹੋਇਆ, ਇਹ ਪਹਿਲੀਆਂ ਸਰਕਾਰਾਂ ਦੇ ਟਾਈਮ ਦਾ ਹੈਗਾ। ਉਦੋਂ ਕਿਉਂ ਨਹੀਂ ਇਹਨਾਂ ਨੂੰ ਗਫੂਆ ਦਿੱਤਾ? ਉਦੋਂ ਕਿਉਂ ਨਹੀਂ ਗਿੱਚਿਓਂ ਫੜਿਆ? ਉਦੋਂ ਕਿਉਂ ਨਹੀਂ ਤੁਹਾਨੂੰ ਫੜ ਕੇ ਨਵਾਇਆ ਇਹਨਾਂ ਨੂੰ? ਹੁਣ ਸਰਕਾਰ ਕਰ ਰਹੀ ਸਾਰਾ ਕੁਝ। ਇਹਦੇ ਵਿੱਚ ਇਹ ਹੈਗਾ ਕਿ ਫਿਰ ਬਹੁਤ ਦਹਾਕੇ ਲੱਗ ਜਾਣੇ ਇਹਨੂੰ ਕੰਮ ਕਰਦੇ ਨੂੰ। 5 ਸਾਲ ਇਹਦੇ ਪੂਰੇ ਹੋ ਜਾਣੇ ਆ, ਇਹ ਫਿਰ ਬਰੀ ਹੋ ਜਾਣੇ। ਅਗਲੀ ਸਰਕਾਰ ਆਉਣੀ, ਉਹਨੇ ਫਿਰ ਪੈਸਾ ਦੇ ਕੇ ਫਿਰ ਅੱਗੇ ਆ ਜਾਣਗੇ। ਇਹ ਚੱਲਦਾ ਸਾਡੇ ਦੇਸ਼ ਵਿੱਚ, ਇਹ ਚੱਲਦਾ ਸਾਡੇ ਪੰਜਾਬ ਵਿੱਚ, ਇਹ ਗੱਲਾਂ ਹੈਗੀਆਂ। ਹੁਣ ਚੱਲਿਆ ਜਾਵੇ। ਜ਼ਰੂਰ ਹੋ ਗਿਆ ਟਾਈਮ ਪਾ। ਬਿਲਕੁਲ ਟਾਈਮ ਹੋ ਗਿਆ। ਬਿਲਕੁਲ। ਮੈਂ ਕਿਹਾ ਖਣੀ ਅਸੀਂ ਆਪਾਂ ਚੱਲਣਾ, ਸਰਕਾਰ ਤਾਂ ਨਹੀਂ ਚੱਲਣਾ, ਸਰਕਾਰ ਤੇ ਬੇਕਾਰ ਉਸੇ ਤਰ੍ਹਾਂ ਚੱਲ ਰਹੀ ਹੈ। ਹੁਣ ਅਸੀਂ ਆਪਣੇ ਦਰਸ਼ਕਾਂ ਨੂੰ ਗੁਜ਼ਾਰਿਸ਼ ਕਰਾਂਗੇ ਕਿ ਆਪਣੇ ਵਿਚਾਰ ਸਾਨੂੰ ਇਨਬਾਕਸ ਕਰੋ। ਸਾਡਾ ਚੈਨਲ ਪੰਜਾਬ ਮੇਲ USA TV ਸਬਸਕ੍ਰਾਈਬ ਕਰੋ। ਜੀ ਚਲੋ ਬਲਕਾਰ ਜੀ। ਬਿਲਕੁਲ ਜੀ। ਸਤਿ ਸ੍ਰੀ ਅਕਾਲ।